ਸਤਿ ਸ਼੍ਰੀ ਅਕਾਲ। ਬੱਚਿਆਂ ਨੂੰ ਸੋਹਣੀ ਪੰਜਾਬੀ ਨਾਲ ਜੋੜਦਿਆਂ ਆਪਣੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਤੁਹਾਡੇ ਨਾਲ ਪਰਸੀਅਸ ਦੀ ਕਹਾਣੀ, ਜੋ ਕਿ ਯੂਨਾਨੀ ਮਿਥ ਕਥਾ ਹੈ ਤੇ ਫਰੈਡਰਿਕ ਲੇਟਨ ਦੁਆਰਾ 1891 ਵਿੱਚ ਲਿਖੀ ਗਈ ਸੀ, ਤੁਹਾਡੇ ਨਾਲ ਸਾਂਝਾ ਕਰਾਂਗੀ। ਪਰਸੀਅਸ ਯੂਨਾਨੀ ਮਿਥਿਹਾਸ ਦਾ ਮੁੱਖ ਪਾਤਰ ਤੇ ਮਹਾਨਾਇਕ ਹੈ, ਜਿਸ ਨੇ ਬੜੀ ਹੁਸ਼ਿਆਰੀ ਤੇ ਚਲਾਕੀ ਨਾਲ ਮੈਡੂਸਾ ਨਾਂ ਦੀ ਡੈਣ ਨੂੰ ਮਾਰ ਮੁਕਾਇਆ, ਜਿਸ ਬਾਰੇ ਮਸ਼ਹੂਰ ਸੀ ਕਿ ਜੋ ਵੀ ਉਸ ਵੱਲ ਦੇਖਦਾ ਪੱਥਰ ਦਾ ਹੋ ਜਾਂਦਾ। ਦੋਹਾਂ ਦੀ ਲੜਾਈ ਨੂੰ ਬੜੇ ਰੌਚਕ ਤੇ ਦਿਲਚਸਪ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਇਹਨਾਂ ਕਹਾਣੀਆਂ ਨੂੰ ਲਿਖਣ, ਪੜ੍ਹਨ ਤੇ ਸੁਣਾਉਣ ਦਾ ਪਿਛੋਕੜ ਕੀ ਹੁੰਦਾ ਹੈ ਤੇ ਬਾਲ ਮਨਾਂ ਤੇ ਇਹਨਾਂ ਦਾ ਕਿੰਨਾ ਡੂੰਘਾ ਅਸਰ ਪੈਂਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਪਰਸੀਅਸ ਯੂਨਾਨ ਦੇਸ਼ ਦੀ ਕਹਾਣੀ ਹੈ। ਯੂਨਾਨ ਪੂਰਬੀ ਯੂਰਪ ਦਾ ਇੱਕ ਛੋਟਾ ਜਿਹਾ ਦੇਸ਼ ਹੈ। ਇਹ 3 ਪਾਸਿਓਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਇਸ ਵਿੱਚ ਅਨੇਕਾਂ ਛੋਟੇ-ਛੋਟੇ ਟਾਪੂ ਹਨ। ਇਸੇ ਕਾਰਨ ਇੱਥੋਂ ਦੇ ਲੋਕ ਪ੍ਰਾਚੀਨ ਕਾਲ ਤੋਂ ਹੀ ਜਹਾਜ਼ਰਾਨੀ ਵਿੱਚ ਬੜੇ ਮਾਹਰ ਰਹੇ ਹਨ। ਇਹ ਵੈਦਿਕ ਕਾਲ ਦੇ ਆਰੀਆ ਵਾਂਗ ਦੇਵੀ ਦੇਵਤਿਆਂ ਨੂੰ ਬੜਾ ਮੰਨਦੇ ਸਨ। ਇੱਥੋਂ ਦੀ ਸੱਭਿਅਤਾ ਬੜੀ ਪੁਰਾਣੀ ਹੈ। ਅੱਜ ਤੋਂ 2,500-3 ਹਜ਼ਾਰ ਸਾਲ ਪਹਿਲਾਂ ਇੱਥੇ ਹੋਮਰ, ਸੋਫੋਕਲੀਜ਼, ਅਰਿਸਟੋਫੈਨੇਸ ਤੇ ਯੂਰੋਪੀਡੇਜ਼ ਵਰਗੇ ਜਗਤ ਪ੍ਰਸਿੱਧ ਸਾਹਿਤਕਾਰ, ਸੋਕਰੇਟਿਸ, ਪਲੇਟੋ ਤੇ ਅਰਿਸਟੋਟਲ ਵਰਗੇ ਫਿਲਾਸਫਰ, ਹਿਪੋਕਰੇਟਿਸ ਵਰਗੇ ਹਕੀਮ ਤੇ ਫਿਡੀਓਸ ਵਰਗੇ ਕਲਾਕਾਰ ਪੈਦਾ ਹੋਏ, ਜਿਨ੍ਹਾਂ ਨੇ ਰਲ ਕੇ ਇੱਕ ਐਸੀ ਸੱਭਿਅਤਾ ਹੋਂਦ ਵਿੱਚ ਲਿਆਂਦੀ ਜਿਸ ਦਾ ਪ੍ਰਭਾਵ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਰਹਿੰਦੀ ਦੁਨੀਆ ਤੱਕ ਰਹੇਗਾ। ਯੂਨਾਨੀ ਲੋਕ ਕਹਾਣੀਆਂ ਨੂੰ ਬੜਾ ਪਸੰਦ ਕਰਦੇ ਸਨ। ਇਹ ਕਹਾਣੀਆਂ ਉਹਨਾਂ ਯੋਧਿਆਂ ਦੀਆਂ ਹੁੰਦੀਆਂ ਸਨ ਜੋ ਕਿਸੇ ਆਦਰਸ਼ ਜਾਂ ਉੱਚ ਮਨੋਰਥ ਨੂੰ ਪੂਰਾ ਕਰਨ ਲਈ ਸਿਰ ਧੜ ਦੀ ਬਾਜੀ ਲਾ ਕੇ ਦ੍ਰਿੜਤਾ, ਸਬਰ, ਸਿਦਕ ਦਿਲੀ, ਦਲੇਰੀ ਤੇ ਨਿਡਰਤਾ ਜਿਹੇ ਗੁਣਾਂ ਦੁਆਰਾ ਅੰਤ ਨੂੰ ਕਾਮਯਾਬ ਹੁੰਦੇ ਹਨ। ਇਹ ਕਹਾਣੀਆਂ ਸਾਨੂੰ ਦੱਸਦੀਆਂ ਹਨ ਕਿ ਜੇ ਅਸੀਂ ਵੀ ਇਹਨਾਂ ਵਾਂਗ ਇਹ ਚੀਜ਼ਾਂ ਆਪਣੇ ਤੇ ਅਪਣਾਈਏ ਤਾਂ ਅਸੀਂ ਔਖੇ ਤੋਂ ਔਖਾ ਸਮਾਂ ਤੇ ਅਧਿਆਤਮਿਕ ਸਮੱਸਿਆਵਾਂ ਵੀ ਹੱਲ ਕਰ ਸਕਦੇ ਹਾਂ ਤੇ ਦੁਨੀਆ ਵਿੱਚ ਜਸ ਖੱਟ ਸਕਦੇ ਹਾਂ। ਆਓ ਇਸ ਕਹਾਣੀ ਨੂੰ ਸੁਣੀਏ ਤੇ ਬੱਚਿਆਂ ਨਾਲ ਵੱਧ ਤੋਂ ਵੱਧ ਸਾਂਝਾ ਕਰੀਏ ਤਾਂ ਕਿ ਉਹ ਇਸ ਤੋਂ ਸੇਧ ਲੈ ਕੇ ਪੰਜਾਬੀ ਲਿਖਣ, ਬੋਲਣ ਤੇ ਪੜ੍ਹਨ ਲਈ ਉਤਸ਼ਾਹਿਤ ਹੋਣ। ਧੰਨਵਾਦ। ਹਰਜੀਤ ਬਮਰਾ। ਪਰਸੀਅਸ ਦੀ ਕਹਾਣੀ। ਇਸ ਪੁਸਤਕ ਵਿੱਚ ਦੇਸ਼ ਨਿਕਾਲਾ, ਨਿਰਦਈ ਰਾਜਾ ਪੋਲੀਡੈਕਟਿਸ, ਪਰਸੀਅਸ ਨੇ ਮੈਡੂਸਾ ਨੂੰ ਕਿਵੇਂ ਮਾਰਿਆ, ਲਿਬੀਆ ਤੇ ਨੀਲ ਦੀ ਘਾਟੀ, ਪਰਸੀਅਸ ਦੀ ਘਰ ਨੂੰ ਵਾਪਸੀ ਦਾ ਬੜਾ ਹੀ ਨਿਰਾਲਾ ਤੇ ਨਿਵੇਕਲਾ ਵਰਣਨ ਕੀਤਾ ਗਿਆ ਹੈ। ਆਓ ਇਸ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਦੇਸ਼ ਨਿਕਾਲਾ। ਪ੍ਰਾਚੀਨ ਯੂਨਾਨ ਦੇ ਇੱਕ ਪ੍ਰਸਿੱਧ ਸ਼ਹਿਰ ਆਰਗੋਸ ਵਿੱਚ 2 ਜੋੜੇ ਸ਼ਹਿਜ਼ਾਦੇ ਰਹਿੰਦੇ ਸਨ। ਉਹਨਾਂ ਵਿੱਚੋਂ ਇੱਕ ਦਾ ਨਾਂ ਅਕਰੀਰੀਅਸ ਅਤੇ ਦੂਸਰੇ ਦਾ ਨਾਂ ਪ੍ਰੋਟੀਅਸ ਸੀ। ਉਹ ਉਪਜਾਊ ਜ਼ਮੀਨਾਂ, ਅੰਗੂਰਾਂ ਦੇ ਬਾਗਾਂ, ਅਣਗਿਣਤ ਭੇਡਾਂ ਬੱਕਰੀਆਂ ਤੇ ਘੋੜਿਆਂ ਦੇ ਮਾਲਕ ਸਨ। ਗੱਲ ਕਿ ਉਹਨਾਂ ਪਾਸ ਉਹ ਹਰ ਨਿਯਮਤ ਮੌਜੂਦ ਸੀ ਜੋ ਇੱਕ ਸੁਖੀ ਜੀਵਨ ਲਈ ਜ਼ਰੂਰੀ ਹੁੰਦੀ ਹੈ। ਪਰ ਇਹਨਾਂ ਨਿਯਮਤਾਂ ਦੇ ਬਾਵਜੂਦ ਉਹ ਬੜੇ ਦੁਖੀ ਰਹਿੰਦੇ ਸਨ, ਕਿਉਂਕਿ ਉਹ ਇੱਕ ਦੂਜੇ ਨਾਲ ਬੜੀ ਈਰਖਾ ਕਰਦੇ ਸਨ। ਬਚਪਨ ਤੋਂ ਹੀ ਹਰ ਗੱਲ ਤੇ ਲੜਨਾ ਝਗੜਨਾ ਉਹਨਾਂ ਦਾ ਨਿੱਤ ਦਾ ਕੰਮ ਸੀ। ਜਦੋਂ ਉਹ ਜਵਾਨ ਹੋਏ ਤਾਂ ਉਹ ਇਸ ਤਾੜ ਵਿੱਚ ਰਹਿੰਦੇ ਸਨ ਕਿ ਕਿਵੇਂ ਉਹ ਇੱਕ ਦੂਜੇ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਤੇ ਇੱਕ ਦੂਜੇ ਦੀਆਂ ਚੀਜ਼ਾਂ ਅਤੇ ਇਲਾਕੇ ਜ਼ਬਰਦਸਤੀ ਖੋਹ ਲੈਣ। ਪਹਿਲਾਂ ਅਕਰੀਸੀਅਸ ਨੇ ਪ੍ਰੋਟੋਸੀਅਸ ਦਾ ਸਾਰਾ ਇਲਾਕਾ ਖੋਹ ਲਿਆ। ਪ੍ਰੋਟੋਸੀਆ ਨੂੰ ਮਜਬੂਰਨ ਭੱਜ ਕੇ ਸਮੁੰਦਰੋਂ ਪਾਰ ਜਾਣਾ ਪਿਆ। ਉੱਥੇ ਉਹਨਾਂ ਨੇ ਇੱਕ ਵਿਦੇਸ਼ੀ ਸ਼ਹਿਜ਼ਾਦੀ ਨਾਲ ਵਿਆਹ ਕਰਾ ਲਿਆ ਤੇ ਉੱਥੇ ਦੇ ਲੜਾਕੇ ਯੋਧਿਆਂ ਦੀ ਮਦਦ ਨਾਲ ਅਕਰੀਸੀਅਸ ਪਾਸੋਂ ਆਪਣਾ ਇਲਾਕਾ ਖੋਹ ਲਿਆ ਤੇ ਉਸਨੂੰ ਘਰੋਂ ਬੇਘਰ ਕਰ ਦਿੱਤਾ। ਆਖਰ ਬਹੁਤ ਚਿਰ ਖੈਬੜਨ ਪਿੱਛੋਂ ਉਹਨਾਂ ਦਾ ਆਪਸ ਵਿੱਚ ਫੈਸਲਾ ਹੋ ਗਿਆ, ਜਿਸ ਅਨੁਸਾਰ ਅਕਰੀਸੀਅਸ ਨੂੰ ਆਰਗੋਸ ਦੀ ਘਾਟੀ ਤੇ ਰਾਜ ਦਾ ਅੱਧਾ ਹਿੱਸਾ ਮਿਲ ਗਿਆ ਤੇ ਪ੍ਰੋਟੀਅਸ ਨੂੰ ਟਾਇਰਨ ਦੀ ਘਾਟੀ ਤੇ ਬਾਕੀ ਦਾ ਅੱਧਾ ਰਾਜ ਮਿਲ ਗਿਆ। ਪ੍ਰੋਟੀਅਸ ਅਤੇ ਉਸਦੇ ਸਾਥੀ ਯੋਧਿਆਂ ਨੇ, ਜਿਹੜੇ ਉਹਨੇ ਵਿਦੇਸ਼ ਚੋਂ ਲਿਆਂਦੇ ਸਨ ਅਤੇ ਜਿਨ੍ਹਾਂ ਨੂੰ ਸਾਈਕਲੋਪਸ ਕਹਿੰਦੇ ਸਨ, ਟਾਇਰਨ ਤੇ ਗਿਰਦ ਪੱਥਰਾਂ ਦੀ 4 ਦੀਵਾਰੀ ਖੜੀ ਕਰ ਲਈ। ਕੁਝ ਸਮਾਂ ਪਾ ਕੇ ਅਕਰੀਸੀਅਸ ਦੀ ਰਾਜਧਾਨੀ ਵਿੱਚ ਇੱਕ ਜੋਤਸ਼ੀ ਆਇਆ, ਜਿਹਨੇ ਭਵਿੱਖਬਾਣੀ ਕਰਦਿਆਂ ਹੋਇਆਂ ਅਕਰੀਸੀਅਸ ਨੂੰ ਦੱਸਿਆ, ਕਿਉਂਕਿ ਤੂੰ ਆਪਣੇ ਸਕੇ ਭੈਣ ਨਾਲ ਵੈਰ ਕਰਵਾਉਂਦਾ ਰਿਹਾ ਹੈ, ਤੇਰੀ ਆਪਣੀ ਔਲਾਦ ਤੇਰਾ ਵਿਰੋਧ ਕਰੇਗੀ ਤੇ ਤੇਰੇ ਕੀਤੇ ਦੀ ਤੈਨੂੰ ਯੋਗ ਸਜ਼ਾ ਮਿਲੇਗੀ। ਤੇਰੀ ਲੜਕੀ ਡੈਨੀਆ ਦੇ ਘਰ ਇੱਕ ਲੜਕਾ ਹੋਏਗਾ ਜਿਸ ਹੱਥੋਂ ਤੂੰ ਮਾਰਿਆ ਜਾਏਗਾ। ਇਹ ਦੇਵਤਿਆਂ ਦਾ ਹੁਕਮ ਹੈ ਤੇ ਇੰਜ ਅਵਸ਼ ਹੋ ਕੇ ਹੀ ਰਹੇਗਾ। ਇਹ ਸੁਣ ਕੇ ਅਕਰੀਸੀਅਸ ਬੜਾ ਘਬਰਾਇਆ, ਪਰ ਉਹਨੇ ਆਪਣੇ ਆਪ ਨੂੰ ਸੁਧਾਰਨ ਦੀ ਕੋਈ ਕੋਸ਼ਿਸ਼ ਨਾ ਕੀਤੀ, ਸਗੋਂ ਉਹ ਆਪਣੇ ਸਾਕਸ ਅੰਗਾਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ੁਲਮ ਢਾਉਣ ਲੱਗ ਪਿਆ। ਉਹਨੇ ਆਪਣੀ ਸੁੰਦਰ ਲੜਕੀ ਡੈਨੀ ਨੂੰ ਇੱਕ ਜ਼ਮੀਨਦੋਜ਼ ਕੁੰਦਰ ਵਿੱਚ ਕੈਦ ਕਰ ਦਿੱਤਾ। ਇਸ ਦੇ ਅੰਦਰ ਚਾਰੋਂ ਪਾਸੇ ਪਿੱਤਲ ਦੀ ਮੋਟੀ ਸਾਰੀ ਪੱਤਰੀ ਲਵਾ ਦਿੱਤੀ ਤਾਂ ਜੋ ਇਸ ਵਿੱਚ ਕੋਈ ਵੀ ਬਾਹਰੋਂ ਨਾ ਵੜ ਸਕੇ।
ਇਸ ਤਰ੍ਹਾਂ ਉਹਨੇ ਹੋਣੀ ਨੂੰ ਟਾਲਣਾ ਚਾਹਿਆ, ਪਰ ਹੋਣੀ ਬੜੀ ਪ੍ਰਬਲ ਹੁੰਦੀ ਹੈ, ਉਸ ਨੂੰ ਕੋਈ ਨਹੀਂ ਟਾਲ ਸਕਦਾ। ਕੁਝ ਸਮੇਂ ਪਿੱਛੋਂ ਡੈਨੇ ਦੇ ਘਰ ਇੱਕ ਲੜਕਾ ਪੈਦਾ ਹੋਇਆ। ਉਹ ਇਤਨਾ ਸੁੰਦਰ ਸੀ ਕਿ ਸਭ ਉਸ ਨੂੰ ਵੇਖ ਕੇ ਖੁਸ਼ ਹੁੰਦੇ ਸਨ। ਕੇਵਲ ਇੱਕ ਅਕਰੀਸੀਅਸ ਹੀ ਸੀ ਜਿਸ ਦੇ ਮਨ ਵਿੱਚ ਉਸ ਲਈ ਜ਼ਰਾ ਵੀ ਤਰਸ ਨਹੀਂ ਸੀ। ਉਹਨੇ ਡੈਨੇ ਅਤੇ ਉਸਦੇ ਦੁੱਧ ਚੁੰਘਦੇ ਬੱਚੇ ਨੂੰ ਇੱਕ ਬਕਸ ਵਿੱਚ ਬੰਦ ਕਰਕੇ ਸਮੁੰਦਰ ਦੀਆਂ ਲਹਿਰਾਂ ਅਤੇ ਤੂਫਾਨਾਂ ਦੇ ਰਹਿਮ ਤੇ ਛੱਡ ਦਿੱਤਾ। ਉਸ ਬਕਸ ਨੂੰ ਉੱਤਰ ਪੱਛਮੀ ਪੌਣਾ ਧਿੱਕ ਕੇ ਕਿਤੇ ਦਾ ਕਿਤੇ ਲੈ ਗਈਆਂ। ਕੋਈ ਐਸਾ ਮਨੁੱਖ ਨਹੀਂ ਸੀ ਜਿਸ ਨੇ ਅਕਰੀਸੀਅਸ ਦੀ ਇਸ ਨਿਰਦਇਤਾ ਤੇ ਅਥਰੂ ਨਾ ਘੇਰੇ ਹੋਣ। ਡੈਨੇ ਨੂੰ ਤਾਂ ਆਪਣੀ ਪਰਵਾਹ ਨਹੀਂ ਸੀ। ਉਹ ਵਿਚਾਰੀ ਆਪਣੇ ਬੱਚੇ ਨੂੰ ਲੋਰੀਆਂ ਦੇ ਕੇ ਆਪਣਾ ਗਮ ਗਲਤ ਕਰਦੀ ਰਹੀ। ਆਖਰ ਧਰਤੀ ਦੂਰ ਰਹਿ ਗਈ। ਉੱਪਰ ਆਕਾਸ਼ ਦੇ ਥੱਲੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਸਦਾ ਸੀ। ਪਰ ਰੁੱਤ ਸੁਹਾਵਣੀ ਸੀ, ਕਿਉਂਕਿ ਇਸ ਰੁੱਤ ਵਿੱਚ ਹੈਲਸੀਓਨ ਅਤੇ ਸੀਐਕਸ ਆਪਣਾ ਆਲ੍ਹਣਾ ਬਣਾਉਣ ਵਿੱਚ ਰੁੱਝੇ ਹੁੰਦੇ ਹਨ ਤੇ ਸਮੁੰਦਰ ਸ਼ਾਂਤ ਰਹਿੰਦਾ ਹੈ। ਹੈਲਸੀਓਨ ਇੱਕ ਸੁੰਦਰ ਪਰੀ ਸੀ। ਉਹ ਸਮੁੰਦਰੀ ਕੰਢੇ ਤੇ ਪਾਉਣ ਦੀ ਲੜਕੀ ਸੀ। ਉਹਨੇ ਇੱਕ ਸੁੰਦਰ ਮੁਲਾਹ ਨਾਲ ਵਿਆਹ ਕਰਵਾ ਲਿਆ ਤੇ ਉਹ ਦੋਵੇਂ ਆਪਸ ਵਿੱਚ ਰਾਜ਼ੀ ਖੁਸ਼ੀ ਰਹਿਣ ਲੱਗ ਗਏ। ਇੱਕ ਵਾਰ ਸੀਐਕਸ ਦੀ ਕਿਸ਼ਤੀ ਉਲਟ ਗਈ। ਭਾਵੇਂ ਉਹਨੇ ਬਚਣ ਲਈ ਬੜੇ ਹੱਥ ਪੈਰ ਮਾਰੇ, ਪਰ ਉਹ ਵੀ ਕੰਢੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਡੁੱਬ ਗਿਆ। ਇਹ ਸਭ ਕੁਝ ਹੈਲਸੀਓਨ ਕੰਢੇ ਤੇ ਖੜੀ ਵੇਖ ਰਹੀ ਸੀ। ਉਹਨੇ ਸੀਐਕਸ ਨੂੰ ਬਚਾਉਣ ਲਈ ਸਮੁੰਦਰ ਵਿੱਚ ਛਾਲ ਕੱਢ ਮਾਰੀ, ਪਰ ਉਹ ਆਪਣੀ ਪਤੀ ਨੂੰ ਬਚਾ ਨਾ ਸਕੀ। ਦੇਵਤਿਆਂ ਨੇ ਉਹਨਾਂ ਦੋਵਾਂ ਤੇ ਤਰਸ ਕਰਕੇ ਉਹਨਾਂ ਨੂੰ 2 ਸਮੁੰਦਰੀ ਪੰਛੀਆਂ ਵਿੱਚ ਬਦਲ ਦਿੱਤਾ ਤੇ ਉਸ ਸਮੇਂ ਤੋਂ ਹਰ ਸਾਲ ਬਸੰਤ ਰੁੱਤ ਵਿੱਚ ਯੂਨਾਨ ਦੇ ਸਮੁੰਦਰ ਵਿੱਚ ਆਪਣਾ ਆਲ੍ਹਣਾ ਬਣਾਉਂਦੇ ਹਨ, ਜੋ ਉੱਥੋਂ ਦੀਆਂ ਛੱਲਾਂ ਵਿੱਚ ਹੀ ਤਰਦਾ ਰਹਿੰਦਾ ਹੈ। ਇਸ ਤਰ੍ਹਾਂ ਡੈਨੇ ਨੂੰ ਭੁੱਖੇ ਪਾਣੇ 2 ਦਿਨ ਬੀਤ ਗਏ। ਆਖਰ ਉਹ ਵੀ ਨਿਰਬਲਤਾ ਕਾਰਨ ਬੇਹੋਸ਼ੀ ਦੀ ਨੀਂਦ ਵਿੱਚ ਆਪਣੇ ਬੱਚੇ ਨਾਲ ਗੱਲ ਲੱਗ ਕੇ ਸੌਂ ਗਈ। ਕੁਝ ਸਮੇਂ ਪਿੱਛੋਂ ਅਚਾਨਕ ਉਹਦੀ ਅੱਖ ਖੁੱਲੀ। ਆਲੇ ਦੁਆਲੇ ਉੱਚੀ ਉੱਚੀ ਰੌਲਾ ਪੈ ਗਿਆ ਸੀ ਕਿ ਉਹ ਬਕਸ ਜਿਸ ਵਿੱਚ ਉਹ ਬੰਦ ਸੀ ਕਿਸੇ ਚੀਜ਼ ਨਾਲ ਠਾ ਠਾ ਟਕਰਾ ਰਿਹਾ ਸੀ। ਉਹਨੇ ਉੱਪਰ ਵੱਲ ਵੇਖਿਆ। ਆਸ-ਪਾਸ ਉੱਚੀਆਂ ਉੱਚੀਆਂ ਚਟਾਨਾਂ ਡੁੱਬਦੇ ਸੂਰਜ ਦੀ ਰੌਸ਼ਨੀ ਵਿੱਚ ਅੱਗ ਵਾਂਗ ਭਖ ਰਹੀਆਂ ਸਨ ਤੇ ਉਹਨਾਂ ਨਾਲ ਛੱਲਾਂ ਆਪ ਮੁਹਾਰੀਆਂ ਖੇਡ ਰਹੀਆਂ ਸਨ। ਇਹ ਵੇਖ ਕੇ ਉਹਨੇ ਮਦਦ ਲਈ ਉੱਚੀ ਸਾਰੀ ਇੱਕ ਚੀਕ ਮਾਰੀ, ਜਿਸ ਨੂੰ ਸੁਣ ਕੇ ਕੰਢੇ ਤੋਂ ਇੱਕ ਬੜਾ ਲੰਮਾ ਝੰਮਾ ਤੇ ਸੰਜੀਦਾ ਸੁਭਾਅ ਦਾ ਮਨੁੱਖ ਉਹਦੇ ਵੱਲ ਵਧਿਆ ਤੇ ਉਹਨੇ ਆਪਣੇ ਇੱਕ ਖੁੱਲੇ ਤਰ ਰਹੇ ਬਕਸੇ ਵਿੱਚ ਪਈ ਹੋਈ ਇੱਕ ਸੁੰਦਰ ਇਸਤਰੀ ਤੇ ਉਹਦੇ ਨਾਲ ਇੱਕ ਨਿੱਕਾ ਜਿਹਾ ਬੱਚਾ ਵੇਖ ਕੇ ਬੜਾ ਹੀ ਹੈਰਾਨ ਹੋਇਆ। ਉਹਦੇ ਖਲ ਨਾਲ ਕੋਟ ਪਾਇਆ ਹੋਇਆ ਸੀ ਤੇ ਉਹਦੇ ਹੱਥ ਵਿੱਚ ਮੱਛੀਆਂ ਫੜਨ ਵਾਲੀ ਇੱਕ ਤਰਸ਼ੂਲ ਤੇ ਮੋਢੇ ਤੇ ਜਾਲ ਸੀ। ਡੈਨੀ ਉਹਦੀ ਚਾਲ ਢਾਲ ਤੇ ਚਿਹਰੇ ਦੇ ਜਲਾਲ ਵੇਖ ਕੇ ਤਾੜ ਗਈ ਕਿ ਉਹ ਕੋਈ ਸਧਾਰਨ ਮਨੁੱਖ ਨਹੀਂ। ਉਹਦੇ ਪਿੱਛੇ 2 ਨੌਕਰ ਵੀ ਖੜੇ ਸਨ, ਜਿਨ੍ਹਾਂ ਨੇ ਹੱਥ ਵਿੱਚ ਫੜੀਆਂ ਹੋਈਆਂ ਮੱਛੀਆਂ ਨੂੰ ਰੱਖਣ ਲਈ ਟੋਕਰੀਆਂ ਸਨ। ਉਹਨੇ ਡੈਨੇ ਨੂੰ ਵੇਖਦਿਆਂ ਹੀ ਆਪਣਾ ਤਰਸ਼ੂਲ ਇੱਕ ਪਾਸੇ ਰੱਖਿਆ ਤੇ ਲਹਿਰਾਂ ਵਿੱਚ ਛਾਲ ਮਾਰ ਕੇ ਆਪਣਾ ਜਾਲ ਇਸ ਹੁਸ਼ਿਆਰੀ ਨਾਲ ਸੁੱਟਿਆ ਕਿ ਉਹਨੇ ਬਕਸ ਨੂੰ ਹਿਫਾਜ਼ਤ ਨਾਲ ਡੈਨੇ ਤੇ ਉਸਦੇ ਲੜਕੇ ਸਮੇਤ ਕੰਢੇ ਤੱਕ ਧੂ ਲਿਆ। ਫਿਰ ਉਹਨੇ ਡੈਨੇ ਨੂੰ ਬੜੀ ਹਿਫਾਜ਼ਤ ਨਾਲ ਬਕਸ ਵਿੱਚੋਂ ਬਾਹਰ ਕੱਢਿਆ ਤੇ ਕਿਹਾ, ਸੁੰਦਰੀ, ਤੂੰ ਕਿਸ ਤਰ੍ਹਾਂ ਇਸ ਸਧਾਰਨ ਜਿਹੇ ਬਕਸੇ ਰਾਹੀਂ ਇਸ ਟਾਪੂ ਤੇ ਪਹੁੰਚ ਗਈ ਹੈ? ਤੂੰ ਕੌਣ ਹੈ ਤੇ ਕਿੱਥੋਂ ਆਈ ਹੈ? ਤੂੰ ਤਾਂ ਕੋਈ ਸ਼ਹਿਜ਼ਾਦੀ ਲੱਗਦੀ ਹੈ। ਅੱਗੋਂ ਡੈਨੇ ਸਿਰ ਨੀਵਾਂ ਪਾਈ ਤੇ ਸਿਸਕੀਆਂ ਲੈਂਦੀ ਹੋਈ ਕਹਿਣ ਲੱਗੀ, ਮੈਨੂੰ ਸਗੋਂ ਤੁਸੀਂ ਦੱਸੋ ਕਿ ਮੈਂ ਅਭਾਗੀ ਕਿਸ ਟਾਪੂ ਵਿੱਚ ਆ ਪਹੁੰਚੀ ਹਾਂ ਤੇ ਇੱਥੋਂ ਦੇ ਵਸਨੀਕ ਕੌਣ ਨੇ? ਮਾਛੀ ਨੇ ਉੱਤਰ ਦਿੱਤਾ, ਇਸ ਟਾਪੂ ਦਾ ਨਾਂ ਸੈਰੀਫੋਸ ਹੈ ਤੇ ਮੈਂ ਯੂਨਾਨੀ ਕੌਮ ਦਾ ਬੰਦਾ ਹਾਂ ਤੇ ਰਾਜਾ ਪੋਲੀਡੈਕਟਿਸ ਦਾ ਭਰਾ ਹਾਂ। ਲੋਕ ਮੈਨੂੰ ਮਹਾਂਗੀਰ ਡਿਕਟਿਸ ਕਹਿੰਦੇ ਹਨ ਕਿਉਂਕਿ ਮੱਛੀਆਂ ਫੜਨਾ ਮੇਰਾ ਪੇਸ਼ਾ ਹੈ। ਡੈਨੀ ਉਹਦੇ ਪੈਰਾਂ ਤੇ ਟਹਿ ਪਈ ਤੇ ਕਹਿਣ ਲੱਗੀ, ਮੈਨੂੰ ਦੁਰਭਾਗੀ ਨੂੰ ਕਿਸਮਤ ਨੇ ਇੱਥੇ ਲਿਆ ਸੁੱਟਿਆ ਹੈ। ਮੇਰੇ ਤੇ ਦਇਆ ਕਰੋ, ਮੈਨੂੰ ਆਪਣੇ ਘਰ ਨੌਕਰਾਨੀ ਰੱਖ ਲਓ, ਪਰ ਵੇਖਣਾ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਉਣਾ, ਕਿਉਂਕਿ ਮੈਂ ਵੀ ਇੱਕ ਸ਼ਹਿਜ਼ਾਦੀ ਹਾਂ। ਮੈਂ ਤੁਹਾਡੇ ਤੇ ਭਾਰੂ ਬਣ ਕੇ ਨਹੀਂ ਰਹਾਂਗੀ। ਮੈਂ ਕਢਾਈ ਦਾ ਕੰਮ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਇਸ ਦੁਆਰਾ ਆਪਣਾ ਗੁਜ਼ਾਰਾ ਕਰ ਲਵਾਂਗੀ। ਹਾਲੀ ਉਹਨੇ ਆਪਣੀ ਗੱਲ ਖਤਮ ਨਹੀਂ ਕੀਤੀ ਸੀ ਕਿ ਡਿਕਟਸ ਨੇ ਉਹਨੂੰ ਸਹਾਰਾ ਦੇ ਕੇ ਖੜਾ ਕੀਤਾ ਤੇ ਕਿਹਾ, ਬੇਟਾ, ਮੈਂ ਬਿਰਧ ਹੋ ਰਿਹਾ ਹਾਂ, ਮੇਰੇ ਵਾਲ ਸਫੇਦ ਹੋ ਰਹੇ ਨੇ, ਪਰ ਮੇਰੀ ਕੋਈ ਔਲਾਦ ਨਹੀਂ ਜੋ ਘਰ ਦੀ ਰੌਣਕ ਵਧਾਏ। ਤੂੰ ਮੇਰੇ ਨਾਲ ਚੱਲ, ਮੈਂ ਤੇ ਮੇਰੀ ਪਤਨੀ ਤੈਨੂੰ ਆਪਣੀ ਧੀ ਵਾਂਗ ਹੀ ਰੱਖਾਂਗੇ ਤੇ ਇਸ ਲੜਕੇ ਨੂੰ ਆਪਣੇ ਬੱਚਿਆਂ ਵਾਂਗ ਪਾਲਾਂਗੇ। ਮੈਂ ਦੇਵਤਿਆਂ ਤੋਂ ਡਰਦਾ ਹਾਂ ਤੇ ਮੈਂ ਆਇਆਂ ਗਿਆਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦਾ ਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਨੇਕੀ ਦਾ ਬਦਲਾ ਨੇਕੀ ਹੀ ਮਿਲਦਾ ਹੈ। ਇਹ ਸੁਣ ਕੇ ਡੈਨੇ ਨੂੰ ਤਸੱਲੀ ਹੋ ਗਈ ਤੇ ਉਹ ਡਿਕਟਸ ਨਾਲ ਉਹਦੇ ਘਰ ਚਲੀ ਗਈ। ਡਿਕਟਸ ਅਤੇ ਉਹਦੀ ਪਤਨੀ ਉਹਨੂੰ ਆਪਣੀ ਕੁੱਖੋਂ ਜਾਈ ਧੀ ਵਾਂਗ ਪਾਲਦੇ ਰਹੇ। ਨਿਰਦਈ ਰਾਜਾ ਪੋਲੀਡੈਕਟਿਸ। ਇਸ ਘਟਨਾ ਨੂੰ ਵਾਪਰਿਆਂ ਕੋਈ 15 ਸਾਲ ਲੰਘ ਗਏ। ਲੜਕਾ ਵੱਡਾ ਹੋ ਕੇ ਇੱਕ ਬੜਾ ਸੁੰਦਰ ਸੁਡੋਲ ਜਵਾਨ ਨਿਕਲਿਆ ਤੇ ਮੁਲਾਹ ਬਣ ਕੇ ਦੂਰ ਦੂਰ ਦੇਸ਼ਾਂ ਵਿੱਚ ਉਹਨੇ ਵਪਾਰ ਲਈ ਕਈ ਵਾਰੀ ਸਫ਼ਰ ਵੀ ਕੀਤਾ। ਉਹਦੀ ਮਾਤਾ ਨੇ ਉਹਦਾ ਨਾਂ ਪਰਸੀਅਸ ਰੱਖਿਆ।
ਲੋਕ ਉਹਨੂੰ ਸਧਾਰਨ ਮਨੁੱਖ ਨਹੀਂ ਬਲਕਿ ਦੇਵਤਿਆਂ ਦੀ ਔਲਾਦ ਸਮਝਦੇ ਸਨ, ਕਿਉਂਕਿ ਭਾਵੇਂ ਉਹਦੀ ਉਮਰ ਕੇਵਲ 15 ਸਾਲ ਹੀ ਸੀ, ਉਹ ਤਾਂ ਇੱਕ ਲੰਮੇ ਤੋਂ ਲੰਮੇ ਆਦਮੀ ਨੂੰ ਤੋਂ ਵੀ 2 ਗਿੱਠਾਂ ਉੱਚਾ ਸੀ। ਦੂਜੇ, ਉਹ ਨਾ ਕੇਵਲ ਸਰੀਰਕ ਕਸਰਤਾਂ, ਦੌੜਾਂ, ਕੁਸ਼ਤੀ, ਨੇਜ਼ਾ ਸੁੱਟਣ ਆਦਿ ਵਿੱਚ ਸਭ ਤੋਂ ਅਗਾਂਹ ਹੁੰਦਾ ਸੀ, ਬਲਕਿ ਸੰਗੀਤ ਵਿਦਿਆ ਵਿੱਚ ਵੀ ਨਿਪੁੰਨ ਸੀ। ਵੈਸੇ ਵੀ ਉਹ ਬੜਾ ਸੱਚਾ, ਮਿੱਠ ਬੋਲੜਾ ਤੇ ਨੇਕ ਦਿਲ ਸੀ। ਇਹ ਸਭ ਕੁਝ ਉਹਦੀ ਡਿਕਟਸ ਵੱਲੋਂ ਦੇਖਭਾਲ ਤੇ ਧਿਆਨ ਦੀ ਬਦੌਲਤ ਸੀ। ਹੁਣ ਡੈਨੇ ਤੇ ਪਰਸੀਅਸ ਇੱਕ ਵੱਡੀ ਮੁਸ਼ਕਿਲ ਵਿੱਚ ਫਸ ਗਏ। ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਉਹਨੂੰ ਬਚਪਨ ਵਿੱਚ ਮਿਲੀ ਸਿੱਖਿਆ ਬੜੀ ਕੰਮ ਆਈ। ਡਿਕਟਸ ਦਾ ਭਰਾ ਪੋਲੀਡੈਕਟਿਸ, ਜੋ ਉਸ ਟਾਪੂ ਦਾ ਰਾਜਾ ਸੀ, ਬੜਾ ਲੋਭੀ, ਚਲਾਕ ਤੇ ਜ਼ਾਲਮ ਸੀ। ਉਹ ਡੈਨੇ ਨੂੰ ਵੇਖਦਿਆਂ ਹੀ ਉਸ ਤੇ ਮੋਹਿਤ ਹੋ ਗਿਆ। ਉਹਨੇ ਡੈਨੇ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ, ਪਰ ਡੈਨੇ ਉਹਨੂੰ ਪਸੰਦ ਨਹੀਂ ਸੀ ਕਰਦੀ। ਉਹ ਕੇਵਲ ਆਪਣੇ ਲੜਕੇ ਪਰਸੀਅਸ ਤੇ ਆਪਣੇ ਪਤੀ ਦੇ ਖਿਆਲਾਂ ਵਿੱਚ, ਜਿਸ ਨੂੰ ਮਿਲਣ ਦੀ ਉਸਨੂੰ ਹੁਣ ਕੋਈ ਆਸ ਨਹੀਂ ਸੀ, ਡੁੱਬੀ ਰਹਿੰਦੀ। ਡੈਨੇ ਦੀ ਅੜੀ ਤੇ ਰਾਜੇ ਨੂੰ ਬੜੀ ਖਾਰ ਆਈ ਤੇ ਇੱਕ ਵਾਰ ਜਦ ਉਹ ਸਮੁੰਦਰੀ ਸਫ਼ਰ ਤੇ ਗਿਆ ਹੋਇਆ ਸੀ ਤਾਂ ਉਹ ਡੈਨੇ ਨੂੰ ਡਿਕਟਸ ਕੋਲੋਂ ਜ਼ਬਰਦਸਤੀ ਖੋ ਕੇ ਲੈ ਗਿਆ ਤੇ ਕਹਿਣ ਲੱਗਾ, ਚੰਗਾ, ਜੇ ਤੂੰ ਮੇਰੇ ਨਾਲ ਵਿਆਹ ਕਰਕੇ ਰਾਜ਼ੀ ਨਹੀਂ ਤਾਂ ਮੈਂ ਤੈਨੂੰ ਆਪਣੀ ਦਾਸੀ ਬਣਾ ਕੇ ਰੱਖਾਂਗਾ। ਇਸ ਤਰ੍ਹਾਂ ਉਸਨੇ ਡੈਨੇ ਨੂੰ ਆਪਣੀ ਦਾਸੀ ਬਣਾ ਲਿਆ। ਉਹ ਲਾਡਾਂ ਵਿੱਚ ਪਲੀ ਨੂੰ ਹੁਣ ਪਾਣੀ ਭਰਨ ਜਾਂ ਚੱਕੀ ਪੀਣ ਵਿੱਚ ਲਾ ਦਿੱਤਾ ਗਿਆ। ਕਈ ਵਾਰੀ ਉਹਨੂੰ ਮਾਰ ਵੀ ਪੈਂਦੀ ਤੇ ਬੇੜੀਆਂ ਵਿੱਚ ਜਕੜਿਆ ਵੀ ਜਾਂਦਾ, ਕਿਉਂਕਿ ਉਹ ਰਾਜੇ ਨਾਲ ਵਿਆਹ ਨਹੀਂ ਸੀ ਕਰਵਾਉਂਦੀ। ਉਧਰ ਪਰਸੀਅਸ ਦੂਰ ਸਮੁੰਦਰਾਂ ਵਿੱਚ ਸਫ਼ਰ ਕਰ ਰਿਹਾ ਸੀ। ਉਹ ਆਪਣੀ ਮਾਤਾ ਤੇ ਪਈ ਬਿਪਤਾ ਬਾਰੇ ਬਿਲਕੁਲ ਬੇਖਬਰ ਸੀ। ਇੱਕ ਦਿਨ ਜਦ ਸੈਮੋਸ ਦੇ ਟਾਪੂ ਤੇ ਉਹਨੇ ਜਹਾਜ਼ ਵਿੱਚ ਲੱਦਿਆ ਸਮਾਨ ਜਾ ਰਿਹਾ ਸੀ ਤਾਂ ਉਹ ਲਾਗੇ ਦੇ ਜੰਗਲ ਵਿੱਚ ਰੁੱਖਾਂ ਦੀ ਛਾਵੇਂ ਆਰਾਮ ਕਰਨ ਲਈ ਲੇਟ ਗਿਆ ਤੇ ਉਹਨੂੰ ਜਲਦੀ ਹੀ ਨੀਂਦ ਆ ਗਈ। ਸੁੱਤੇ ਪਿਆ ਉਹਨੂੰ ਬੜਾ ਅਜੀਬ ਸੁਪਨਾ ਆਇਆ, ਜਿਸ ਵਿੱਚ ਉਹਨੇ ਇੱਕ ਲੰਮੀ ਚਮੀ ਤੇ ਅਤੀ ਸੁੰਦਰ ਇਸਤਰੀ ਵੇਖੀ। ਉਹਦੀਆਂ ਅੱਖਾਂ ਵਿੱਚ ਇੱਕ ਨਿਰਾਲੀ ਚਮਕ ਸੀ। ਉਹਦੇ ਸਿਰ ਤੇ ਸੰਜੋਗ ਦੀ ਟੋਪੀ ਸੀ ਤੇ ਹੱਥ ਵਿੱਚ ਨੇਜ਼ਾ ਸੀ। ਉਹਨੇ ਅਸਮਾਨੀ ਰੰਗ ਦੀ ਪੁਸ਼ਾਕ ਪਹਿਨੀ ਹੋਈ ਸੀ ਤੇ ਮੋਢੇ ਤੇ ਬੱਕਰੀ ਦੀ ਖੱਲ ਰੱਖੀ ਹੋਈ ਸੀ, ਜਿਸ ਦੇ ਪਿੱਛੇ ਇੱਕ ਬੜੀ ਭਾਰੀ ਪਿੱਤਲ ਦੀ ਸ਼ੀਸ਼ੇ ਵਾਂਗ ਲਿਸ਼ਕਦੀ ਢਾਲ ਸੀ। ਉਹਨੇ ਪਰਸੀਅਸ ਵੱਲ ਬੜੇ ਗੌਰ ਨਾਲ ਤੱਕਿਆ, ਜਿਵੇਂ ਕਿ ਉਹ ਉਹਦੇ ਮਨ ਦਾ ਭੇਤ ਲੈਣਾ ਚਾਹੁੰਦੀ ਹੈ। ਉਹਦੀਆਂ ਅੱਖਾਂ ਦੀ ਤਾਬ ਨਾ ਸਹਾਰਦੇ ਹੋਏ ਪਰਸੀਅਸ ਨੇ ਆਪਣੀਆਂ ਅੱਖਾਂ ਨੀਵੀਆਂ ਪਾ ਲਈਆਂ। ਉਸ ਇਸਤਰੀ ਨੇ ਕਿਹਾ, ਪਰਸੀਅਸ, ਤੇਰੇ ਗੋਚਰੇ ਮੈਨੂੰ ਇੱਕ ਕੰਮ ਹੈ। ਪਰਸੀਅਸ ਨੇ ਹੈਰਾਨ ਹੋ ਕੇ ਪੁੱਛਿਆ, ਦੇਵੀ, ਤੂੰ ਕੌਣ ਹੈ ਤੇ ਤੂੰ ਮੇਰਾ ਨਾਂ ਕਿਵੇਂ ਜਾਣਦੀ ਹੈ? ਉਸ ਇਸਤਰੀ ਨੇ ਉੱਤਰ ਦਿੱਤਾ, ਮੈਂ ਦੇਵੀ ਪੈਲੋਸ ਐਥਨੀ ਹਾਂ ਤੇ ਮੈਂ ਹਰ ਮਨੁੱਖ ਦੇ ਦਿਲ ਦੀ ਗੱਲ ਜਾਣਦੀ ਹਾਂ। ਮੈਂ ਸਭ ਮੰਦਿਆਂ ਚੰਗਿਆਂ ਨੂੰ ਪਛਾਣਦੀ ਹਾਂ। ਮੈਂ ਰੁੱਖੇ ਬੰਦਿਆਂ ਕੋਲੋਂ ਦੂਰ ਰਹਿੰਦੀ ਹਾਂ। ਇਹੋ ਜਿਹੇ ਪਸ਼ੂਆਂ ਬੱਕਰੀਆਂ ਵਾਂਗ ਪਲਦੇ ਨੇ। ਉਹ ਬਿਨਾਂ ਬੀਜਿਆਂ ਖਾਂਦੇ ਨੇ ਤੇ ਵੇਲਾਂ ਵਾਂਗ ਜ਼ਮੀਨ ਤੇ ਫੈਲਦੇ ਨੇ, ਪਰ ਕਿਸੇ ਨੂੰ ਆਰਾਮ ਲਈ ਛਾਂ ਨਹੀਂ ਦਿੰਦੇ। ਜਦੋਂ ਉਹ ਪੱਕਦੇ ਨੇ ਤਾਂ ਉਹਨਾਂ ਨੂੰ ਮੌਤ ਆ ਘਟ ਚੱਲਦੀ ਏ ਤੇ ਉਹ ਸਿੱਧੇ ਨਰਕਾਂ ਨੂੰ ਜਾਂਦੇ ਨੇ ਤੇ ਉਹਨਾਂ ਦਾ ਦੁਨੀਆ ਦੇ ਤਖਤੇ ਤੋਂ ਸਦਾ ਲਈ ਨਾਂ ਨਿਸ਼ਾਨ ਮਿਟ ਜਾਂਦਾ ਹੈ। ਪਰ ਮੈਂ ਦਲੇਰ ਬੰਦਿਆਂ ਨੂੰ ਹੋਰ ਦਲੇਰ ਤੇ ਬਹਾਦਰਾਂ ਨੂੰ ਹੋਰ ਬਹਾਦਰ ਬਣਾਉਂਦੀ ਹਾਂ। ਜਿਨ੍ਹਾਂ ਤੇ ਮੇਰੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹਨਾਂ ਨੂੰ ਔਖੇ ਰਸਤਿਆਂ ਵਿੱਚੋਂ ਲੰਘਾਉਂਦੀ ਹਾਂ। ਉਹਨਾਂ ਦਾ ਦਿਓਂ ਦੈਂਤਾਂ ਨਾਲ ਟਾਕਰਾ ਕਰਵਾਉਂਦੀ ਹਾਂ ਤੇ ਉਹਨਾਂ ਨੂੰ ਖਤਰਿਆਂ, ਲੋੜਾਂ ਤੇ ਦੁਰਬਤਾਂ ਵਿੱਚੋਂ ਲਗਾਉਂਦੀ ਹਾਂ। ਉਹਨਾਂ ਵਿੱਚੋਂ ਕਈ ਜਵਾਨੀ ਵਿੱਚ ਹੀ ਅਨਿਆਈ ਮੌਤੇ ਮਰ ਜਾਂਦੇ ਹਨ, ਪਰ ਕਈ ਦੁਨੀਆ ਵਿੱਚ ਲੰਮੀ ਉਮਰ ਭੋਗਦੇ ਹਨ ਤੇ ਜਸ ਖੱਟਦੇ ਹਨ। ਪਰਸੀਅਸ, ਕੀ ਤੂੰ ਦੱਸ ਸਕਦਾ ਹੈ ਕਿ ਤੈਨੂੰ ਦੋਹਾਂ ਵਿੱਚੋਂ ਕਿਹੜਾ ਜੀਵਨ ਪਸੰਦ ਹੈ? ਪਰਸੀਅਸ ਨੇ ਨਿਤੜਕ ਹੋ ਕੇ ਜਵਾਬ ਦਿੱਤਾ, ਪਸ਼ੂਆਂ ਵਰਗੇ ਨਿਰਮੂਲ ਨਿਕੰਮੇ ਜੀਵਨ ਨਾਲੋਂ ਕਿਸੇ ਸ਼ੁਭ ਕੰਮ ਨੂੰ ਕਰਦਿਆਂ ਸਿਖਰ ਜਵਾਨੀ ਵਿੱਚ ਮਰਨਾ ਕਈ ਹਜ਼ਾਰ ਗੁਣਾ ਚੰਗਾ ਹੈ। ਇਹ ਸੁਣ ਕੇ ਪੈਲੋਸ ਹੱਸ ਪਈ ਤੇ ਆਪਣੀ ਲਿਸ਼ਕ ਦੀ ਢਾਲ ਨੂੰ ਉੱਪਰ ਵੱਲ ਚੁੱਕਦਿਆਂ ਕਹਿਣ ਲੱਗੀ, ਪਰਸੀਅਸ, ਇਹ ਵੇਖ, ਕੀ ਤੂੰ ਇਸ ਸ਼ਕਲ ਦੇ ਦੈਂਤ ਨਾਲ ਟਾਕਰਾ ਕਰਕੇ ਉਹਨੂੰ ਜਾਨੋਂ ਮਾਰਨ ਦੀ ਹਿੰਮਤ ਰੱਖਦਾ ਹੈ? ਮੈਂ ਉਹਦੇ ਕੱਟੇ ਹੋਏ ਸਿਰ ਨਾਲ ਇਸ ਢਾਲ ਨੂੰ ਸਜਾਉਣਾ ਚਾਹੁੰਦੀ ਹਾਂ। ਜਦ ਪਰਸੀਅਸ ਨੇ ਲਿਸ਼ਕ ਦੀ ਢਾਲ ਵੱਲ ਨਜ਼ਰ ਮਾਰੀ ਤਾਂ ਉਸ ਵਿੱਚ ਉਹਨੂੰ ਇੱਕ ਬੜੀ ਡਰਾਉਣੀ ਡੈਨ ਦੀ ਸ਼ਕਲ ਦਿਖੀ। ਉਹਨੂੰ ਵੇਖ ਕੇ ਉਹਦਾ ਸਾਰਾ ਸਰੀਰ ਕੰਬ ਗਿਆ। ਇਹ ਡੈਨ ਇੱਕ ਸੁੰਦਰ ਸ਼ਕਲ ਦੀ ਇਸਤਰੀ ਸੀ, ਪਰ ਉਹਦੀਆਂ ਗੱਲਾਂ ਮੌਤ ਵਾਂਗ ਪੀਲੀਆਂ ਸਨ ਤੇ ਉਹ ਮੱਥਾ ਸਦੀਵੀ ਪੀੜ ਨਾਲ ਵੱਟੋ ਵੱਟ ਹੋਇਆ ਪਿਆ ਸੀ। ਉਹਦੇ ਬੁੱਲ ਸੱਪ ਦੇ ਬੁੱਲਾਂ ਵਾਂਗ ਪਤਲੇ ਤੇ ਜ਼ਰੀਲੇ ਸਨ। ਉਹਦੇ ਸਿਰ ਤੇ ਵਾਲਾਂ ਦੀ ਥਾਂ ਸੱਪ ਸਪੋਲੀਏ ਉਹਦੀਆਂ ਪਲਕਾਂ ਤੇ ਕੁਰਬਲ ਕੁਰਬਲ ਕਰ ਰਹੇ ਸਨ ਤੇ ਆਪਣੇ ਫਨ ਖਿਲਾਰ ਰਹੇ ਸਨ। ਉਹਦੇ ਸਿਰ ਲਾਗੇ ਬਾਜ ਦੇ ਪਰਾਂ ਵਰਗੇ ਪਰ ਸਨ, ਪਰ ਉਹਦੇ ਪੰਜੇ ਲੋਹੇ ਵਾਂਗ ਤਿੱਖੇ ਸਨ। ਕੁਝ ਚਿਰ ਪਰਸੀਅਸ ਇਸ ਡਰਾਉਣੀ ਸ਼ਕਲ ਨੂੰ ਭੈਭੀਤ ਹੋ ਕੇ ਵੇਖਦਾ ਰਿਹਾ। ਫਿਰ ਕਹਿਣ ਲੱਗਾ, ਜੇ ਦੁਨੀਆ ਵਿੱਚ ਇਹੋ ਜਿਹੀ ਕੋਈ ਸੱਚਮੁੱਚ ਡਰਾਉਣੀ ਤੇ ਬਦਸ਼ਕਲ ਡੈਨ ਹੈ ਤਾਂ ਉਹਨੂੰ ਮਾਰਨਾ ਪੁੰਨ ਖੱਟਣ ਦੇ ਬਰਾਬਰ ਹੈ। ਪਰ ਇਹ ਜਿੰਨ ਹੈ ਕਿੱਥੇ? ਪੈਲਾਸ ਮੁਸਕਰਾਈ ਤੇ ਕਹਿਣ ਲੱਗੀ, ਹਾਲੀ ਸਬਰ ਤੋਂ ਕੰਮ ਲੈ। ਤੂੰ ਅਜੇ ਅਲੂਆਂ ਛੋਕਰਾ ਹੈ, ਤੈਨੂੰ ਕੋਈ ਤਜਰਬਾ ਨਹੀਂ। ਤੈਨੂੰ ਪਤਾ ਨਹੀਂ ਇਹ ਅਨੇਕਾਂ ਜਿੰਨਾਂ ਦੀ ਮਾਣ ਮੈਂ ਡੈਨ ਮਡੂਸਾ ਹੈ। ਤੂੰ ਹਾਲੇ ਆਪਣੇ ਘਰ ਵਾਪਸ ਮੁੜ ਜਾ, ਉੱਥੇ ਤੇਰੇ ਗੁਜਰਾ ਬਥੇਰਾ ਕੰਮ ਹੈ।
ਇਸ ਕੰਮ ਨੂੰ ਹੱਥ ਪਾਉਣ ਤੋਂ ਪਹਿਲਾਂ ਤੇਰਾ ਇਹ ਫਰਜ਼ ਬਣਦਾ ਏ ਕਿ ਤੂੰ ਉਹਨੂੰ ਮੁਕਾਵੇਂ। ਜੇ ਤੂੰ ਉਸ ਵਿੱਚ ਬਹਾਦਰੀ ਵਿਖਾਈ ਤਾਂ ਤੂੰ ਆਪੇ ਮੈਡੂਸਾ ਨੂੰ ਮਾਰਨ ਦੇ ਯੋਗ ਹੋ ਜਾਵੇਂਗਾ। ਪਰਸੀਅਸ ਅੱਗੋਂ ਉੱਤਰ ਦੇਣ ਹੀ ਲੱਗਾ ਸੀ ਕਿ ਪਹਿਲਾਸ ਉੱਥੋਂ ਅਲੋਪ ਹੋ ਗਈ। ਇਤਨੇ ਨੂੰ ਪਰਸੀਅਸ ਦੀ ਅੱਖ ਖੁੱਲੀ। ਉਹਨੂੰ ਪਤਾ ਲੱਗਾ ਇਹ ਕੇਵਲ ਸੁਪਨਾ ਹੀ ਸੀ, ਪਰ ਉਸ ਸਮੇਂ ਤੋਂ ਰਾਤ ਦਿਨ ਉਸ ਬਦਸ਼ਕਲ ਡਰੌਨੀ ਡੈਨ ਦੀ ਸ਼ਕਲ ਉਹਦੀਆਂ ਅੱਖਾਂ ਸਾਹਮਣੇ ਫਿਰਨ ਲੱਗ ਪਈ। ਕੁਝ ਦਿਨਾਂ ਵਿੱਚ ਹੀ ਉਹ ਆਪਣੇ ਦੇਸ਼ ਨੂੰ ਮੁੜ ਗਿਆ। ਉੱਥੇ ਜਾਂਦਿਆਂ ਹੀ ਉਹਨੂੰ ਪਤਾ ਲੱਗਾ ਕਿ ਉਹਦੀ ਮਾਤਾ ਨੂੰ ਪੋਲੀਡੈਕਟਿਸ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਗੁੱਸੇ ਵਿੱਚ ਦੰਦ ਪੀਦਿਆਂ ਉਹ ਸਿੱਧਾ ਰਾਜੇ ਦੇ ਮਹੱਲ ਵੱਲ ਗਿਆ। ਉਹਦੇ ਚਿਹਰੇ ਦਾ ਜਲਾਲ ਅਤੇ ਰੂਪ ਦਾ ਵੇਖ ਕੇ ਕਿਸੇ ਨੇ ਵੀ ਉਹਨੂੰ ਰੋਕਣ ਦੀ ਹਿੰਮਤ ਤੱਕ ਨਾ ਪਈ। ਆਖਰ ਇੱਕ ਨਵੇਕਲੀ ਥਾਂ ਉੱਤੇ ਆਪਣੀ ਮਾਤਾ ਨੂੰ ਰੋਂਦੇ ਕੁਰਲਾਉਂਦੇ ਇੱਕ ਵੱਡੀ ਸਾਰੀ ਚੱਕੀ ਪੀਂਦਿਆਂ ਵੇਖਿਆ। ਉਹਨੇ ਆਪਣੀ ਮਾਤਾ ਨੂੰ ਗੱਲ ਨਾਲ ਲਾਉਣ ਪਿੱਛੋਂ ਆਪਣੇ ਪਿੱਛੇ ਪਿੱਛੇ ਆਉਣ ਲਈ ਕਿਹਾ। ਹਾਲੀ ਉਹ ਦੋਵੇਂ ਮਹੱਲ ਤੋਂ ਬਾਹਰ ਨਹੀਂ ਗਏ ਸਨ ਕਿ ਰਾਜਾ ਗੁੱਸੇ ਨਾਲ ਲਾਲ ਪੀਲਾ ਹੋਇਆ ਉੱਥੇ ਆ ਪਹੁੰਚਿਆ। ਉਹਨੂੰ ਵੇਖਦਿਆਂ ਹੀ ਪਰਸੀਅਸ ਉਸ ਤੇ ਇੰਜ ਟੁੱਟ ਪਿਆ ਜਿਵੇਂ ਸ਼ਿਕਾਰੀ ਕੁੱਤਾ ਆਪਣੇ ਸ਼ਿਕਾਰ ਤੇ ਪੈਂਦਾ ਹੈ। ਉਹਨੇ ਕੜਕ ਕੇ ਕਿਹਾ, ਸ਼ੈਤਾਨ, ਕੀ ਤੈਨੂੰ ਅਜਨਬੀਆਂ ਤੇ ਵਿਧਵਾ ਇਸਤਰੀਆਂ ਤੇ ਹੱਕ ਚੁੱਕਦਿਆਂ ਸ਼ਰਮ ਨਹੀਂ ਆਉਂਦੀ? ਕੀ ਦੇਵਤਿਆਂ ਦਾ ਤੂੰ ਇਹ ਸਤਿਕਾਰ ਕਰਦਾ ਹੈ? ਤਿਆਰ ਹੋ ਜਾ, ਤੇਰਾ ਅੰਤ ਸਮਾਂ ਆ ਪਹੁੰਚਿਆ ਹੈ। ਪਰਸੀਅਸ ਪਾਸ ਉਸ ਵੇਲੇ ਕੋਈ ਸ਼ਸਤਰ ਨਹੀਂ ਸੀ, ਇਸ ਲਈ ਉਹਨੇ ਲਾਗੇ ਹੋਈ ਚੱਕੀ ਦਾ ਇੱਕ ਵੱਡਾ ਸਾਰਾ ਪੁੜ ਚੁੱਕਿਆ ਤੇ ਉਸ ਨਾਲ ਰਾਜੇ ਦਾ ਸਿਰ ਫੇਂ ਨਹੀਂ ਲੱਗਾ ਸੀ ਕਿ ਉਹਦੀ ਮਾਤਾ ਦੋਹਾਂ ਦੇ ਵਿਚਕਾਰ ਆ ਗਈ ਤੇ ਪਰਸੀਅਸ ਨੂੰ ਕਹਿਣ ਲੱਗੀ, ਬੇਟਾ, ਅਸੀਂ ਇਸ ਦੇਸ਼ ਵਿੱਚ ਅਜਨਬੀ ਹਾਂ। ਜੇ ਤੂੰ ਰਾਜੇ ਨੂੰ ਮਾਰ ਦਿੱਤਾ ਤੇ ਲੋਕਾਂ ਨੇ ਸਾਨੂੰ ਦੋਨਾਂ ਨੂੰ ਨਹੀਂ ਛੱਡਣਾ। ਡਿਕਟਸ ਵੀ, ਜੋ ਐਨ ਉਸ ਵੇਲੇ ਉੱਥੇ ਆ ਪਹੁੰਚਿਆ ਸੀ, ਕਹਿਣ ਲੱਗਾ, ਬੇਟਾ, ਤੈਨੂੰ ਪਤਾ ਏ ਇਹ ਮੇਰਾ ਭਰਾ ਏ, ਤੂੰ ਇਹਨੂੰ ਮੇਰੀ ਖਾਤਰ ਜਾਣ ਦੇ। ਇਹ ਸੁਣ ਕੇ ਪਰਸੀਅਸ ਰੁਕ ਗਿਆ ਤੇ ਰਾਜੇ ਨੇ, ਜੋ ਕਾਇਰਾਂ ਵਾਂਗ ਕੰਬ ਰਿਹਾ ਸੀ, ਉਹਦੀ ਮਾਤਾ ਪਰਸੀਅਸ ਨਾਲ ਉੱਥੋਂ ਚਲੇ ਜਾਣ ਦਿੱਤਾ। ਪਰਸੀਅਸ ਆਪਣੀ ਮਾਤਾ ਨੂੰ ਦੇਵੀ ਪਹਿਲਾਸ ਦੇ ਮੰਦਿਰ ਵਿੱਚ ਲੈ ਗਿਆ। ਉੱਥੋਂ ਦੀ ਪੁਜਾਰਨ ਨੇ ਉਹਨੂੰ ਉਸ ਮੰਦਿਰ ਦੀ ਸਫਾਈ ਕਰਨ ਤੇ ਰੱਖ ਲਿਆ। ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਪੋਲੀਡੈਕਸ ਉਸ ਮੰਦਿਰ ਵਿੱਚੋਂ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਅਗਵਾ ਕਰਨ ਦੀ ਹਿੰਮਤ ਨਹੀਂ ਕਰ ਸਕੇਗਾ। ਉੱਥੇ ਪਰਸੀਅਸ ਅਤੇ ਡਿਕਟਸ ਉਹਨੂੰ ਹਰ ਰੋਜ਼ ਮਿਲਣ ਲਈ ਆਉਂਦੇ ਸਨ, ਪਰ ਰਾਜਾ ਕਿਉਂਕਿ ਤਾਕਤ ਦੁਆਰਾ ਡੈਨੇ ਨੂੰ ਕਾਬੂ ਨਹੀਂ ਕਰ ਸਕਿਆ ਸੀ, ਉਹ ਉਹਨੂੰ ਚਲਾਕੀ ਨਾਲ ਕਾਬੂ ਕਰਨ ਦੀਆਂ ਵਿਉਂਤਾਂ ਕਰਨ ਲੱਗ ਪਿਆ। ਰਾਜੇ ਨੂੰ ਪੱਕਾ ਨਿਸ਼ਚਾ ਸੀ ਕਿ ਜਦ ਤੱਕ ਪਰਸੀਅਸ ਉਹਦੇ ਦੇਸ਼ ਵਿੱਚ ਰਹੇਗਾ ਉਹ ਕਦੇ ਵੀ ਡੈਨੇ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਸੋ ਉਸਨੇ ਪਰਸੀਅਸ ਨੂੰ ਦੇਸੋਂ ਕੱਢਣ ਦੀ ਇੱਕ ਚਾਲ ਚੱਲੀ। ਉਹਨੇ ਉੱਪਰੋਂ ਵਿਖਾਵਾ ਕੀਤਾ ਕਿ ਉਹਨੇ ਪਰਸੀਅਸ ਨੂੰ ਮੁਆਫ ਕਰ ਦਿੱਤਾ ਹੈ ਤੇ ਉਹਦੀ ਪਿਛਲੀ ਵਾਰਦਾਤ ਭੁਲਾ ਗਿਆ ਹੈ। ਫਿਰ ਉਹਨੇ ਸ਼ਹਿਰ ਦੇ ਸਭ ਪਤਵੰਤਿਆਂ ਨੂੰ ਇੱਕ ਬੜੀ ਭਾਰੀ ਦਾਵਤ ਤੇ ਬੁਲਾਇਆ ਤਾਂ ਜੋ ਉਹ ਉਹਦੇ ਨਾਲ ਇਕੱਠਿਆਂ ਖਾਣਾ ਖਾਣ ਤੇ ਉਹਨੂੰ ਆਪਣੇ ਰਾਜਾ ਹੋਣ ਦਾ ਸਨਮਾਨ ਦੇਣ। ਮੁਕਰਰ ਕੀਤੇ ਦਿਨ ਉਸ ਟਾਪੂ ਤੇ ਸਭ ਲੋਕ ਦਾਵਤ ਤੇ ਆਏ ਅਤੇ ਉੱਥੋਂ ਦੇ ਪ੍ਰਚਲਿਤ ਰਿਵਾਜ ਅਨੁਸਾਰ ਰਾਜੇ ਲਈ ਬੜੇ ਕੀਮਤੀ ਤੋਹਫੇ ਲਿਆਏ। ਕੋਈ ਘੋੜਾ ਲਿਆਇਆ, ਕੋਈ ਦੁਸ਼ਾਲਾ, ਕੋਈ ਤਲਵਾਰ। ਜਿਹੜੇ ਵਿਚਾਰੇ ਗਰੀਬ ਸਨ ਉਹ ਅੰਗੂਰਾਂ ਦਾ ਟੋਕਰਾ ਜਾਂ ਸ਼ਿਕਾਰ ਹੀ ਮਾਰ ਲਿਆਏ। ਪਰ ਪਰਸੀਅਸ ਇਤਨਾ ਗਰੀਬ ਸੀ ਕਿ ਉਸ ਪਾਸ ਤੋਹਫਾ ਦੇਣ ਲਈ ਕੁਝ ਵੀ ਨਹੀਂ ਸੀ, ਸੋ ਉਹ ਆਪਣੇ ਨਾਲ ਕੁਝ ਵੀ ਨਾ ਲਿਆ ਸਕਿਆ। ਉਹਦੇ ਲਈ ਰਾਜੇ ਦੀ ਹਜ਼ੂਰੀ ਵਿੱਚ ਖਾਲੀ ਹੱਥ ਜਾਣਾ ਤੇ ਸ਼ਰਮ ਦੀ ਗੱਲ ਸੀ। ਉਹ ਡਿਕਟਸ ਪਾਸੋਂ ਵੀ ਰਾਜੇ ਨੂੰ ਦੇਣ ਲਈ ਕੋਈ ਚੀਜ਼ ਮੰਗਣੀ ਆਪਣੀ ਹੇਠੀ ਸਮਝਦਾ ਸੀ। ਸੋ ਬੜਾ ਦੁਖੀ ਹੋ ਕੇ ਦਰਵਾਜ਼ੇ ਕੋਲ ਖੜਾ ਅਮੀਰ ਆਦਮੀਆਂ ਨੂੰ ਅੰਦਰ ਜਾਂਦਿਆਂ ਵੇਖਦਾ ਰਿਹਾ। ਜਦ ਉਹਨਾਂ ਵਿੱਚੋਂ ਕਈ ਪਰਸੀਅਸ ਵੱਲ ਇਸ਼ਾਰਾ ਕਰਕੇ ਪੁੱਛਦੇ ਸਨ, ਇਹ ਕਿਹੜੀ ਸੁਗਾਤ ਲਿਆਇਆ ਹੈ, ਤਾਂ ਇਹਦਾ ਮੂੰਹ ਸ਼ਰਮ ਨਾਲ ਲਾਲ ਹੋ ਜਾਂਦਾ ਸੀ। ਪੋਲੀਡੈਕਟਿਸ ਵੀ ਇਹੀ ਕੁਝ ਚਾਹੁੰਦਾ ਸੀ। ਜਿਵੇਂ ਹੀ ਉਹਨੂੰ ਪਤਾ ਲੱਗਾ ਕਿ ਪਰਸੀਅਸ ਬਾਹਰ ਬੂਹੇ ਕੋਲ ਖੜਾ ਹੈ ਤਾਂ ਉਹਨੇ ਆਪਣੇ ਕਰਮਚਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਪਰਸੀਅਸ ਨੂੰ ਉਹਦੇ ਸਾਹਮਣੇ ਪੇਸ਼ ਕਰਨ। ਜਦ ਉਹ ਰਾਜੇ ਸਾਹਮਣੇ ਲਿਆਂਦਾ ਗਿਆ ਤਾਂ ਰਾਜੇ ਨੇ ਉਹਨੂੰ ਘਿਰਨਾ ਭਰੇ ਸ਼ਬਦਾਂ ਵਿੱਚ ਪੁੱਛਿਆ, ਕੀ ਮੈਂ ਤੇਰਾ ਰਾਜਾ ਨਹੀਂ ਤੇ ਕੀ ਮੈਂ ਤੈਨੂੰ ਇਸ ਮਹਿਫਿਲ ਤੇ ਆਉਣ ਦੀ ਦਾਵਤ ਨਹੀਂ ਦਿੱਤੀ? ਤੇਰਾ ਤੋਹਫਾ ਕਿੱਥੇ ਹੈ? ਪਰਸੀਅਸ ਦਾ ਸ਼ਰਮ ਨਾਲ ਚਿਹਰਾ ਲਾਲ ਹੋ ਗਿਆ ਤੇ ਉਹਨੇ ਮੂੰਹ ਵਿੱਚੋਂ ਕੁਝ ਟੁੱਟੇ ਫੁੱਟੇ ਸ਼ਬਦ ਵੀ ਬੋਲੇ, ਪਰ ਉਹ ਇਤਨੇ ਹੌਲੀ ਸਨ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗਾ ਕਿ ਉਹ ਕੀ ਕਹਿ ਰਿਹਾ ਹੈ। ਇਸ ਤੇ ਸਭ ਖਿੜਖੜਾ ਕੇ ਹੱਸ ਪਏ। ਕਈ ਤਾਂ ਉਹਨੂੰ ਤਾਨੇ ਦੇਣ ਲੱਗ ਪਏ ਕਿ ਇਹਨੂੰ ਸਮੁੰਦਰ ਦੀਆਂ ਛੱਲਾਂ ਨੇ ਲੱਕੜੀ ਦੇ ਤਖਤੇ ਵਾਂਗ ਸਾਡੇ ਕੰਢੇ ਤੇ ਲਿਆ ਸੁੱਟਿਆ ਸੀ। ਫਿਰ ਵੀ ਵੇਖੋ ਇਹਦੇ ਵਿੱਚ ਕਿੰਨੀ ਆਕੜ ਏ ਕਿ ਆਪਣੇ ਰਾਜੇ ਪੋਲੀਡੈਕਟਿਸ ਲਈ ਕੋਈ ਸੁਗਾਤ ਤੱਕ ਨਹੀਂ ਲਿਆਇਆ। ਇੱਕ ਹੋਰ ਨੇ ਟਿਚਕਰ ਕਰਦਿਆਂ ਕਿਹਾ, ਇਹਨੂੰ ਤਾਂ ਇਹ ਵੀ ਪਤਾ ਨਹੀਂ ਕਿ ਇਹਦਾ ਪਿਤਾ ਕਿਹੜਾ ਹੈ। ਫਿਰ ਵੀ ਇਹ ਕਿੱਡਾ ਅਭਿਮਾਨੀ ਹੈ ਕਿ ਇਹ ਆਪਣੇ ਆਪ ਨੂੰ ਦੇਵਤੇ ਜਾਇਸ ਦਾ ਪੁੱਤਰ ਸਮਝਦਾ ਹੈ। ਆਖਿਰ ਇਹਨਾਂ ਤਾਨਿਆਂ ਤੋਂ ਤੰਗ ਆ ਕੇ ਪਰਸੀਅਸ ਕਹਿਣ ਲੱਗਾ, ਤੁਸੀਂ ਕੌਣ ਹੋ ਜਿਹੜੇ ਤੋਹਫਿਆਂ ਦੀ ਗੱਲ ਕਰ ਰਹੇ ਹੋ? ਮਜ਼ਾ ਕੀ ਹੋਇਆ ਜੇ ਮੈਂ ਬਾਦਸ਼ਾਹ ਨੂੰ ਤੁਹਾਡੇ ਸਭਨਾਂ ਨਾਲੋਂ ਵਧੀਆ ਤੋਹਫਾ ਨਾ ਲਿਆ ਕੇ ਦੇਵਾਂ? ਇਹ ਸ਼ਬਦ ਉਹਨੇ ਆਕੜ ਵਿੱਚ ਕਹੇ ਸਨ, ਪਰ ਉਹ ਮਨ ਵਿੱਚ ਇਹ ਜ਼ਰੂਰ ਮਹਿਸੂਸ ਕਰ ਰਿਹਾ ਸੀ ਕਿ ਉਹ ਉੱਥੇ ਆਏ ਸਭ ਮਹਿਮਾਨਾਂ ਕੋਲੋਂ ਜ਼ਿਆਦਾ ਬਹਾਦਰ ਤੇ ਦਲੇਰ ਹੈ ਤੇ ਦੁਨੀਆ ਵਿੱਚ ਕੋਈ ਨਾ ਕੋਈ ਐਸਾ ਪ੍ਰਸਿੱਧ ਕਾਰਨਾਮਾ ਕਰ ਸਕਦਾ ਹੈ ਜੋ ਹੋਰ ਕੋਈ ਨਾ ਕਰ ਸਕਦਾ ਹੋਵੇ ਤੇ ਜਿਸ ਨਾਲ ਉਹਦਾ ਨਾਂ ਰਹਿੰਦੀ ਦੁਨੀਆ ਤੱਕ ਕਾਇਮ ਰਹੇ। ਜ਼ਰਾ ਇਹਦੀ ਫੜਾਂ ਤਾਂ ਸੁਣੋ।
ਇਹ ਕਿਹੜੀ ਵਧੀਆ ਚੀਜ਼ ਹੈ ਜੋ ਤੂੰ ਲਿਆਵੇਂਗਾ, ਜਰਾ ਦੱਸ ਤੇ ਸਹੀ, ਇੱਕ ਨੇ ਕਹਿ ਕਹਾ ਮਾਰਦੇ ਹੋਏ ਪੁੱਛਿਆ। ਇਸ ਵੇਲੇ ਉਹਨੂੰ ਸੈਮੋਜ਼ ਦੇ ਟਾਪੂ ਤੇ ਆਏ ਸੁਪਨੇ ਬਾਰੇ ਯਾਦ ਆ ਗਿਆ। ਉਹ ਕਹਿਣ ਲੱਗਾ, ਡੈਨ ਮੈਡੂਸਾ ਦਾ ਸਿਰ। ਇਹ ਸ਼ਬਦ ਉਹਨੇ ਡਰਦਿਆਂ ਡਰਦਿਆਂ ਕਹੇ ਸਨ। ਉਹਦਾ ਉੱਤਰ ਸੁਣ ਕੇ ਸਭ ਜਣੇ ਇੱਕ ਵਾਰੀ ਫਿਰ ਖਿੜਖਿੜਾ ਕੇ ਹੱਸੇ। ਪੋਲੀਡੈਕਟਿਸ ਦੇ ਹਾਸੇ ਦੀ ਆਵਾਜ਼ ਸਭ ਤੋਂ ਉੱਚੀ ਸੀ। ਉਹਨਾਂ ਸਭ ਨੂੰ ਪਤਾ ਸੀ ਕਿ ਪਰਸੀਅਸ ਮੈਡੂਸਾ ਦਾ ਸਿਰ ਕੱਟ ਕੇ ਲਿਆਉਣ ਦਾ ਵਚਨ ਦੇ ਕੇ ਆਪਣੇ ਆਪ ਜਾਲ ਵਿੱਚ ਫਸ ਗਿਆ ਹੈ। ਉਹ ਕਹਿਣ ਲੱਗਾ, ਪਰਸੀਅਸ, ਤੂੰ ਇਕਰਾਰ ਕੀਤਾ ਹੈ ਕਿ ਤੂੰ ਮੈਨੂੰ ਡੈਨ ਮੈਡੂਸਾ ਦਾ ਸਿਰ ਕੱਟ ਕੇ ਲਿਆ ਦੇਵੇਂਗਾ। ਚੰਗਾ, ਤੂੰ ਇਸ ਟਾਪੂ ਤੋਂ ਇਸੇ ਵੇਲੇ ਫੁੱਟ ਜਾ, ਤੇ ਜਦ ਤੱਕ ਮੈਡੂਸਾ ਦਾ ਸਿਰ ਕੱਟ ਕੇ ਨਹੀਂ ਲਿਆਉਂਦਾ ਤੂੰ ਮੈਨੂੰ ਆਪਣੀ ਸ਼ਕਲ ਨਾ ਵਿਖਾਈ। ਪਰਸੀਅਸ ਉੱਥੇ ਖੜਾ ਖੜਾ ਗੁੱਸੇ ਵਿੱਚ ਦੰਦ ਪੀਣ ਲੱਗ ਪਿਆ। ਉਹਨੂੰ ਪਤਾ ਲੱਗ ਗਿਆ ਕਿ ਰਾਜੇ ਨੇ ਉਹਨੂੰ ਜਾਲ ਵਿੱਚ ਫਸਾ ਲਿਆ ਹੈ, ਪਰ ਇਕਰਾਰ ਹੀ ਹੁੰਦਾ ਹੈ, ਸੋ ਬਿਨਾਂ ਮੂੰਹੋਂ ਕੁਝ ਕਹੇ ਉੱਥੋਂ ਚੱਲਦਾ ਬਣਿਆ। ਉਹ ਸਮੁੰਦਰੀ ਕੰਢੇ ਦੀਆਂ ਚਟਾਨਾਂ ਤੇ ਖੜਾ ਹੋ ਕੇ ਦੂਰ ਸਮੁੰਦਰ ਵੱਲ ਕਿੰਨਾ ਚਿਰ ਤੱਕਦਾ ਰਿਹਾ। ਉਹ ਸੋਚ ਰਿਹਾ ਸੀ ਕਿ ਉਹਦਾ ਸੁਪਨਾ ਸੱਚਾ ਸੀ ਜਾਂ ਉਹ ਉਹਨੂੰ ਫਸਾਉਣ ਲਈ ਕਿਸੇ ਦੇਵਤੇ ਦੀ ਚਾਲ ਸੀ। ਉਹ ਦੁਖੀ ਹਿਰਦੇ ਨਾਲ ਦੇਵੀ ਪੈਲਾਸ ਨੂੰ ਬੇਨਤੀ ਕਰਨ ਲੱਗਾ, ਦੇਵੀ ਪੈਲਾਸ, ਕੀ ਮੇਰਾ ਸੁਪਨਾ ਸੱਚਾ ਸੀ? ਕੀ ਮੈਂ ਮੈਡੂਸਾ ਦਾ ਸਿਰ ਕੱਟਣ ਵਿੱਚ ਸਫਲ ਹੋ ਜਾਵਾਂਗਾ? ਜੇ ਤੂੰ ਮੈਨੂੰ ਇੱਕ ਵਾਰੀ ਕਾਮਯਾਬੀ ਦਾ ਯਕੀਨ ਦਿਵਾ ਦਿੱਤਾ ਹੈ ਤਾਂ ਮੈਨੂੰ ਸੱਚਮੁੱਚ ਹੀ ਕਾਮਯਾਬੀ ਬਖਸ਼, ਤਾਂ ਜੋ ਮੈਂ ਦੂਜਿਆਂ ਸਾਹਮਣੇ ਝੂਠਾ ਨਾ ਬਣਾ। ਮੈਂ ਬੇਸੋਚੇ ਸਮਝੇ ਗੁੱਸੇ ਵਿੱਚ ਇਕਰਾਰ ਕਰ ਬੈਠਾ ਵਾਂ। ਹੁਣ ਮੇਰੀ ਲਾਜ ਤੇਰੇ ਹੱਥ ਏ। ਇਹ ਪ੍ਰਾਰਥਨਾ ਉਹਨੇ 3 ਵਾਰ ਕੀਤੀ। ਅਚਾਨਕ ਉਹਨੂੰ ਦੂਰ ਖਤਿਜ ਦਿਸ਼ਾ ਵਿੱਚ ਇੱਕ ਹਲਕਾ ਜਿਹਾ ਚਾਂਦੀ ਵਾਂਗ ਚਮਕ ਰਿਹਾ ਬੱਦਲ ਦਿਸਿਆ, ਜੋ ਉਹਦੀ ਵੱਲ ਆ ਰਿਹਾ ਸੀ। ਜਦ ਉਹ ਨੇੜੇ ਆ ਗਿਆ ਤਾਂ ਉਹਦੀ ਚਮਕ ਨੇ ਪਰਸੀਅਸ ਦੀਆਂ ਅੱਖਾਂ ਨੂੰ ਚੁੰਧਿਆ ਦਿੱਤਾ। ਉਸ ਵੇਲੇ ਸਾਰੇ ਆਕਾਸ਼ ਵਿੱਚ ਉਹ ਕੇਵਲ ਇੱਕੋ ਇੱਕ ਬੱਦਲ ਸੀ, ਤੇ ਉਹ ਪਰਸੀਅਸ ਲਾਗੇ ਹੀ ਇੱਕ ਚਟਾਨ ਤੇ ਆ ਕੇ ਰੁਕ ਗਿਆ। ਇਹ ਵੇਖ ਕੇ ਪਰਸੀਅਸ ਬਹੁਤ ਘਬਰਾਇਆ। ਜਲਦੀ ਹੀ ਬੱਦਲ ਦੋਫਾੜ ਹੋ ਗਿਆ ਤੇ ਵਿੱਚੋਂ ਦੇਵੀ ਪੈਲਾਸ ਹੂਬਹੂ ਉਸੇ ਰੂਪ ਵਿੱਚ ਜਿਸ ਵਿੱਚ ਪਰਸੀਅਸ ਨੇ ਉਸਨੂੰ ਸੈਮੋਜ਼ ਦੇ ਟਾਪੂ ਤੇ ਦੇਖਿਆ ਸੀ ਬਾਹਰ ਨਿਕਲੀ। ਉਹਦੇ ਲਾਗੇ ਹੀ ਇੱਕ ਸੁੰਦਰ ਜਵਾਨ ਵੀ ਖੜਾ ਸੀ, ਜਿਹਦੀਆਂ ਅੱਖਾਂ ਵਿੱਚ ਇੱਕ ਅਨੋਖੀ ਚਮਕ ਸੀ। ਉਹਦੀ ਕਮਰ ਨਾਲ ਹੀੜਿਆਂ ਨਾਲ ਜੜਿਆ ਇੱਕ ਖੰਜਰ ਸੀ ਤੇ ਪੈਰਾਂ ਵਿੱਚ ਸੁਨਹਿਰੀ ਚੱਪਲ ਸਨ, ਜਿਨ੍ਹਾਂ ਦੀ ਅੱਡੀ ਵਿੱਚ ਪਰ ਲੱਗੇ ਹੋਏ ਸਨ। ਉਹ ਦੋਵੇਂ ਪਰਸੀਅਸ ਵੱਲ ਟਿਕਟਿਕੀ ਲਾ ਕੇ ਵੇਖਦੇ ਹੋਏ ਬੜੀ ਤੇਜ਼ੀ ਨਾਲ ਚਟਾਨ ਤੋਂ ਥੱਲੇ ਉਤਰ ਰਹੇ ਸਨ, ਪਰ ਨਾ ਹੀ ਉਹਨਾਂ ਦੀਆਂ ਲੱਤਾਂ ਹਿਲਦੀਆਂ ਸਨ ਤੇ ਨਾ ਹੀ ਪਾਉਣ ਨਾਲ ਉਹਨਾਂ ਦੇ ਕੱਪੜੇ ਉੱਡਦੇ ਸਨ। ਕੇਵਲ ਉਸ ਜਵਾਨ ਦੀਆਂ ਚੱਪਲਾਂ ਦੀਆਂ ਅੱਡੀਆਂ ਵਿੱਚ ਲੱਗੇ ਪਰ ਹੀ ਹਿੱਲ ਰਹੇ ਸਨ, ਜਿਵੇਂ ਕਿਸੇ ਉੱਚੀ ਚਟਾਨ ਤੇ ਬੈਠੇ ਬਾਜ਼ ਦੇ ਪਾਰ ਹਿੱਲ ਰਹੇ ਦਿਖਦੇ ਹਨ। ਇਹ ਵੇਖ ਕੇ ਪਰਸੀਅਸ ਦਾ ਸਿਰ ਉਹਨਾਂ ਸਾਹਮਣੇ ਇੱਕਦਮ ਰੁਕ ਗਿਆ, ਕਿਉਂਕਿ ਉਸਨੂੰ ਪਤਾ ਲੱਗਿਆ ਕਿ ਉਹ ਓਲੰਪਸ ਦੇ ਦੇਵਤੇ ਹਨ। ਪੈਲਾਸ ਨੇ ਪਰਸੀਅਸ ਨੂੰ ਦਿਲਾਸਾ ਦਿੰਦਿਆਂ ਕਿਹਾ, ਡਰਨ ਦੀ ਕੋਈ ਗੱਲ ਨਹੀਂ। ਜੇ ਅਸੀਂ ਇੱਕ ਇਮਤਿਹਾਨ ਵਿੱਚ ਸਫਲ ਹੋ ਜਾਈਏ ਤਾਂ ਸਾਨੂੰ ਉਸ ਤੋਂ ਵੀ ਵਧੇਰੇ ਮੁਸ਼ਕਿਲ ਇਮਤਿਹਾਨ ਵਿੱਚੋਂ ਲੰਘਣਾ ਪੈਂਦਾ ਹੈ। ਤੂੰ ਪੋਲੀਡੈਕਟਿਸ ਨੂੰ ਇੱਕ ਵਾਰ ਇੱਕ ਨਿਸਲ ਕਰ ਦਿੱਤਾ ਸੀ, ਹੁਣ ਤੈਨੂੰ ਮੈਡੂਸਾ ਨਾਲ ਟੱਕਰਾ ਕਰਕੇ ਉਹਨੂੰ ਢਾਉਣਾ ਪੈਣਾ ਹੈ। ਕੀ ਤੂੰ ਤਿਆਰ ਹੈ? ਪਰਸੀਅਸ ਨੇ ਉੱਤਰ ਦਿੱਤਾ, ਮੇਰੀ ਅਜ਼ਮਾਇਸ਼ ਕਰਕੇ ਵੇਖ ਲਓ। ਜਦੋਂ ਤੋਂ ਮੈਨੂੰ ਤੁਹਾਡੇ ਸੈਮੋਜ਼ ਦੇ ਟਾਪੂ ਦੇ ਦਰਸ਼ਨ ਹੋਏ ਨੇ ਤੇ ਤੁਸੀਂ ਮੈਨੂੰ ਹੌਸਲਾ ਦਿੱਤਾ ਹੈ, ਉਸ ਦਿਨ ਤੋਂ ਮੇਰੇ ਵਿੱਚ ਨਵੀਂ ਰੂਹ ਜਾਗ ਪਈ ਲੱਗਦੀ ਹੈ। ਇਹ ਮੇਰੇ ਲਈ ਸ਼ਰਮ ਦੀ ਗੱਲ ਹੋਏਗੀ ਕਿ ਤੁਸੀਂ ਮੇਰੀ ਪਿੱਠ ਤੇ ਹੋਵੋ ਤੇ ਮੈਂ ਕਿਸੇ ਵੀ ਔਕੜ ਦਾ ਟਾਕਰਾ ਕਰਨ ਨੂੰ ਡਰਾਂ। ਮੈਨੂੰ ਕੇਵਲ ਤਰੀਕਾ ਦੱਸ ਦਿਓ, ਮੈਂ ਹਾਜ਼ਰ ਹਾਂ। ਦੇਵੀ ਪੈਲਾਸ ਨੇ ਕਿਹਾ, ਸੋਚ ਸਮਝ ਕੇ ਕਦਮ ਚੁੱਕੀ, ਕਿਉਂਕਿ ਇਸ ਕੰਮ ਨੂੰ ਪੂਰਾ ਕਰਨ ਲਈ ਤੈਨੂੰ 7 ਸਾਲ ਸਫ਼ਰ ਕਰਨਾ ਪਵੇਗਾ ਤੇ ਇਸ ਵਿੱਚੋਂ ਅੱਧ ਵਿੱਚ ਛੱਡਣਾ ਅਸੰਭਵ ਹੈ। ਜੇ ਤੂੰ ਹੌਸਲਾ ਹਾਰ ਬੈਠਾ ਤਾਂ ਕਿਸੇ ਦੂਰ ਦੇਸ਼ ਵਿੱਚ ਹੀ ਮਰ ਖੱਪ ਜਾਏਗਾ ਤੇ ਤੇਰੀ ਕਿਸੇ ਨੇ ਬਾਤ ਤੱਕ ਨਹੀਂ ਪੁੱਛਣੀ। ਪਰਸੀਅਸ ਨੇ ਉੱਤਰ ਦਿੱਤਾ, ਇਸ ਜੀਵਨ ਨਾਲੋਂ ਤਾਂ ਮੌਤ 1000 ਦਰਜੇ ਚੰਗੀ ਹੋਵੇਗੀ, ਪਰ ਦੇਵੀ ਦਇਆ ਪੂਰਵਕ ਇਹ ਤਾਂ ਦੱਸੋ ਕਿ ਮੈਂ ਇਹ ਨਿਸ਼ਾਨਾ ਕਿਵੇਂ ਪੂਰਾ ਕਰ ਸਕਦਾ ਹਾਂ। ਮੈਂ ਇਹ ਚਾਹੁੰਦਾ ਹਾਂ ਕਿ ਮੈਂ ਮਰ ਖੱਪ ਬੇਸ਼ੱਕ ਜਾਵਾਂ, ਪਰ ਮਰਨ ਤੋਂ ਪਹਿਲਾਂ ਸਫਲਤਾ ਜ਼ਰੂਰ ਪ੍ਰਾਪਤ ਕਰਾਂ। ਦੇਵੀ ਪੈਲਾਸ ਨੇ ਮੁਸਕਰਾ ਕੇ ਕਿਹਾ, ਪਰਸੀਅਸ, ਤੂੰ ਬਿਲਕੁਲ ਘਬਰਾ ਨਾ, ਮੇਰੀ ਗੱਲ ਧਿਆਨ ਨਾਲ ਸੁਣ। ਜੇ ਤੂੰ ਮੇਰੀ ਕਹੀ ਹੋਈ ਗੱਲ ਨੂੰ ਭੁਲਾ ਦਿੱਤਾ ਤਾਂ ਤੂੰ ਜ਼ਰੂਰ ਮੌਤ ਦੇ ਅੜਿੱਕੇ ਚੜ ਜਾਵੇਂਗਾ। ਤੂੰ ਸਿੱਧਾ ਉੱਤਰੀ ਦਿਸ਼ਾ ਵੱਲ ਹਾਈਪਰਬੋਰੀਅਨ ਦੇ ਦੇਸ਼ ਵਿੱਚ ਜਾ। ਇਹ ਉੱਤਰੀ ਧਰੁਵ ਤੋਂ ਵੀ ਪਰੇ ਠੰਡੀ ਯਖ ਉੱਤਰੀ ਪਵਨ ਦੀ ਜਨਮ ਭੂਮੀ ਵਿੱਚ ਰਹਿੰਦੇ ਹਨ। ਉੱਥੇ ਤੈਨੂੰ 3 ਬਿਰਧ ਭੈਣਾਂ ਮਿਲਣਗੀਆਂ, ਦੋਹਾਂ ਦੀ ਇੱਕ ਅੱਖ ਤੇ ਮੂੰਹ ਵਿੱਚ ਕੇਵਲ ਇੱਕ ਦੰਦ ਹੈ। ਤੂੰ ਉਹਨਾਂ ਪਾਸੋਂ ਪ੍ਰਭਾਤ ਦੇ ਤਾਰੇ ਸ਼ੁੱਕਰ ਦੀਆਂ ਧੀਆਂ ਕੋਲ ਪਹੁੰਚਣ ਦਾ ਰਾਹ ਪੁੱਛੀ। ਉਹ ਇੱਕ ਸੁਨਹਿਰੇ ਰੁੱਖ ਦੇ ਆਲੇ ਦੁਆਲੇ, ਜੋ ਉਕੀਆਨੂਸ ਸਾਗਰ ਦੇ ਪੱਛਮ ਵਿੱਚ ਇੱਕ ਟਾਪੂ ਤੇ ਉੱਗਿਆ ਹੋਇਆ ਹੈ, ਨਾਚ ਕਰ ਰਹੀਆਂ ਹੋਣਗੀਆਂ। ਉਹ ਅਪਰਛਾਵਾਂ ਤੈਨੂੰ ਮੈਡੂਸਾ ਤੱਕ ਪਹੁੰਚਣ ਦਾ ਰਾਹ ਦੱਸਣਗੀਆਂ। ਉਹ ਮੇਰੀ ਧੁਰਦੀ ਵੈਰਨ ਹੈ ਤੇ ਡਰਾਉਣੇ ਦੈਂਤ ਆਕਾਰ ਪਸ਼ੂਆਂ ਦੀ ਮਾਂ ਹੈ। ਤੂੰ ਉਹਨੂੰ ਜਾਨੋਂ ਮਾਰ ਕੇ ਛੱਡੀ। ਕਿਸੇ ਸਮੇਂ ਉਹ ਪ੍ਰਭਾਤ ਵਾਂਗ ਸੁੰਦਰ ਹੁੰਦੀ ਸੀ। ਪਤਾ ਨਹੀਂ ਉਹਦੀ ਮੱਤ ਤੇ ਕੀ ਪਰਦਾ ਪੈ ਗਿਆ ਕਿ ਉਹ ਇੱਕ ਪਾਪ ਕਰ ਬੈਠੀ, ਜਿਸ ਤੋਂ ਕਿ ਸੂਰਜ ਦੇਵਤੇ ਨੇ ਵੀ ਸ਼ਰਮ ਦੇ ਮਾਰੇ ਮੂੰਹ ਲੁਕੋ ਲਿਆ।
ਉਸ ਦਿਨ ਤੋਂ ਉਹਦੇ ਵਾਲ ਸੱਪ ਸਪੋਲੀਆਂ ਵਿੱਚ ਬਦਲ ਗਏ ਤੇ ਉਹਦੇ ਹੱਥਾਂ ਨੇ ਬਾਜ਼ ਦੇ ਪੰਜਿਆਂ ਦਾ ਰੂਪ ਧਾਰਨ ਕਰ ਲਿਆ। ਉਹਦਾ ਮਨ ਕ੍ਰੋਧ ਤੇ ਸ਼ਰਮ ਨਾਲ ਭਰ ਗਿਆ ਤੇ ਉਹਦੀ ਜੀਭ ਜ਼ਹਿਰ ਦਾ ਸੋਮਾ ਬਣ ਗਈ। ਉਹਦੀਆਂ ਅੱਖਾਂ ਇਤਨੀਆਂ ਡਰਾਉਣੀਆਂ ਬਣ ਗਈਆਂ ਕਿ ਜੋ ਵੀ ਇੱਕ ਵਾਰ ਉਸ ਵੱਲ ਵੇਖ ਲਏ ਉਹ ਪੱਥਰ ਬਣ ਜਾਂਦਾ ਹੈ। ਉਹਦੇ ਦੋਵਾਂ ਬੱਚਿਆਂ ਵਿੱਚੋਂ ਇੱਕ ਤਾਂ ਪਰਾਂ ਵਾਲਾ ਉੱਡਣਾ ਘੋੜਾ ਬਣ ਗਿਆ ਤੇ ਦੂਜਾ ਸੁਨਹਿਰੀ ਦਿਓ। ਉਹਦੇ ਪੋਤਰਿਆਂ ਵਿੱਚੋਂ ਇਹ ਚਿਦਨਾ ਉੱਡਣਾ ਸੱਪ ਬਣ ਗਿਆ ਤੇ ਜ਼ੇਰੀਓਨ ਨਾਂ ਦਾ 3 ਸਿਰਾ ਦਿਓ ਬਣ ਗਿਆ, ਜੋ ਨਰਕ ਦੇ ਪਸ਼ੂਆਂ ਨਾਲ ਮੈਡੂਸਾ ਦੇ ਪਸ਼ੂ ਚਰਾਉਂਦਾ ਰਹਿੰਦਾ ਹੈ। ਇਹਨਾਂ ਨੂੰ ਨਾ ਛੇੜੀ, ਕਿਉਂਕਿ ਇਹ ਅਮਰ ਨੇ। ਮੈਨੂੰ ਕੇਵਲ ਮੈਡੂਸਾ ਦਾ ਸਿਰ ਹੀ ਚਾਹੀਦਾ ਹੈ, ਜੋ ਤੂੰ ਕੱਟ ਕੇ ਮੈਨੂੰ ਲਿਆ ਦੇ। ਜੇ ਤੁਹਾਡਾ ਹੱਥ ਮੇਰੀ ਪਿੱਠ ਤੇ ਹੋਇਆ ਤਾਂ ਮੈਂ ਜ਼ਰੂਰ ਉਹਦਾ ਸਿਰ ਕੱਟ ਲਿਆਵਾਂਗਾ। ਪਰਸੀਅਸ ਨੇ ਉੱਤਰ ਦਿੱਤਾ, ਪਰ ਮੈਨੂੰ ਇਹ ਤਾਂ ਦੱਸੋ, ਮੈਂ ਉਹਦੀਆਂ ਅੱਖਾਂ ਤੋਂ ਕਿਵੇਂ ਬਚਾਂਗਾ? ਕੀ ਮੈਂ ਉਹਨਾਂ ਨਾਲ ਵੇਖਦਿਆਂ ਹੀ ਪਥਰਾ ਨਹੀਂ ਜਾਵਾਂਗਾ? ਪੈਲਾਸ ਨੇ ਕਿਹਾ, ਤੂੰ ਇਹ ਲਿਸ਼ਕ ਦੀ ਢਾਲ ਨਾਲ ਲੈ ਜਾ ਤੇ ਜਦ ਤੂੰ ਉਹਦੇ ਨੇੜੇ ਜਾਏ ਤੂੰ ਉਹਦੇ ਵੱਲ ਵੇਖਣ ਦੀ ਥਾਂ ਇਸ ਢਾਲ ਵਿੱਚ ਉਹਦੀ ਸ਼ਕਲ ਨੂੰ ਵੇਖੀ। ਇਸ ਤਰ੍ਹਾਂ ਤੂੰ ਉਸ ਤੇ ਠੀਕ ਵਾਰ ਕਰ ਸਕੇਗਾ। ਜਿਸ ਵੇਲੇ ਤੂੰ ਉਹਦਾ ਸਿਰ ਲਾ ਦੇਵੇਂ, ਮੂੰਹ ਪਰੇ ਕਰਕੇ ਉਹਨੂੰ ਇੱਕ ਬੱਕਰੇ ਦੀ ਖੱਲ ਵਿੱਚ ਲਪੇਟ ਲਈ, ਜਿਸ ਤੇ ਇਹ ਢਾਲ ਲਟਕ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਨਾ ਕੇਵਲ ਦੇਵਲੋਕ ਵਿੱਚ ਬਲਕਿ ਸਾਰੀ ਦੁਨੀਆ ਵਿੱਚ ਅਮਰ ਹੋ ਜਾਵੇਗਾ। ਪਰਸੀਅਸ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ, ਭਾਵੇਂ ਮੈਂ ਰਾਹ ਵਿੱਚ ਹੀ ਮਰ ਖਪ ਜਾਵਾਂ, ਪਰ ਮੈਂ ਜਾਵਾਂਗਾ ਜ਼ਰੂਰ। ਹਾਂ, ਇੱਕ ਗੱਲ ਏ, ਮੈਂ ਜਹਾਜ਼ ਬਿਨਾਂ ਸਮੁੰਦਰ ਪਾਰ ਕਿਵੇਂ ਕਰਾਂਗਾ ਤੇ ਮੈਨੂੰ ਰਾਹ ਕੌਣ ਵਿਖਾਏਗਾ? ਤੇ ਜੇ ਮੈਨੂੰ ਉਸ ਨੂੰ ਪਤਾ ਲੱਗਿਆ ਕਿ ਉਹ ਓਲੰਪਸ ਦੇਵਤੇ ਹਨ ਤਾਂ ਪੈਲਾਸ ਨੇ ਪਰਸੀਅਸ ਨੂੰ ਦਿਲਾਸਾ ਦਿੰਦਿਆਂ ਕਿਹਾ, ਡਰਨ ਦੀ ਕੋਈ ਗੱਲ ਨਹੀਂ। ਜੇ ਅਸੀਂ ਇੱਕ ਇਮਤਿਹਾਨ ਵਿੱਚ ਸਫਲ ਹੋ ਜਾਈਏ ਤਾਂ ਸਾਨੂੰ ਉਸ ਤੋਂ ਵੀ ਵਧੇਰੇ ਮੁਸ਼ਕਲ ਇਮਤਿਹਾਨ ਵਿੱਚੋਂ ਲੰਘਣਾ ਪੈਂਦਾ ਹੈ। ਉਹ ਪਰਛਾਵਾਂ ਤੈਨੂੰ ਮੈਡੂਸਾ ਤੱਕ ਲੈ ਜਾਵੇਗਾ। ਮੈਡੂਸਾ ਤੱਕ ਪਹੁੰਚ ਵੀ ਗਿਆ ਤਾਂ ਮੈਂ ਉਹਨੂੰ ਜਾਨਣ ਮਾਰਨ ਵਿੱਚ ਕਿਵੇਂ ਸਫਲ ਹੋਵਾਂਗਾ, ਕਿਉਂਕਿ ਜਿਵੇਂ ਤੁਸੀਂ ਦੱਸਿਆ ਹੈ ਉਹਦੀ ਚਮੜੀ ਲੋਹੇ ਤੇ ਪਿੱਤਲ ਦੀ ਬਣੀ ਹੋਈ ਹੈ। ਇਹ ਸੁਣ ਕੇ ਪੈਲਾਸ ਦੇ ਲਾਗੇ ਖੜਾ ਦੇਵਤਾ ਬੋਲਿਆ, ਮੇਰੀਆਂ ਇਹ ਚੱਪਲਾਂ ਉਡਾ ਕੇ ਤੈਨੂੰ ਸਮੁੰਦਰੋਂ ਪਾਰ ਲੈ ਜਾਣਗੀਆਂ। ਤੂੰ ਇਹਨਾਂ ਦੀ ਮਦਦ ਨਾਲ ਆਕਾਸ਼ ਵਿੱਚ ਪੰਛੀਆਂ ਵਾਂਗ ਉੱਡ ਸਕੇਗਾ। ਤੈਨੂੰ ਪਤਾ ਨਹੀਂ, ਮੈਂ ਹਰਮੀਜ਼ ਹਾਂ, ਓਲੰਪਸ ਦੀ ਚੋਟੀ ਤੇ ਰਹਿਣ ਵਾਲੇ ਦੇਵਤਿਆਂ ਦਾ ਹਰਕਾਰਾ, ਜਿਹਨੇ ਦਿਓ ਆਰਗਸ ਨੂੰ ਮਾਰਿਆ ਸੀ। ਪਰਸੀਅਸ ਉਹਨਾਂ ਦੋਹਾਂ ਦੇ ਪੈਰਾਂ ਤੇ ਡਿੱਗ ਪਿਆ। ਹਰਮੀਜ਼ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ਮੇਰੀ ਗੱਲ ਧਿਆਨ ਨਾਲ ਸੁਣ। ਇਹ ਤਾਂ ਚੱਪਲ ਤੈਨੂੰ ਸਿੱਧਾ ਆਪਣੇ ਨਿਸ਼ਾਨੇ ਤੇ ਲੈ ਜਾਣਗੀਆਂ ਤੇ ਤੈਨੂੰ ਕਰਾਹੇ ਵੀ ਨਹੀਂ ਪੈਣ ਦੇਣਗੀਆਂ। ਦੂਜੇ, ਇਹ ਲੈ ਮੇਰੀ ਕਟਾਰ, ਇਸ ਨਾਲ ਮੈਂ ਦੈਂਤ ਆਰਗਸ ਨੂੰ ਜਾਨੋਂ ਮਾਰਿਆ ਸੀ। ਇਹਦੇ ਇੱਕੋ ਵਾਰ ਨਾਲ ਹੀ ਮੈਡੂਸਾ ਦਾ ਸਿਰ ਤੁਹਾਡੇ ਨਾਲੋਂ ਅਲੱਗ ਹੋ ਜਾਵੇਗਾ। ਬਸ ਹੁਣ ਦੇਰੀ ਨਾ ਕਰ ਤੇ ਦੋਵੇਂ ਚੀਜ਼ਾਂ ਪਹਿਨ ਤੇ ਆਪਣੇ ਸਫ਼ਰ ਤੇ ਤੁਰਨ ਦੀ ਕਰ। ਪਰਸੀਅਸ ਉੱਠਿਆ, ਉਹਨੇ ਚੱਪਲਾਂ ਪੈਰੀਂ ਪਾ ਲਈਆਂ ਤੇ ਕਟਾਰ ਕਮਰ ਕੱਸੇ ਵਿੱਚ ਅੜਾ ਲਈ। ਇਹ ਵੇਖ ਕੇ ਪੈਲਾਸ ਨੇ ਕਿਹਾ, ਚੱਲ ਮਾਰ ਇਸ ਚਟਾਨ ਤੋਂ ਛਾਲ ਤੇ ਹਵਾ ਹੋ ਜਾ। ਪਰ ਪਰਸੀਅਸ ਕੁਝ ਝਿਜਕਿਆ ਤੇ ਪੁੱਛਣ ਲੱਗਾ ਕਿ ਤੁਰਨ ਤੋਂ ਪਹਿਲਾਂ ਮੈਂ ਆਪਣੀ ਮਾਤਾ ਤੇ ਡਿਕਟਸ ਨੂੰ ਨਾ ਮਿਲ ਲਵਾਂ। ਪੈਲਾਸ ਨੇ ਉੱਤਰ ਦਿੱਤਾ, ਨਹੀਂ, ਬਿਲਕੁਲ ਨਹੀਂ। ਹੋ ਸਕਦਾ ਹੈ ਮਾਤਾ ਦੇ ਪਿਆਰ ਕਰਕੇ ਤੂੰ ਆਪਣਾ ਨਿਸ਼ਾਨਾ ਹੀ ਤਿਆਗ ਦੇਵੇਂ। ਤੂੰ ਆਪਣੀ ਮਾਤਾ ਦਾ ਰਤਾ ਵੀ ਫਿਕਰ ਨਾ ਕਰ, ਮੈਂ ਉਹਦਾ ਪੂਰਾ ਖਿਆਲ ਰੱਖਾਂਗੀ। ਪਰਸੀਅਸ ਨੇ ਜਦ ਚਟਾਨ ਤੋਂ ਥੱਲੇ ਵੱਲ ਨਜ਼ਰ ਮਾਰੀ ਤਾਂ ਉਹ ਕੁਝ ਘਬਰਾ ਗਿਆ। ਅੰਤ ਨੂੰ ਉਹਨੇ ਹੌਸਲਾ ਕਰਕੇ ਛਾਲ ਮਾਰ ਹੀ ਦਿੱਤੀ, ਪਰ ਥੱਲੇ ਡਿੱਗਣ ਦੀ ਥਾਂ ਉਹ ਹਵਾ ਦੇ ਵਹਿਣ ਵਿੱਚ ਵਗਣਾ ਸ਼ੁਰੂ ਹੋ ਗਿਆ। ਉਹਦੇ ਕੁਝ ਦੂਰ ਜਾ ਕੇ ਪਿਛਾਂਹ ਵੱਲ ਝਾਤੀ ਮਾਰੀ, ਪਰ ਪੈਲਾਸ ਅਤੇ ਹਰਮੀਜ਼ ਦੋਵੇਂ ਅਲੋਪ ਹੋ ਚੁੱਕੇ ਸਨ ਤੇ ਉਹ ਉੱਤਰ ਦਿਸ਼ਾ ਵੱਲ ਸਫ਼ਰ ਤੇ ਬੇਮੁਹਾਰੇ ਜਾ ਰਿਹਾ ਸੀ। ਪਰਸੀਅਸ ਨੇ ਮੈਡੂਸਾ ਨੂੰ ਕਿਵੇਂ ਮਾਰਿਆ? ਇਸ ਤਰ੍ਹਾਂ ਪਰਸੀਅਸ ਸਮੁੰਦਰਾਂ ਤੇ ਟਾਪੂਆਂ ਤੋਂ ਲੰਘਦਾ ਹੋਇਆ ਆਪਣੇ ਸਫ਼ਰ ਤੇ ਤੁਰ ਪਿਆ। ਉਹਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਕਿਉਂਕਿ ਉਹ ਜਾਦੂ ਦੀਆਂ ਚੱਪਲਾਂ ਨਾਲ ਇੱਕ ਦਿਨ ਵਿੱਚ 7 ਦਿਨਾਂ ਦਾ ਪੈਂਡਾ ਕਰ ਸਕਦਾ ਸੀ। ਸਿੰਥਸ, ਸਿਓਸ ਤੇ ਸਾਈਕਲੇਡੀਜ਼ ਦੇ ਟਾਪੂਆਂ ਤੋਂ ਹੁੰਦਾ ਆਇਆ ਉਹ ਐਟਿਕਾ, ਉੱਥੋਂ ਏਥਨਜ਼, ਥੀਬਸ ਵੱਲ ਤੇ ਫਿਰ ਪਿਡਸ ਦੀ ਚੋਟੀ ਤੋਂ ਲੰਘਦਾ ਹੋਇਆ ਥੈਸਲ ਦੇ ਮੈਦਾਨੀ ਇਲਾਕੇ ਵਿੱਚ ਪਹੁੰਚਿਆ। ਉਹਨੂੰ ਵੀ ਪਿਛਾਂਹ ਛੱਡਦਾ ਹੋਇਆ ਉਹ ਉੱਤਰ ਵੱਲ ਥੈਰਸ ਦੇ ਪਹਾੜਾਂ ਤੇ ਕਈ ਜੰਗਲੀ ਕਬੀਲਿਆਂ ਦੇ ਰਹਿਣ ਵਾਲੇ ਇਲਾਕਿਆਂ ਤੇ ਈਸਟਰਨ ਨਦੀ ਨੂੰ ਪਾਰ ਕਰਦਾ ਹੋਇਆ ਸਿੱਧੀਆ ਦੇ ਮੈਦਾਨਾਂ ਲਾਗੇ ਪਹੁੰਚਿਆ। ਉਹ ਉਹਨਾਂ ਨੂੰ ਵੀ ਪਾਰ ਕਰਦਾ ਹੋਇਆ ਕਈ ਦਿਨਾਂ ਦੀ ਉਡਾਰੀ ਪਿੱਛੋਂ ਇੱਕ ਬੇਨਾਮ ਦੇਸ਼ ਵਿੱਚ ਪਹੁੰਚਿਆ। ਉਹ ਨਿਰਾ ਨਰਕ ਦਾ ਨਕਸ਼ਾ ਸੀ। ਪਰਸੀਅਸ ਨੂੰ ਉਸ ਵਿੱਚੋਂ ਲੰਘਦਿਆਂ 7 ਦਿਨ ਲੱਗ ਗਏ। ਉਹ ਇਲਾਕਾ ਐਸਾ ਸੀ, ਜੇ ਕੋਈ ਸੁਪਨੇ ਵਿੱਚ ਵੀ ਉਹਨੂੰ ਵੇਖ ਲਏ ਉਹ ਸ਼ੁਕਰ ਕਰਦਾ ਸੀ ਉਹ ਸੱਚਮੁੱਚ ਉੱਥੇ ਨਹੀਂ ਸੀ। ਫਿਰ ਉਹ ਉੱਡਦਾ ਉੱਡਦਾ ਉਸ ਥਾਂ ਪਹੁੰਚਿਆ ਜਿੱਥੇ ਸਦਾ ਹਨੇਰੀ ਰਾਤ ਹੁੰਦੀ ਹੈ। ਇੱਥੇ ਹਵਾ ਵਿੱਚ ਖੰਭ ਹੀ ਖੰਭ ਉੱਡਦੇ ਨਜ਼ਰ ਮਹਿਸੂਸ ਹੁੰਦੇ ਸਨ ਤੇ ਜ਼ਮੀਨ ਜੰਮੀ ਹੋਈ ਬਰਫ਼ ਕਾਰਨ ਲੋਹੇ ਵਰਗੀ ਸਖਤ ਹੈ। ਆਖਰ ਇੱਥੇ ਉਹਨੂੰ 3 ਬੁੱਢੀਆਂ ਭੈਣਾਂ ਦਿਸੀਆਂ ਜੋ ਜੰਮੇ ਹੋਏ ਸਮੁੰਦਰ ਦੇ ਕੰਢੇ ਲਾਗੇ ਇੱਕ ਲੱਕੜ ਦੀ ਗੇਲੀ ਤੇ ਸਰਦੀਆਂ ਦੇ ਚੰਦਰਮਾ ਦੀ ਚਾਨਣੀ ਵਿੱਚ ਊਂਘ ਰਹੀਆਂ ਸਨ। ਉੱਥੋਂ ਚੱਲ ਕੇ ਉਹ ਇੱਕ ਐਸੇ ਦੇਸ਼ ਪਹੁੰਚਿਆ ਜਿੱਥੇ ਰਾਤ ਰਾਣੀ ਦਾ ਰਾਜ ਮੁੱਕਦਾ ਹੀ ਨਹੀਂ ਸੀ ਤੇ ਰਾਤ ਅਤੇ ਦਿਨ ਦੀ ਸਾਂਝੀ ਸੀਮਾ ਸ਼ੁਰੂ ਹੁੰਦੀ ਸੀ। ਉੱਥੇ ਦਿਨ ਬ ਦਿਨ ਸੂਰਜ ਉੱਪਰ ਅਤੇ ਹੋਰ ਉੱਪਰ ਚੜ੍ਹਨ ਲੱਗ ਪਿਆ। ਸ਼ਾਮ ਵੇਲੇ ਉਹ ਅਚਾਨਕ ਇੱਕਦਮ ਸਮੁੰਦਰ ਵਿੱਚ ਅਲੋਪ ਹੋ ਜਾਂਦਾ ਤੇ ਸਵੇਰੇ ਇੱਕਦਮ ਚੜ੍ਹ ਜਾਂਦਾ।
ਪਰਸੀਅਸ ਸਮੁੰਦਰੀ ਪੰਛੀਆਂ ਵਾਂਗ ਸਮੁੰਦਰ ਦੀਆਂ ਛੱਲਾਂ ਨਾਲ ਸਫ਼ਰ ਕਰਦਾ ਰਿਹਾ। ਉਹ ਬਿਨਾਂ ਪਾਣੀ ਨੂੰ ਛੂਹਿਆਂ ਇੱਕ ਛੱਲ ਤੋਂ ਦੂਜੀ ਛੱਲ ਤੇ ਛਾਲਾਂ ਮਾਰ ਕੇ ਅਗਾਂਹ ਜਾਂਦਾ ਰਿਹਾ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਤਨਾ ਪੈਂਡਾ ਤੈਅ ਕਰਨ ਦੇ ਬਾਵਜੂਦ ਉਹ ਰੱਤੀ ਨਹੀਂ ਸੀ ਥੱਕਿਆ। ਆਖਰ ਉਹਨੇ ਦੂਰ ਸਾਹਮਣੇ ਵੱਲ ਇੱਕ ਵੱਡਾ ਪਹਾੜ ਵੇਖਿਆ ਜੋ ਡੁੱਬਦੇ ਸੂਰਜ ਦੀਆਂ ਕਿਰਨਾਂ ਵਿੱਚ ਗੁਲਾਬੀ ਰੰਗ ਨਾਲ ਰੰਗਿਆ ਜਾਪਦਾ ਸੀ। ਉਹਦਾ ਦਾਮਨ ਇੱਕ ਸੰਘਣੇ ਜੰਗਲ ਵਿੱਚ ਲੁਕਿਆ ਹੋਇਆ ਸੀ ਤੇ ਉਹਦੀ ਚੋਟੀ ਬੱਦਲਾਂ ਨਾਲ ਢੱਕੀ ਹੋਈ ਸੀ। ਪਰਸੀਅਸ ਨੂੰ ਪਤਾ ਲੱਗਿਆ ਕਿ ਇਹ ਐਟਲਸ ਨਾਮੀ ਪਹਾੜ ਹੈ ਜਿਸ ਨੇ ਆਕਾਸ਼ ਨੂੰ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ। ਜਲਦੀ ਹੀ ਧਰਤੀ ਲਾਗੇ ਆ ਗਈ ਤੇ ਉਹ ਛਾਲ ਮਾਰ ਕੇ ਕੰਢੇ ਤੇ ਜਾ ਖੜੋਤਾ। ਉੱਥੋਂ ਦੀਆਂ ਸੁੰਦਰ ਘਾਟੀਆਂ ਵਿੱਚ ਥਾਂ ਝਰਨੇ ਵਗ ਰਹੇ ਸਨ। ਉੱਚੇ ਰੁੱਖ, ਅਨੋਖੇ ਕਿਸਮ ਦੀਆਂ ਝਾੜੀਆਂ ਤੇ ਫੁੱਲ ਵਿੱਚ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਸਨ। ਪਰ ਉੱਥੇ ਕਿਸੇ ਵੀ ਵਸੋਂ ਦਾ ਨਾਂ ਨਿਸ਼ਾਨ ਨਹੀਂ ਸੀ। ਉੱਥੇ ਨਾ ਕੋਈ ਘਰ ਸੀ, ਨਾ ਘਾਟ, ਨਾ ਹੀ ਆਦਮੀ, ਨਾ ਆਦਮੀ ਦੀ ਜਾਨ। ਆਖਰ ਕਿਸੇ ਦੇ ਗਾਉਣ ਦੀ ਸੁਰੀਲੀ ਆਵਾਜ਼ ਉਹਦੇ ਕੰਨੀ ਪਈ। ਇਸ ਤੋਂ ਉਹਨੇ ਅਨੁਮਾਨ ਲਾ ਲਿਆ ਕਿ ਉਹ ਉਸ ਬਾਗ ਵਿੱਚ ਪਹੁੰਚ ਗਿਆ ਹੈ ਜਿੱਥੇ ਸ਼ਾਮ ਦੇ ਤਾਰੇ ਸ਼ੁੱਕਰ ਦੀਆਂ ਲੜਕੀਆਂ ਰਹਿੰਦੀਆਂ ਹਨ। ਉਹ ਸੁੰਦਰੀਆਂ ਸੰਘਣੇ ਰੁੱਖਾਂ ਵਿੱਚ ਲੁਕੀਆਂ ਬੁਲਬੁਲਾਂ ਵਾਂਗ ਗਾ ਰਹੀਆਂ ਸਨ। ਪਰਸੀਅਸ ਉਹਨਾਂ ਦੇ ਦਿਲ ਖਿੱਚਵੇਂ ਗੀਤ ਸੁਣਨ ਲਈ ਉੱਥੇ ਰੁਕ ਗਿਆ, ਪਰ ਜਿਸ ਬੋਲੀ ਵਿੱਚ ਉਹ ਗਾ ਰਹੀਆਂ ਸਨ ਉਹਨੂੰ ਬਿਲਕੁਲ ਸਮਝ ਨਾ ਲੱਗੀ। ਉਹਨਾਂ ਦੀ ਬੋਲੀ ਕੋਈ ਅਨੋਖੀ ਹੀ ਸੀ। ਕੁਝ ਸੋਚ ਕੇ ਉਹ ਅਗਾਂਹ ਵਧਿਆ ਤੇ ਕੀ ਵੇਖਦਾ ਹੈ ਕਿ ਉਹ ਇੱਕ ਵੱਡੇ ਸਾਰੇ ਰੁੱਖ ਦੇ ਦੁਆਲੇ ਹੱਥ ਵਿੱਚ ਹੱਥ ਪਾ ਕੇ ਨੱਚ ਰਹੀਆਂ ਹਨ। ਉਹ ਰੁੱਖ ਸੁਨਹਿਰੀ ਫੁੱਲਾਂ ਨਾਲ ਲੱਦਿਆ ਹੋਇਆ ਸੀ। ਉਹਦੇ ਤਣੇ ਲਾਗੇ ਇੱਕ ਬੜਾ ਵੱਡਾ ਅਜ਼ਦਹਾ ਵੱਲ ਪਾਈ ਬੈਠਾ ਹੋਇਆ ਸੀ। ਉਸਦਾ ਨਾਂ ਲੇਡਨ ਸੀ ਤੇ ਉਹ ਇੱਕ ਪਲ ਭਰ ਵੀ ਅੱਖ ਨਹੀਂ ਸੀ ਚਮਕਦਾ। ਉਹ ਆਪਣੀਆਂ ਚਮਕਦੀਆਂ ਖੁਸ਼ਕ ਅੱਖਾਂ ਨਾਲ ਇੱਕ ਟਿਕ ਲਾ ਕੇ ਉਹਨਾਂ ਦੇ ਗੀਤ ਸੁਣ ਰਿਹਾ ਸੀ। ਪਰਸੀਅਸ ਉੱਥੇ ਰੁਕ ਗਿਆ, ਇਸ ਲਈ ਨਹੀਂ ਕਿ ਉਹ ਡਰਾਉਣ ਅਜ਼ਦਹਾ ਕੋਲੋਂ ਡਰ ਗਿਆ ਸੀ, ਪਰ ਇਸ ਲਈ ਕਿ ਉਹ ਉਹਨਾਂ ਸੁੰਦਰੀਆਂ ਕੋਲੋਂ ਸੰਗਦਾ ਸੀ। ਜਦ ਉਹਨਾਂ ਸੁੰਦਰੀਆਂ ਦੀ ਪਰਸੀਅਸ ਤੇ ਨਜ਼ਰ ਪਈ, ਉਹ ਵੀ ਇੱਕਦਮ ਰੁਕ ਗਈਆਂ ਤੇ ਕੰਬਦੀ ਆਵਾਜ਼ ਨਾਲ ਉਹਨਾਂ ਨੂੰ ਪੁੱਛਣ ਲੱਗੀਆਂ, ਅਜਨਬੀ, ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ? ਤੂੰ ਬਹਾਦਰ ਹੈਰਾਕਲੀਸ ਦਾ ਤਾਂ ਨਹੀਂ ਜੋ ਸਾਡੇ ਬਾਗ ਦੇ ਇਹਨਾਂ ਸੁਨਹਿਰੀ ਫਲਾਂ ਨੂੰ ਲੁੱਟਣਾ ਚਾਹੁੰਦਾ ਹੈ? ਉਹਨੇ ਉੱਤਰ ਦਿੱਤਾ, ਮੈਂ ਯੋਧਾ ਹੈਰਾਕਲੀਸ ਤਾਂ ਨਹੀਂ ਤੇ ਨਾ ਹੀ ਮੈਨੂੰ ਤੁਹਾਡੇ ਸੁਨਹਿਰੀ ਫਲਾਂ ਦੀ ਕੋਈ ਲੋੜ ਹੈ। ਮੈਂ ਤਾਂ ਕੇਵਲ ਤੁਹਾਡੇ ਪਾਸੋਂ ਮੈਡੂਸਾ ਤੱਕ ਪਹੁੰਚਣ ਦਾ ਰਾਹ ਪੁੱਛਣ ਆਇਆ ਹਾਂ ਤਾਂ ਜੋ ਮੈਂ ਉੱਥੇ ਜਾ ਕੇ ਉਹਦਾ ਸਿਰ ਲਾ ਕੇ ਲਿਆਵਾਂ। ਉਹਨਾਂ ਸੁੰਦਰੀਆਂ ਵਿੱਚ ਇੱਕ ਨੇ ਕਿਹਾ, ਤੈਨੂੰ ਇਤਨੀ ਕਾਹਲ ਕਾਹਦੀ ਹੈ? ਤੂੰ ਸਾਡੇ ਪਾਸ ਹੀ ਠਹਿਰ ਜਾ ਤੇ ਸਾਡੇ ਨਾਲ ਇਸ ਬਾਗ ਵਿੱਚ ਜਿੱਥੇ ਸਦਾ ਬਹਾਰ ਰਹਿੰਦੀ ਹੈ ਇਸ ਸੁਨਹਿਰੀ ਫਲਾਂ ਵਾਲੇ ਰੁੱਖ ਦੇ ਦੁਆਲੇ ਨਾਚ ਵਿੱਚ ਸਾਡਾ ਸਾਥ ਦੇ। ਸਾਨੂੰ ਇਸ ਦੇ ਦੁਆਲੇ ਨੱਚਦਿਆਂ ਨੂੰ ਹਜ਼ਾਰਾਂ ਸਾਲ ਹੋ ਗਏ ਹਨ ਤੇ ਅਸੀਂ ਇਕੱਲਿਆਂ ਨੱਚ ਕੇ ਤੰਗ ਆ ਗਈਆਂ ਵਾਂ। ਅਸੀਂ ਚਾਹੁੰਦੀਆਂ ਹਾਂ ਕਿ ਕੋਈ ਨਵਾਂ ਸਾਥੀ ਆ ਕੇ ਸਾਡੇ ਨਾਲ ਨਾਚ ਕਰੇ। ਇਸ ਲਈ ਸਾਡੀ ਬੇਨਤੀ ਹੈ ਕਿ ਤੂੰ ਇੱਥੇ ਠਹਿਰ ਤੇ ਸਾਡੇ ਨਾਲ ਆ ਕੇ ਨਾਚ ਕਰ। ਪਰਸੀਅਸ ਨੇ ਕਿਹਾ, ਖਿਮਾ ਕਰਨਾ, ਮੈਂ ਤੁਹਾਡੀ ਬੇਨਤੀ ਕਬੂਲ ਕਰਨ ਤੋਂ ਅਸਮਰੱਥ ਹਾਂ। ਮੈਂ ਦੇਵਤਿਆਂ ਵੱਲੋਂ ਸੌਂਪੇ ਗਏ ਇੱਕ ਖਾਸ ਕੰਮ ਨੂੰ ਪੂਰਾ ਕਰਨ ਲਈ ਆਇਆ ਵਾਂ। ਜਲਦੀ ਦੱਸੋ ਮੈਡੂਸਾ ਕਿੱਥੇ ਰਹਿੰਦੀ ਹੈ ਤੇ ਉਸ ਤੱਕ ਪਹੁੰਚਣ ਦਾ ਰਸਤਾ ਕਿਹੜਾ ਹੈ? ਮੈਨੂੰ ਡਰ ਏ ਕਿਤੇ ਮੈਂ ਕੁਰਾਏ ਪੈ ਕੇ ਸਮੁੰਦਰ ਦੀਆਂ ਲਹਿਰਾਂ ਵਿੱਚ ਹੀ ਨਾ ਮਰ ਖਪ ਜਾਵਾਂ। ਇਹ ਸੁਣ ਕੇ ਉਹ ਅਪਛਰਾਵਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਹ ਹੌਕੇ ਲੈਂਦੀਆਂ ਕਹਿਣ ਲੱਗੀਆਂ, ਤੈਨੂੰ ਪਤਾ ਨਹੀਂ, ਜਿਸ ਤੇ ਵੀ ਉਹਦੀ ਨਜ਼ਰ ਪੈ ਜਾਵੇ ਉਹ ਉਸੇ ਵੇਲੇ ਪੱਥਰ ਦਾ ਬਣ ਜਾਂਦਾ ਹੈ। ਤੂੰ ਉੱਥੇ ਜਾ ਕੇ ਕੀ ਕਰਨਾ ਹੈ? ਪਰਸੀਅਸ ਨੇ ਨਿਤੜਕ ਹੋ ਕੇ ਜੋ ਉੱਤਰ ਦਿੱਤਾ, ਬੁਜ਼ਦਿਲ ਬਣ ਕੇ ਜਿਉਣ ਨਾਲੋਂ ਬਹਾਦਰਾਂ ਦੀ ਮੌਤ ਮਰਨਾ 1000 ਗੁਣਾ ਚੰਗਾ ਹੈ। ਜਿਸ ਦਾ ਦੇਵਤੇ ਸਾਥ ਦੇਣ ਉਹਨੂੰ ਕਾਹਦਾ ਡਰ ਹੈ? ਮੇਰੇ ਵਰਤਨ ਲਈ ਦੇਵਤਿਆਂ ਨੇ ਮੈਨੂੰ ਆਪਣੇ ਸ਼ਸਤਰ ਬਖਸ਼ੇ ਨੇ ਤੇ ਉਹੀ ਮੈਨੂੰ ਮੈਡੂਸਾ ਨੂੰ ਮਾਰਨ ਲਈ ਹਿੰਮਤ ਤੇ ਬਲ ਬਖਸ਼ਣਗੇ। ਉਹਨਾਂ ਅਪਛਰਾਵਾਂ ਨੇ ਫੇਰ ਠੰਡਾ ਹੋਕਾ ਭਰ ਕੇ ਕਿਹਾ, ਜੇ ਤੂੰ ਖਾਮ-ਖਾ ਮੌਤ ਸਿਹੜਨ ਤੇ ਤੁਲਿਆ ਹੋਇਆ ਤਾਂ ਤੇਰੀ ਮਰਜ਼ੀ। ਸਾਨੂੰ ਮੈਡੂਸਾ ਦੇ ਰਹਿਣ ਦੀ ਥਾਂ ਬਾਰੇ ਕੁਝ ਨਹੀਂ ਪਤਾ, ਪਰ ਅਸੀਂ ਤੇਰੇ ਚਾਚੇ ਦਿਓ ਐਟਲਸ ਤੋਂ, ਜੋ ਪਹਾੜ ਦੀ ਚੋਟੀ ਤੇ ਰਹਿੰਦਾ ਹੈ, ਪੁੱਛ ਕੇ ਦੱਸ ਸਕਦੀਆਂ ਹਾਂ। ਉਹ ਪਹਾੜ ਤੇ ਬੈਠਾ ਦੂਰ ਤੱਕ ਵੇਖ ਸਕਦਾ ਹੈ। ਉਹ ਹੀ ਦੱਸੇਗਾ ਕਿ ਮੈਡੂਸਾ ਕਿੱਥੇ ਰਹਿੰਦੀ ਹੈ। ਸੋ ਉਹ ਸਭ ਪਰਸੀਅਸ ਨੂੰ ਨਾਲ ਲੈ ਕੇ ਪਹਾੜ ਦੀ ਚੋਟੀ ਤੇ ਆਪਣੇ ਚਾਚੇ ਐਟਲਸ ਪਾਸ ਗਈਆਂ। ਉਸ ਵਕਤ ਦਿਓ ਗੋਡਿਆਂ ਭਾਰ ਬੈਠਾ ਸੀ। ਉਹ ਥੰਮ ਵਾਂਗ ਆਕਾਸ਼ ਨੂੰ ਧਰਤੀ ਦੇ ਡਿੱਗਣ ਤੋਂ ਬਚਾ ਰਿਹਾ ਸੀ। ਜਦ ਉਹਨੂੰ ਮੈਡੂਸਾ ਦੇ ਰਹਿਣ ਦੀ ਥਾਂ ਬਾਰੇ ਪੁੱਛਿਆ ਤਾਂ ਬੜੀ ਸੰਜੀਦਗੀ ਨਾਲ ਆਪਣੇ ਦੈਂਤਕਾਰ ਹੱਥ ਨਾਲ ਦੂਰ ਇੱਕ ਸਮੁੰਦਰੀ ਟਾਪੂ ਵੱਲ ਇਸ਼ਾਰਾ ਕਰਦਿਆਂ ਕਹਿਣ ਲੱਗਾ, ਉਸ ਦੂਰ ਦਿਸ ਰਹੇ ਟਾਪੂ ਤੇ ਬੈਠੀ ਮੈਡੂਸਾ ਮੈਨੂੰ ਸਾਫ਼ ਨਜ਼ਰ ਆ ਰਹੀ ਹੈ, ਪਰ ਇਹ ਲੜਕਾ ਉਸ ਟਾਪੂ ਲਾਗੇ ਫੜਕ ਵੀ ਨਹੀਂ ਸਕਦਾ ਜਦ ਤੱਕ ਇਹ ਜਾਦੂ ਦੀ ਟੋਪੀ ਸਿਰ ਤੇ ਨਾ ਰੱਖ ਲਵੇ। ਇਸ ਦੇ ਪਹਿਨਣ ਨਾਲ ਮਨੁੱਖ ਅਦ੍ਰਿਸ਼ਟ ਹੋ ਜਾਂਦਾ ਹੈ ਤੇ ਖਤਰਿਆਂ ਤੋਂ ਬਚਿਆ ਰਹਿੰਦਾ ਹੈ। ਪਰਸੀਅਸ ਇੱਕਦਮ ਬੋਲ ਉੱਠਿਆ, ਤਾਂ ਮੈਨੂੰ ਦੱਸੋ ਟੋਪੀ ਕਿੱਥੇ ਹੈ ਤਾਂ ਜੋ ਮੈਂ ਉਹਨੂੰ ਲੱਭ ਲਿਆਵਾਂ। ਇਹ ਸੁਣ ਕੇ ਦਿਓ ਮੁਸਕਰਾਇਆ ਤੇ ਕਹਿਣ ਲੱਗਾ, ਕੋਈ ਵੀ ਜੀਵ ਉਸ ਟੋਪੀ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਉਹ ਪਤਾਲ ਵਿੱਚ ਪਈ ਹੋਈ ਹੈ ਜਿੱਥੇ ਜੀਵ ਮਰਨ ਤੋਂ ਪਿੱਛੋਂ ਹੀ ਜਾ ਸਕਦਾ ਹੈ। ਮੇਰੀਆਂ ਭਤੀਜੀਆਂ ਅਮਰ ਨੇ, ਕੇਵਲ ਉਹ ਹੀ ਤੇਰੇ ਲਈ ਟੋਪੀ ਪਤਾਲ ਤੋਂ ਲਿਆ ਸਕਦੀਆਂ ਨੇ, ਪਰ ਜੇ ਤੂੰ ਮੇਰੇ ਨਾਲ ਇੱਕ ਪੱਕਾ ਵਾਅਦਾ ਕਰ। ਪਰਸੀਅਸ ਨੇ ਵਾਅਦਾ ਕਰ ਦਿੱਤਾ ਤੇ ਫਿਰ ਦਿਓ ਬੋਲਿਆ, ਜਦ ਤੂੰ ਮੈਡੂਸਾ ਦਾ ਸਿਰ ਲੈ ਕੇ ਵਾਪਸ ਮੁੜੇਗਾ
ਤਾਂ ਤੂੰ ਮੈਨੂੰ ਉਹਦੀ ਸ਼ਕਲ ਵਿਖਾਈ, ਤਾਂ ਜੋ ਮੈਂ ਉਹਦੀ ਸ਼ਕਲ ਵੇਖਦਿਆਂ ਹੀ ਪੱਥਰ ਬਣ ਜਾਵਾਂ, ਕਿਉਂਕਿ ਮੈਂ ਕਈ ਲੱਖਾਂ ਸਾਲਾਂ ਤੋਂ ਆਕਾਸ਼ ਦਾ ਭਾਰ ਚੁੱਕ ਚੁੱਕ ਕੇ ਥੱਕ ਗਿਆ ਹਾਂ। ਪਰਸੀਅਸ ਦੇ ਇਸ ਗੱਲ ਦਾ ਇਕਰਾਰ ਕਰਨ ਤੇ ਸਭ ਤੋਂ ਵੱਡੀ ਅਪੱਛਰਾ ਪਹਾੜ ਦੇ ਲਾਗੇ ਚਟਾਨਾਂ ਵਿੱਚ ਲੁਕੀ ਇੱਕ ਹਨੇਰੀ ਕੁੰਦਰ ਵਿੱਚ ਗਈ, ਜਿਸ ਵਿੱਚੋਂ ਗਰਜ ਦੀ ਆਵਾਜ਼ ਆ ਰਹੀ ਸੀ ਤੇ ਧੂਏ ਦੇ ਕਾਲੇ ਬੱਦਲ ਨਿਕਲ ਰਹੇ ਸਨ। ਇਹ ਅਸਲ ਵਿੱਚ ਨਰਕ ਨੂੰ ਜਾਣ ਵਾਲਾ ਰਸਤਾ ਸੀ। ਪਰਸੀਅਸ ਅਤੇ ਬਾਕੀ ਅਪੱਛਰਾਵਾਂ 7 ਦਿਨ ਉਸ ਨੂੰ ਉਡੀਕਦੀਆਂ ਰਹੀਆਂ। ਆਖਰ 8ਵੇਂ ਦਿਨ ਉਹ ਕੁੰਦਰ ਵਿੱਚੋਂ ਬਾਹਰ ਆਈ। ਉਹਦਾ ਚਿਹਰਾ ਪੀਲਾ ਭੂਖ ਹੋਇਆ ਪਿਆ ਸੀ ਤੇ ਅੱਖਾਂ ਚਮਕ ਰਹੀਆਂ ਸਨ ਕਿ ਉਹ 7 ਦਿਨ ਗੁੱਪ ਹਨੇਰੇ ਵਿੱਚ ਹੋ ਰਹੇ ਸਨ। ਉਹਦੇ ਹੱਥ ਵਿੱਚ ਜਾਦੂ ਦੀ ਟੋਪੀ ਪਕੜੀ ਹੋਈ ਸੀ। ਸਭ ਅਪੱਛਰਾਵਾਂ ਕਿਤਨਾ ਚਿਰ ਪਰਸੀਅਸ ਨਾਲੋਂ ਹੋਣ ਵਾਲੇ ਵਿਛੋੜੇ ਦੇ ਕਾਰਨ ਰੋਂਦੀਆਂ ਰਹੀਆਂ, ਪਰ ਪਰਸੀਅਸ ਆਪਣੇ ਸਫ਼ਰ ਤੇ ਜਾਣ ਲਈ ਉਤਾਵਲਾ ਸੀ। ਆਖਰ ਉਹਨੇ ਟੋਪੀ ਉਹਦੇ ਸਿਰ ਤੇ ਰੱਖ ਦਿੱਤੀ ਤੇ ਉਹ ਉਸੇ ਵੇਲੇ ਉਹਨਾਂ ਦੀਆਂ ਨਜ਼ਰਾਂ ਤੋਂ ਗਾਇਬ ਹੋ ਗਿਆ ਤੇ ਨਿਤੜਕ ਹੋ ਕੇ ਆਪਣੇ ਸਰਫ ਤੇ ਤੁਰ ਪਿਆ। ਰਾਹ ਵਿੱਚ ਉਸਨੇ ਬੜੇ ਭਿਆਨਕ ਦ੍ਰਿਸ਼ ਵੇਖੇ, ਪਰ ਉਹ ਜ਼ਰਾ ਨਾ ਘਬਰਾਇਆ ਤੇ ਉਸ ਟਾਪੂ ਲੱਗੇ ਜਿੱਥੇ ਕਦੀ ਕੋਈ ਜਹਾਜ਼ ਹਾਲੀ ਤੱਕ ਸੁਪਨੇ ਵਿੱਚ ਵੀ ਨਹੀਂ ਸੀ ਪਹੁੰਚ ਸਕਿਆ, ਜਿੱਥੇ ਨਾ ਦਿਨ ਹੁੰਦਾ ਹੈ ਨਾ ਰਾਤ, ਜਿੱਥੇ ਕੋਈ ਚੀਜ਼ ਥਾਂ ਟਿਕਾਣੇ ਨਹੀਂ ਹੁੰਦੀ ਤੇ ਨਾ ਹੀ ਕਿਸੇ ਚੀਜ਼ ਦਾ ਨਾਂ ਹੁੰਦਾ ਹੈ, ਪਹੁੰਚ ਗਿਆ। ਉੱਥੇ ਉਹਨੂੰ ਮੈਡੂਸਾ ਦੇ ਪਰਾਂ ਦੇ ਫੜਫੜਾਉਣ ਦੀ ਆਵਾਜ਼ ਆਈ। ਫਿਰ ਜਲਦੀ ਹੀ ਉਹਨੇ ਉਸ ਤੇ ਸ਼ੀਸ਼ੇ ਵਾਂਗ ਚਮਕ ਰਹੇ ਪੰਜਿਆਂ ਦੀ ਲਿਸ਼ਕ ਦਿਸੀ। ਉਹਨੇ ਫੌਰਨ ਤਾੜ ਲਿਆ ਕਿ ਹੁਣ ਸੰਭਲ ਜਾਣ ਦਾ ਵੇਲਾ ਹੈ। ਐਸਾ ਨਾ ਹੋਵੇ ਉਹ ਉਹਨੂੰ ਵੇਖਦਿਆਂ ਹੀ ਪੱਥਰ ਬਣ ਜਾਵੇ, ਸਭ ਬੜੀ ਮਨਾਈ ਖੇਡ ਹੀ ਵਿਗੜ ਜਾਵੇ। ਉਹਨੇ ਕੁਝ ਚਿਰ ਆਉਣ ਵਾਲੀ ਸਮੱਸਿਆ ਬਾਰੇ ਵਿਚਾਰਿਆ ਤੇ ਉਹਨੂੰ ਦੇਵੀ ਪਲਾਸ ਦੇ ਕਈ ਸ਼ਬਦ ਯਾਦ ਆ ਗਏ। ਉਹਨੇ ਹਵਾ ਵਿੱਚ ਉਤਾਂ ਇੱਕ ਉਡਾਰੀ ਮਾਰੀ ਤੇ ਢਾਲ ਦਾ ਲਿਸ਼ਕ ਰਿਹਾ ਸ਼ੀਸ਼ਾ ਆਪਣੇ ਸਿਰ ਦੇ ਉੱਪਰ ਵੱਲ ਕੀਤਾ, ਤਾਂ ਜੋ ਉਹ ਉਸ ਥੱਲੇ ਪਈ ਹੋਈ ਹਰ ਚੀਜ਼ ਨੂੰ ਚੰਗੀ ਤਰ੍ਹਾਂ ਵੇਖ ਸਕੇ। ਉਹਨੇ ਢਾਲ ਦੇ ਸ਼ੀਸ਼ੇ ਵਿੱਚ ਉਹ ਥੱਲੇ 3 ਡੈਣਾ ਸੁੱਤੀਆਂ ਪਈਆਂ ਵੇਖੀਆਂ, ਜੋ ਆਕਾਰ ਵਿੱਚ ਹਾਥੀ ਤੋਂ ਵੀ ਵੱਡੀਆਂ ਸਨ। ਉਹਨੂੰ ਪਤਾ ਸੀ ਉਹਨੂੰ ਨੇ ਵੇਖ ਨਹੀਂ ਸਕਦੀਆਂ ਕਿਉਂਕਿ ਉਹਦੇ ਸਿਰ ਤੇ ਜਾਦੂ ਦੀ ਟੋਪੀ ਰੱਖੀ ਹੋਈ ਸੀ, ਪਰ ਫਿਰ ਵੀ ਜਦ ਉਹ ਥੱਲੇ ਉਹਨਾਂ ਡੈਣਾ ਵੱਲ ਵਧਿਆ ਤਾਂ ਉਹਨਾਂ ਦੇ ਡਰਾਉਣੇ ਤੇ ਖੂਨੀ ਪੰਜਿਆਂ ਵੱਲ ਵੇਖ ਕੇ ਉਹਦਾ ਦਿਲ ਕੰਬ ਉੱਠਿਆ। 2 ਡੈਣਾ ਤਾਂ ਸੂਰ ਵਾਂਗ ਬਦਸ਼ਕਲ ਸਨ ਤੇ ਸੂਰਾਂ ਵਾਂਗ ਹੀ ਘੂਕ ਲੇਟੀਆਂ ਹੋਈਆਂ ਸਨ। ਉਹਨਾਂ ਦੇ ਦੈਂਤ ਆਕਾਰ ਪਰ ਪਾਸਿਆਂ ਤੇ ਖਿਲਰੇ ਪਏ ਸਨ, ਪਰ ਮੈਡੂਸਾ ਇੱਧਰ ਉੱਧਰ ਬੇਆਰਾਮੀ ਵਿੱਚ ਪਾਸੇ ਮਾਰ ਰਹੀ ਸੀ। ਉਹਦੀ ਸ਼ਕਲ ਵੇਖ ਕੇ ਪਰਸੀਅਸ ਨੂੰ ਬੜਾ ਤਰਸ ਆਇਆ, ਕਿਉਂਕਿ ਉਹਦੀ ਸ਼ਕਲ ਰੱਜ ਕੇ ਸੋਹਣੀ ਪਰ ਉਦਾਸ ਜਿਹੀ ਲੱਗਦੀ ਸੀ। ਉਹਦੇ ਪਰ ਸਤਰੰਗੀ ਪੀਂਗ ਵਾਂਗ ਪ੍ਰਭਾਵਿਕ ਤੇ ਚਿਹਰਾ ਪਰੀਆਂ ਵਾਂਗ ਸੁੰਦਰ ਸੀ। ਕੇਵਲ ਉਹਦੇ ਮੱਥੇ ਤੇ ਝੁਰੜੀਆਂ ਸਨ ਤੇ ਉਹਦੇ ਬੁੱਲ ਕਿਸੇ ਅਕਹਿ ਦੁੱਖ ਤੇ ਪੀੜ ਨਾਲ ਵੱਟੇ ਹੋਏ ਸਨ। ਉਹਦੀ ਮੋਰ ਵਰਗੀ ਚਿੱਟੀ ਦੁੱਧ ਗਰਦਨ ਸ਼ੀਸ਼ੇ ਵਿੱਚ ਇਤਨੀ ਚਮਕ ਰਹੀ ਸੀ ਕਿ ਪਰਸੀਅਸ ਦਾ ਉਸ ਨੂੰ ਕੱਟਣ ਤੇ ਜੀ ਨਾ ਕੀਤਾ। ਉਹ ਕਹਿਣ ਲੱਗਾ, ਕਾਸ਼ ਕਿ ਇਸਦੀ ਥਾਂ ਬਾਕੀ ਦੋਹਾਂ ਡੈਨਾਂ ਵਿੱਚੋਂ ਇੱਕ ਜਣੀ ਮੈਡੂਸਾ ਹੁੰਦੀ। ਪਰ ਜਿਵੇਂ ਹੀ ਉਸਨੇ ਮੈਡੂਸਾ ਵੱਲ ਤੱਕਿਆ, ਉਹਦੇ ਸਿਰ ਚੋਂ ਲਟਕ ਰਹੇ ਸੱਪ ਜਾਗ ਪਏ ਤੇ ਆਪਣੀਆਂ ਖੁਸ਼ਕ ਚਮਕੀਲੀਆਂ ਅੱਖਾਂ ਖੋਲ ਕੇ ਜ਼ੋਰ-ਜ਼ੋਰ ਦੀ ਫੁੰਕਾਰੇ ਮਾਰਨ ਲੱਗ ਪਏ। ਅੰਤ ਨੂੰ ਜਿਵੇਂ ਹੀ ਮੈਡੂਸਾ ਨੇ ਪਾਸਾ ਪਰਤਿਆ ਤਾਂ ਉਹਦੇ ਖੂੰਖਾਰ ਪੰਜਿਆਂ ਦੇ ਚਾਰੇ ਪਾਸੇ ਇੱਕ ਲਿਸ਼ਕ ਪਈ। ਹੁਣ ਪਰਸੀਅਸ ਨੂੰ ਪਤਾ ਲੱਗਾ ਕਿ ਮੈਡੂਸਾ ਦੀ ਉੱਪਰੀ ਸੁੰਦਰਤਾ ਦੇ ਹੇਠਾਂ ਉਹਦੇ ਵਿੱਚ ਵੀ ਉਹਦੀਆਂ ਭੈਣਾਂ ਵਰਗੀ ਹੀ ਗਲੀਜ਼ਗੀ ਤੇ ਜ਼ਰੀਲਾਪਨ ਲੁਕਿਆ ਹੋਇਆ ਹੈ। ਉਹ ਝੱਬਦੇ ਹੀ ਥੱਲੇ ਵੱਲ ਉਤਰਿਆ ਤੇ ਨਿਤੜਕ ਹੋ ਕੇ ਮੈਡੂਸਾ ਲਾਗੇ ਪਹੁੰਚਿਆ ਤੇ ਢਾਲ ਵਿੱਚੋਂ ਉਸ ਵੱਲ ਵੇਖਦਿਆਂ ਹੋਇਆਂ ਆਪਣੀ ਤਲਵਾਰ ਨਾਲ ਇੱਕ ਐਸਾ ਭਰਵਾਂ ਵਾਰ ਕੀਤਾ ਕਿ ਮੈਡੂਸਾ ਦੀ ਧੌਣ ਧੜ ਨਾਲੋਂ ਅਲੱਗ ਹੋ ਕੇ ਪਰੇ ਜਾ ਪਈ। ਉਸਨੇ ਦਬਾ ਦਬ ਉਹਦਾ ਸਿਰ ਬੱਕਰੇ ਦੀ ਖੱਲ ਵਿੱਚ ਲਪੇਟਿਆ ਤੇ ਆਪਣੀਆਂ ਅੱਖਾਂ ਉਸ ਤੋਂ ਪਰੇ ਵੱਲ ਕਰਕੇ ਉਹਨੇ ਬੜੀ ਤੇਜ਼ੀ ਨਾਲ ਉੱਪਰ ਵੱਲ ਨੂੰ ਉਡਾਰੀ ਮੇਰੀ। ਮੈਡੂਸਾ ਦੀਆਂ ਦੋਵੇਂ ਭੈਣਾਂ ਅੱਬੜਵਾਏ ਜਾਗ ਪਈਆਂ ਤੇ ਮੈਡੂਸਾ ਨੂੰ ਮਰਿਆ ਪਿਆ ਵੇਖ ਕੇ ਚਾਂਗਰਾਂ ਮਾਰਦੀਆਂ ਹੋਈਆਂ ਉਤਾਂਹ ਨੂੰ ਉੱਡ ਪਈਆਂ। ਉਹ ਲੱਭਣਾ ਚਾਹੁੰਦੀਆਂ ਸਨ ਉਹਨੂੰ ਮਾਰਨ ਵਾਲਾ ਕੌਣ ਹੈ। ਉਹਨਾਂ ਨੇ ਤਿੱਤਰ ਪਿੱਛੇ ਪਏ ਬਾਜ ਵਾਂਗ ਆਕਾਸ਼ ਵਿੱਚ ਬੇਤਹਾਸ਼ਾ 3 ਚੱਕਰ ਲਾਏ। 3 ਵਾਰ ਫਿਰ ਉਹਨਾਂ ਨੇ ਹਿਰਨ ਮਗਰ ਲੱਗੇ ਸ਼ਿਕਾਰੀ ਕੁੱਤਿਆਂ ਵਾਂਗ ਇੱਧਰ ਉੱਧਰ ਸੁੰਘਣ ਦੀ ਕੋਸ਼ਿਸ਼ ਕੀਤੀ। ਆਖਰ ਉਹਨਾਂ ਨੂੰ ਮੈਡੂਸਾ ਦੇ ਸਿਰ ਵਿੱਚੋਂ ਤ੍ਰਿਪ ਡਿਗਰੇ ਲਹੂ ਦੀ ਬੋ ਆਈ ਤੇ ਉਹ ਡਰਾਉਣੀਆਂ ਚੀਕਾਂ ਮਾਰਦੀਆਂ ਹੋਈਆਂ ਉਹਦੇ ਮਗਰ ਉੱਡ ਪਈਆਂ। ਉਹਨਾਂ ਦੇ ਪਰਾਂ ਦੀ ਆਵਾਜ਼ ਨਾਲ ਆਕਾਸ਼ ਗੂੰਜ ਉੱਠਿਆ। ਪਰਸੀਅਸ ਭਾਵੇਂ ਬੜਾ ਬਹਾਦਰ ਤੇ ਨਿਡਰ ਯੋਧਾ ਸੀ, ਪਰ ਉਹਨਾਂ ਡੈਨਾਂ ਨੂੰ ਵਾਹੂ ਦਹੀ ਆਪਣਾ ਪਿੱਛਾ ਕਰਦਿਆਂ ਵੇਖ ਇੱਕ ਵਾਰ ਤਾਂ ਉਹਦੇ ਹੋਸ਼ ਉੱਡ ਗਏ ਤੇ ਉਹ ਕਹਿਣ ਲੱਗਾ, ਮੇਰੀਓ ਚੱਪਲੋ, ਤੁਸਾਂ ਮੇਰੀ ਅੱਗੇ ਬੜੀ ਸਹਾਇਤਾ ਕੀਤੀ ਜੇ। ਇੱਕ ਵਾਰ ਹੋਰ ਹੰਬਲਾ ਮਾਰੋ ਤੇ ਮੈਨੂੰ ਇਹਨਾਂ ਜਮਾਂ ਦੇ ਦੂਤਾਂ ਕੋਲੋਂ ਬਚਾਓ। ਪਰਸੀਅਸ ਅੱਗੇ ਸੀ ਤੇ ਪਿੱਛੇ ਉਹ ਸ਼ਿਕਾਰੀ ਕੁੱਤਿਆਂ ਵਾਂਗ ਚਾਂਗਰਾਂ ਮਾਰਦੀਆਂ ਹੋਈਆਂ ਅੰਨ੍ਹੇਵਾਹ ਆ ਜਾ ਰਹੀਆਂ ਸਨ। ਉਹਨਾਂ ਦੇ ਪਰਾਂ ਦੀ ਡਰਾਉਣੀ ਆਵਾਜ਼ ਵੀ ਆ ਰਹੀ ਸੀ, ਪਰ ਉਹ ਹੌਲੀ-ਹੌਲੀ ਮੱਧਮ ਪੈਣ ਲੱਗ ਪਈ ਕਿਉਂਕਿ ਚੱਪਲਾਂ ਦੀ ਰਫ਼ਤਾਰ ਬੜੀ ਤੇਜ਼ ਸੀ ਤੇ ਡੈਣਾ ਇਸ ਰਫ਼ਤਾਰ ਦਾ ਮੁਕਾਬਲਾ ਨਹੀਂ ਸਨ ਕਰ ਸਕਦੀਆਂ। ਸ਼ਾਮ ਪੈਣ ਤੱਕ ਉਹ ਬਹੁਤ ਪਿੱਛੇ ਹੀ ਰਹਿ ਗਈਆਂ। ਹੁਣ ਉਹ ਦੂਰ ਪਿਛਾਂ 2 ਬਰੀਕ ਜਿਹੇ ਟਿਮਕਣਿਆਂ ਵਾਂਗ ਲੱਗਦੀਆਂ ਸਨ। ਜਦ ਸੂਰਜ ਡੁੱਬ ਗਿਆ ਤਾਂ ਰਾਤ ਦੇ ਹਨੇਰੇ ਵਿੱਚ ਉਹ ਬਿਲਕੁਲ ਅਲੋਪ ਹੋ ਗਈਆਂ। ਆਖਰ ਫਾਸਲਾ ਕੱਟਦਾ ਹੋਇਆ ਪਰਸੀਅਸ ਐਟਲਸ ਤੇ ਅਪੱਛਰਾਵਾਂ ਦੇ ਬਾਗ ਲਾਗੇ ਪਹੁੰਚ ਗਿਆ। ਜਦੋਂ ਦਿਓ ਐਟਲਸ ਨੇ ਉਹਨੂੰ ਦੂਰੋਂ ਆਪਣੀ ਵੱਲ ਆਉਂਦਿਆਂ ਵੇਖਿਆ ਤਾਂ ਉਹ ਦਰਦ ਭਰੀ ਆਵਾਜ਼ ਵਿੱਚ ਕਹਿਣ ਲੱਗਾ, ਪਰਸੀਅਸ, ਤੂੰ ਆਪਣਾ ਕੀਤਾ ਹੋਇਆ ਇਕਰਾਰ ਪੂਰਾ ਕੀਤਾ ਹੈ ਕਿ ਨਹੀਂ?
ਪਰਸੀਅਸ ਨੇ ਉਸੇ ਵੇਲੇ ਮੈਡੂਸਾ ਦਾ ਸਿਰ ਉਤਾਂਹ ਵੱਲ ਕੀਤਾ। ਐਟਲਸ ਉਹਨੂੰ ਵੇਖਦਿਆਂ ਹੀ ਪਹਾੜ ਦੀ ਚੋਟੀ ਤੇ ਪਈ ਇੱਕ ਵੱਡੀ ਸਾਰੀ ਚਟਾਨ ਦੇ ਰੂਪ ਵਿੱਚ ਬਦਲ ਗਿਆ ਤੇ ਉਸ ਦਿਨ ਤੋਂ ਉਹ ਉੱਥੇ ਹੀ ਬਦਲਾਂ ਦੀ ਗੋਤ ਵਿੱਚ ਟਿਕਿਆ ਹੋਇਆ ਹੈ। ਫਿਰ ਉਹਨੇ ਅਪਛਰਾਵਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਤੋਂ ਪੁੱਛਣ ਲੱਗਾ, ਮੈਂ ਹੁਣ ਕਿਹੜੇ ਰਸਤੋਂ ਘਰ ਵੱਲ ਮੁੜਾਂ? ਮੈਂ ਘਰੋਂ ਬਹੁਤ ਹੀ ਦੂਰ ਨਿਕਲ ਆਇਆ ਹਾਂ ਤੇ ਵਾਪਸੀ ਦਾ ਰਾਹ ਭੁੱਲ ਗਿਆ ਵਾਂ। ਰੋਂਦੀਆਂ ਹੋਈਆਂ ਕਹਿਣ ਲੱਗੀਆਂ, ਹੁਣ ਘਰ ਜਾ ਕੇ ਤੂੰ ਕੀ ਕਰਨਾ ਹੈ ਪਰਸੀਅਸ? ਸਾਡੇ ਪਾਸ ਇੱਥੇ ਰਹਿ ਜਾ ਤੇ ਮੌਜਾਂ ਮਾਣ। ਅਸੀਂ ਇਕੱਲੀਆਂ ਮਨੁੱਖਾਂ ਤੇ ਦੇਵਤਿਆਂ ਤੋਂ ਦੂਰ ਰਹਿੰਦੀਆਂ ਹਨ। ਸਾਡਾ ਇਕੱਲਿਆਂ ਦਾ ਇੱਥੇ ਦਿਲ ਨਹੀਂ ਲੱਗਦਾ। ਪਰ ਪਰਸੀਅਸ ਨੇ ਉਹਨਾਂ ਨੂੰ ਬੜੀ ਨਿਮਰਤਾ ਨਾਲ ਸਮਝਾਇਆ, ਜੇ ਉਹ ਉੱਥੇ ਰਿਹਾ ਤੇ ਜਿਸ ਮੰਤਵ ਲਈ ਉਹ ਇੱਥੇ ਆਇਆ ਸੀ ਉਹ ਅਧੂਰਾ ਰਹਿ ਜਾਵੇਗਾ, ਇਸ ਲਈ ਉਹਦਾ ਵਾਪਸ ਜਾਣਾ ਬਹੁਤ ਜ਼ਰੂਰੀ ਹੈ। ਇਸ ਤੇ ਉਹਨਾਂ ਨੇ ਦੱਸਿਆ, ਤੂੰ ਇਹ ਜਾਦੂ ਦਾ ਫਲ ਨਾਲ ਲੈ ਜਾ। ਇਹਨੂੰ ਜੇ ਇੱਕ ਵਾਰ ਖਾ ਲਈਏ ਤਾਂ ਫਿਰ 7 ਦਿਨ ਤੱਕ ਭੁੱਖ ਨਹੀਂ ਲੱਗਦੀ। ਤੂੰ ਸਿੱਧਾ ਪੂਰਬ ਵੱਲ ਜਾਣਾ ਹੈ ਤੇ ਰਾਹ ਵਿੱਚੋਂ ਕਿਤੇ ਨਹੀਂ ਮੁੜਨਾ। ਤੂੰ ਲਿਬੀਆ ਦੇ ਕੰਢੇ ਦੇ ਨਾਲ ਤੁਰਿਆ ਜਾਈਂ। ਲਿਬੀਆ ਦੀ ਧਰਤੀ ਸਮੁੰਦਰ ਦੇ ਦੇਵਤੇ ਪੋਸਾਈਡਨ ਨੇ ਸਭ ਤੋਂ ਵੱਡੇ ਦੇਵਤੇ ਜਾਇਸ ਨੂੰ ਹਰਜਾਨੇ ਵਜੋਂ ਦਿੱਤੀ ਸੀ। ਜਦੋਂ ਨੇ ਬਾਸਫੋਰਸ ਵਿੱਚੋਂ ਹੈਲਾਸਪੋਟ ਦੁਆਰਾ ਰਾਹ ਕੱਢ ਕੇ ਲੈਕਟੋਨੀਆ ਦੇ ਸੁੰਦਰ ਟਾਪੂ ਨੂੰ ਡੁਬੋ ਦਿੱਤਾ ਸੀ। ਪਰ ਇਹ ਸੌਦਾ ਜਾਇਸ ਨੂੰ ਬੜਾ ਮਹਿੰਗਾ ਪਿਆ, ਕਿਉਂਕਿ ਲੈਕਟੋਨੀਆ ਦੇ ਸੁੰਦਰ ਹਰੇ ਭਰੇ ਟਾਪੂ ਬਦਲੇ ਲਿਬੀਆ ਦੇ ਰੇਤਲੇ ਮੈਦਾਨ ਇੰਝ ਹਨ ਜਿਵੇਂ ਨਿੱਕੀ ਜਿਹੀ ਨੇਕੀ ਬਦਲੇ ਬਦੀ ਦਾ ਪਹਾੜ ਮਿਲ ਜਾਵੇ। ਇਹ ਰੇਤਲੀ ਧਰਤੀ ਹਾਲੇ ਵੀ ਬੰਜਰ ਬਿਆਬਾਨ ਪਈ ਏ। ਉਹਨਾਂ ਨੇ ਪਰਸੀਅਸ ਨੂੰ ਬੜੇ ਪਿਆਰ ਨਾਲ ਵਿਦਾ ਕੀਤਾ। ਉਹ ਪਹਾੜ ਤੋਂ ਥੱਲੇ ਉਤਰਿਆ ਤੇ ਜਲਦੀ ਹੀ ਦੂਰ ਸਮੁੰਦਰ ਤੋਂ ਉੱਪਰ ਉੱਠ ਰਹੀ ਧੁੰਦ ਵਿੱਚ ਅਲੋਪ ਹੋ ਗਿਆ। ਲਿਬੀਆ ਤੇ ਨੀਲ ਦੀ ਘਾਟੀ। ਪਰਸੀਅਸ ਉੱਤਰ ਪੂਰਬ ਦਿਸ਼ਾ ਵਿੱਚ ਸੈਂਕੜੇ ਮੀਲ ਫੈਲੇ ਸਮੁੰਦਰ ਤੋਂ ਲੰਘਦਾ ਹੋਇਆ ਲਿਬੀਆ ਦੇ ਰੇਤਲੇ ਬਿਆਮਾਨ ਕੰਢਿਆਂ ਲੱਗੇ ਪਹੁੰਚ ਗਿਆ। ਉੱਥੇ ਉਹ ਮਾਰੂਥਲ ਦੀ ਚਟਾਨੀ ਤੇ ਪਥਰੀਲੀ ਧਰਤੀ ਤੋਂ ਲੰਘਿਆ, ਜਿੱਥੇ ਛੱਲਾਂ ਨੇ ਖਿਲਾਰੀਆਂ ਸਿੱਪੀਆਂ ਤੇ ਸੰਖ ਕੜਕਦੀ ਧੁੱਪ ਵਿੱਚ ਪਏ ਸੜ ਰਹੇ ਸਨ ਤੇ ਪੂਰਵ ਇਤਿਹਾਸਿਕ ਦੈਂਤ ਆਕਾਰ ਜੇਤੂਆਂ ਨੂੰ ਪੰਜਰਾਂ ਦੇ ਢੇਰ ਲੱਗੇ ਪਏ ਦਿਸਦੇ ਸਨ। ਮੈਡੂਸਾ ਦੇ ਸਿਰ ਵਿੱਚੋਂ ਲਹੂ ਦੇ ਤੁਬਕੇ ਧਰਤੀ ਤੇ ਡਿੱਗ ਕੇ ਡਰਾਉਣੇ ਤੇ ਜ਼ਹਿਰੀਲੇ ਸੱਪ ਸਪੋਲੀਆਂ ਦਾ ਰੂਪ ਧਾਰਨ ਕਰ ਰਹੇ ਸਨ, ਜਿਨ੍ਹਾਂ ਦੀ ਸੰਤਾਨ ਹਾਲੇ ਵੀ ਉਸ ਬੀਆਬਾਨ ਨੂੰ ਨਰਕ ਦਾ ਘਰ ਬਣਾਉਂਦੀ ਹੈ। ਉਹ ਕਈ ਦਿਨ ਰਾਤ ਦੇ ਅਨੰਤ ਵਿਸਥਾਰ ਤੋਂ ਲੰਘਦਾ ਗਿਆ। ਉਹਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਉਹ ਕਿੰਨਾ ਫਾਸਲਾ ਤੈਅ ਕਰ ਚੁੱਕਾ ਹੈ ਜਾਂ ਕਿੰਨਾ ਚਿਰ ਸਫ਼ਰ ਕਰਦਾ ਰਿਹਾ ਹੈ। ਉਹਨੂੰ ਨਾ ਤਾਂ ਭੁੱਖ ਸਿਖਾਉਂਦੀ ਸੀ ਤੇ ਨਾ ਹੀ ਤੇ, ਕਿਉਂਕਿ ਜਦ ਹਫ਼ਤੇ ਪਿੱਛੋਂ ਉਹਨੂੰ ਭੁੱਖ ਲੱਗਦੀ ਸੀ ਤਾਂ ਉਹ ਪੱਛਰਾਂ ਵੱਲੋਂ ਦਿੱਤਾ ਫਲ ਖਾ ਲੈਂਦਾ। ਆਖਿਰ ਕਈਆਂ ਦਿਨਾਂ ਦੇ ਸਫ਼ਰ ਪਿੱਛੋਂ ਉਸ ਨੂੰ ਸਾਇਲੀ ਦੀਆਂ ਪਹਾੜੀਆਂ ਨਜ਼ਰ ਆਈਆਂ ਤੇ ਉੱਥੇ ਉਹਨੇ ਉਹ ਬੋਣੇ ਵੇਖੇ ਜਿਨ੍ਹਾਂ ਦਾ ਇੱਕ ਵਾਰ ਕੂੰਜਾਂ ਨਾਲ ਭਾਰੀ ਯੁੱਧ ਹੋਇਆ ਸੀ। ਅਚਾਨਕ ਹੀ ਉਹ ਡਰਾਉਣੇ ਬਿਆਬਾਨ ਵਿੱਚ ਇੱਕ ਜ਼ਬਰਦਸਤ ਹਨੇਰੀ ਚੱਲਣ ਲੱਗ ਪਈ, ਜੋ ਉਸ ਨੂੰ ਧਿੱਕ ਕੇ ਮਾਰੂਥਲ ਦੇ ਦੱਖਣ ਵੱਲ ਲੈ ਗਈ। ਸਾਰਾ ਦਿਨ ਉਹ ਹਨੇਰੀ ਦੇ ਵਿਰੁੱਧ ਟੱਕਰਾਂ ਮਾਰਦਾ ਰਿਹਾ, ਪਰ ਜਾਦੂ ਦੀਆਂ ਚੱਪਲਾਂ ਵੀ ਇਸ ਮੰਤਵ ਵਿੱਚ ਉਸ ਨੂੰ ਸਹਾਇਕ ਨਾ ਹੋ ਸਕੀਆਂ। ਸੋ ਉਹ ਮਜਬੂਰ ਹੋ ਕੇ ਹਨੇਰੀ ਦੇ ਵਹਿਣ ਦੇ ਨਾਲ ਹੀ ਨਦੀ ਤੇ ਬਹਿ ਰਹੇ ਪੱਤੇ ਵਾਂਗ ਆਪ ਮੁਹਾਰੇ ਵਹਿੰਦਾ ਜਾ ਰਿਹਾ ਸੀ। 7 ਦਿਨਾਂ ਪਿੱਛੋਂ ਹਨੇਰੀ ਦਾ ਜ਼ੋਰ ਘਟਿਆ। ਉਹਨੂੰ ਭੁੱਖ ਪਿਆਸ ਨੇ ਬੜਾ ਤੰਗ ਕੀਤਾ ਹੋਇਆ ਸੀ। ਉਹਨੇ ਕੁਝ ਦੂਰ ਅਚਾਨਕ ਇੱਕ ਸੁੰਦਰ ਤੇ ਰਮਣੀਕ ਘਾਟੀ ਵੇਖੀ, ਜਿਸ ਦੀ ਲਹਿ ਕਰਦੀ ਹਰਿਆਵਲ ਵਿੱਚ ਖਜੂਰ ਦੇ ਲੰਮੇ ਰੁੱਖ ਸ਼ਾਨ ਨਾਲ ਖੜੇ ਸਨ। ਉਸ ਘਾਟੀ ਵਿੱਚੋਂ ਸਾਫ਼ ਨਿਰਮਲ ਪਾਣੀ ਦੀ ਇੱਕ ਛੋਟੀ ਜਿਹੀ ਨਦੀ ਲੰਘ ਰਹੀ ਸੀ, ਜੋ ਰੁੱਖਾਂ ਤੋਂ ਪਰੇ ਉਸ ਘਾਟੀ ਦੇ ਦੁਆਲੇ ਖਿਲਰੀ ਰੇਤ ਦੇ ਬਿਆਬਾਨ ਵਿੱਚ ਅਲੋਪ ਹੋ ਰਹੀ ਜਾਪਦੀ ਸੀ। ਇਹ ਵੇਖ ਕੇ ਪਰਸੀਅਸ ਬੜਾ ਖੁਸ਼ ਹੋਇਆ ਕਿ ਉਹਨੇ ਪਹਾੜੀ ਤੋਂ ਉਤਰ ਕੇ ਚਸ਼ਮੇ ਦਾ ਠੰਡਾ ਪਾਣੀ ਪੀਤਾ, ਕੁਝ ਖਜੂਰਾਂ ਖਾ ਕੇ ਪੇਟ ਭਰਿਆ ਤੇ ਥੋੜਾ ਚਿਰ ਹਰੇ ਘਾਹ ਤੇ ਲੇਟ ਕੇ ਆਰਾਮ ਕੀਤਾ। ਇਸ ਪਿੱਛੋਂ ਫੇਰ ਆਪਣੇ ਸਫ਼ਰ ਤੇ ਤੁਰ ਪਿਆ, ਪਰ ਇਸ ਵਾਰ ਉੱਤਰ ਦਿਸ਼ਾ ਵਿੱਚ ਜਾਣ ਦੀ ਥਾਂ ਉਹਨੇ ਦੱਖਣ ਵੱਲ ਨੂੰ ਮੂੰਹ ਮੋੜਿਆ। ਮਨ ਵਿੱਚ ਕਹਿਣ ਲੱਗਾ, ਜੇ ਦੇਵੀ ਪੈਲਾਸ ਚਾਹੁੰਦੀ ਕਿ ਮੈਂ ਆਪਣੇ ਘਰ ਪਹੁੰਚ ਜਾਵਾਂ ਤਾਂ ਉਹ ਮੈਨੂੰ ਇੱਥੋਂ ਲੈ ਕਿਉਂ ਨਹੀਂ ਜਾਂਦੀ? ਉਹ ਜ਼ਰੂਰ ਚਾਹੁੰਦੀ ਏ ਕਿ ਮੈਂ ਘਰ ਮੁੜਨ ਤੋਂ ਪਹਿਲਾਂ ਕੋਈ ਹੋਰ ਵੱਡਾ ਕਾਰਨਾਮਾ ਕਰਕੇ ਜਗਤ ਵਿੱਚ ਜਸ ਖੱਟਾਂ। ਸੋ ਉਹ ਤਾਜ਼ਾ ਦਮ ਹੋ ਕੇ ਆਪਣੇ ਮਨ ਤੇ ਤੌਖਲੇ ਦੂਰ ਕਰਕੇ ਹਲਕਾ ਫੁੱਲ ਹੋਇਆ ਦੱਖਣ ਦਿਸ਼ਾ ਵੱਲ ਤੁਰ ਪਿਆ। ਸਾਰਾ ਦਿਨ ਤੇ ਸਾਰੀ ਰਾਤ ਉਹ ਪਹਾੜੀ ਦੇ ਨਾਲ ਉੱਡਦਾ ਰਿਹਾ। ਸਵੇਰ ਹੁੰਦਿਆਂ ਹੀ ਉਹਨੂੰ ਕੁਝ ਦੂਰ ਨੀਲ ਨਦੀ ਪਈ ਠਾਠਾਂ ਮਾਰਦੀ ਨਜ਼ਰ ਆਈ। ਉਹਨੇ ਫੇਰ ਪਛਾਣ ਲਿਆ ਕਿ ਉਹ ਮਿਸਰ ਦੀ ਪ੍ਰਾਚੀਨ ਧਰਤੀ ਤੇ ਪਹੁੰਚ ਲਿਆ ਹੈ। ਉਸ ਤੋਂ ਦੂਰ ਜਗਤ ਪ੍ਰਸਿੱਧ ਮੀਨਾਰ ਤੇ ਅਨੇਕਾਂ ਮੰਦਰ ਦਿਸੇ, ਜਿਨ੍ਹਾਂ ਦੀਆਂ ਛੱਤਾਂ ਆਕਾਸ਼ ਨਾਲ ਗੱਲਾਂ ਕਰ ਰਹੀਆਂ ਸਨ। ਲੋਕੀ ਜਾ ਕੇ ਆਪਣੇ ਕੰਮ ਧੰਦਿਆਂ ਨੂੰ ਸ਼ੁਰੂ ਕਰਨ ਲਈ ਸ਼ਹਿਰ ਦੇ ਵੱਡੇ ਬੂਹੇ ਵਿੱਚੋਂ ਬਾਹਰ ਖੇਤਾਂ ਵੱਲ ਦਬਾ-ਦਬ ਜਾ ਰਹੇ ਸਨ। ਪਰਸੀਅਸ ਨੂੰ ਵੇਖਦਿਆਂ ਹੀ ਉਹ ਸਭ ਠਠੰਬਰ ਗਏ ਅਤੇ ਉਹਦੇ ਦੁਆਲੇ ਝੁਰਮਟ ਪਾ ਕੇ ਪੁੱਛਣ ਲੱਗੇ, ਤੂੰ ਕੌਣ ਹੈ ਤੇ ਆਪਣੇ ਹੱਥ ਵਿੱਚ ਪਕੜੀ ਬੱਕਰੇ ਦੀ ਖਲ ਵਿੱਚ ਕੀ ਬੰਨਿਆ ਹੋਇਆ ਹੈ? ਲੋਕਾਂ ਨੇ ਪਰਸੀਅਸ ਦੇ ਕੱਦ ਕਾਠ ਤੇ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਉੱਥੇ ਹੀ ਪੂਜਣਾ ਸ਼ੁਰੂ ਕਰ ਦੇਣਾ ਸੀ, ਜੇ ਪਰਸੀਅਸ ਉਹਨਾਂ ਨੂੰ ਇਹ ਨਾ ਕਹਿੰਦਾ, ਮੈਂ ਦੇਵਤਾ ਨਹੀਂ ਬਲਕਿ ਯੂਨਾਨ ਦਾ ਇੱਕ ਯੋਧਾ ਹਾਂ ਤੇ ਮੈਂ ਮੈਡੂਸਾ ਦਾ ਸਿਰ ਕੱਟ ਕੇ ਲਿਆ ਜੇ ਮੈਂ ਇਸ ਖਲ ਵਿੱਚ ਬੰਨਿਆ ਹੋਇਆ ਹੈ। ਜਲਦੀ ਹੀ ਸਾਰੇ ਸ਼ਹਿਰ ਵਿੱਚ ਪਰਸੀਅਸ ਦੇ ਮੈਡੂਸਾ ਦਾ ਸਿਰ ਕੱਟ ਕੇ ਲਿਆਉਣ ਦੀ ਖਬਰ ਫੈਲ ਗਈ। ਆਸ-ਪਾਸ ਦੀਆਂ ਮੁਟਿਆਰਾਂ ਕੀ ਅਤੇ ਮੰਦਰ ਦੇ ਪੁਜਾਰੀ ਕੀ ਉਹਨੂੰ ਮਿਲਣ ਲਈ ਹੁਮ-ਹੁਮਾ ਕੇ ਆਏ। ਉਹ ਪਰਸੀਅਸ ਨੂੰ ਆਪਣੇ ਰਾਜੇ ਸਾਹਮਣੇ ਹਾਜ਼ਰ ਕਰਨਾ ਚਾਹੁੰਦੇ ਸਨ, ਪਰ ਇਸ ਤੋਂ ਬਚਣ ਲਈ ਉਹਨੇ ਜਾਦੂ ਦੀ ਟੋਪੀ ਸਿਰ ਤੇ ਰੱਖ ਲਈ
ਤੇ ਉਹ ਆਪਣੇ ਸਫ਼ਰ ਤੇ ਤੁਰ ਪਿਆ। ਜਲਦੀ ਹੀ ਨੀਲ ਘਾਟੀ ਦੀ ਦੂਰ ਪਿਛਾਂ ਰਹਿ ਗਈ। ਮਿਸਰ ਦੇ ਲੋਕ ਬਹੁਤ ਚਿਰ ਉਡੀਕਦੇ ਰਹੇ ਕਿ ਪਰਸੀਅਸ ਸ਼ਾਇਦ ਵਾਪਸ ਮੁੜ ਆਏ, ਪਰ ਉਹਨੇ ਵਾਪਸ ਕਦੋਂ ਆਉਣਾ ਸੀ? ਇਸ ਘਟਨਾ ਤੋਂ ਕਈ ਸਦੀਆਂ ਬਾਅਦ ਉਹ ਪਰਸੀਅਸ ਨੂੰ ਦੇਵਤੇ ਦਾ ਸਥਾਨ ਦੇ ਕੇ ਪੂਜਦੇ ਰਹੇ। ਉਹਨਾਂ ਨੇ ਉਹਦਾ ਕੈਮਿਸ ਦੇ ਸ਼ਹਿਰ ਵਿੱਚ ਇੱਕ ਵੱਡਾ ਤੇ ਅਤੀ ਸੁੰਦਰ ਬੁੱਤ ਬਣਾਇਆ ਜੋ ਕਈ ਸਦੀਆਂ ਤੱਕ ਉੱਥੇ ਖੜਾ ਰਿਹਾ। ਲੋਕ ਕਹਿੰਦੇ ਸਨ ਕਿ ਕਈ ਵਾਰ ਪਰਸੀਅਸ ਉਹਨਾਂ ਨੂੰ ਸੁਪਨਿਆਂ ਵਿੱਚ ਵੀ ਦਿਖਾਈ ਦਿੰਦਾ ਸੀ ਤੇ ਜਦ ਵੀ ਕਦੇ ਇਸ ਤਰ੍ਹਾਂ ਹੁੰਦਾ ਤਾਂ ਨੀਲ ਨਦੀ ਵਿੱਚ ਹੜ੍ਹ ਆ ਜਾਂਦਾ ਸੀ, ਜਿਸ ਨਾਲ ਸਾਰੇ ਮਿਸਰ ਵਿੱਚ ਉਪਜਾਊ ਮਿੱਟੀ ਖਿੱਲਰ ਜਾਣ ਨਾਲ ਫਸਲਾਂ ਦੀ ਉਪਜ ਪਹਿਲਾਂ ਨਾਲੋਂ ਕਈ ਗੁਣਾ ਵੱਧ ਜਾਂਦੀ ਸੀ। ਇੱਥੋਂ ਪੂਰਬ ਵੱਲ ਵਧਿਆ ਤੇ ਉੱਤਰੀ ਦਿਸ਼ਾ ਵੱਲ ਲਾਲ ਸਾਗਰ ਦੇ ਕੰਢੇ ਦੇ ਨਾਲ ਹੁੰਦਾ ਹੋਇਆ ਉਹ ਸਰਬੋਨੀਆ ਦੀ ਜਗਤ ਪ੍ਰਸਿੱਧ ਦਲਦਲ ਕੋਲੋਂ ਲੰਘਿਆ। ਅੰਤ ਨੂੰ ਉਹ ਆਰਗੋਸ, ਲੈਸੀਡੀਮਾਨ ਤੇ ਟੈਂਪੀ ਵਰਗੀਆਂ ਸੁੰਦਰ ਘਾਟੀਆਂ ਉੱਪਰੋਂ ਲੰਘਿਆ। ਉੱਥੇ ਧਰਤੀ ਦੇ ਸਭ ਹਿੱਸੇ ਨੀਵੇਂ ਇੱਕ ਜ਼ਬਰਦਸਤ ਹੜ੍ਹ ਨਾਲ ਪਾਣੀ ਨਾਲ ਢੱਕੇ ਹੋਏ ਸਨ ਤੇ ਉੱਚੇ ਹਿੱਸੇ ਤਪਸ਼ ਨਾਲ ਸੜ ਰਹੇ ਸਨ। ਇਸ ਲਈ ਪਰਸੀਅਸ ਦੇਸ਼ ਵਿੱਚ ਅੰਦਰ ਵਾਰ ਜਾਣ ਦੀ ਥਾਂ ਯੂਨਾਨ ਦੇ ਟੁੱਟੇ ਫੁੱਟੇ ਕੰਢੇ ਨਾਲ ਹੀ ਸਫ਼ਰ ਕਰਦਾ ਰਿਹਾ। ਜਦ ਪੌ ਫਟਾਲਾ ਹੋਇਆ ਤਾਂ ਕੰਢੇ ਤੇ ਖੜੀ ਕਾਲੇ ਰੰਗ ਦੀ ਇੱਕ ਚਟਾਨ ਤੇ ਉਹਦੀ ਨਜ਼ਰ ਪਈ। ਉਸ ਲਾਗੇ ਉਹਨੂੰ ਦੂਰੋਂ ਇੱਕ ਸੰਗਮਰਮਰ ਦੇ ਬੁੱਤ ਵਰਗੀ ਸ਼ਕਲ ਦਿਸੀ। ਉਹਨੇ ਮਨ ਵਿੱਚ ਸੋਚਿਆ, ਇਹ ਜ਼ਰੂਰ ਕਿਸੇ ਦੇਵੀ ਦੇਵਤੇ ਦਾ ਬੁੱਤ ਹੈ। ਮੈਂ ਕੋਲ ਜਾ ਕੇ ਵੇਖਦਾ ਹਾਂ ਕਿ ਇਹ ਜੰਗਲੀ ਲੋਕ ਇੱਥੇ ਕਿਸ ਕਿਸਮ ਦੇ ਦੇਵਤਿਆਂ ਨੂੰ ਪੂਜਦੇ ਨੇ। ਉਹ ਜਦੋਂ ਹੰਬਲਾ ਮਾਰ ਕੇ ਨੇੜੇ ਪਹੁੰਚਿਆ ਤਾਂ ਕੀ ਵੇਖਦਾ ਹੈ ਕਿ ਉਹ ਕੋਈ ਬੁੱਤ ਨਹੀਂ ਬਲਕਿ ਇੱਕ ਜਿਉਂਦੀ ਜਾਗਦੀ ਸੁੰਦਰ ਲੜਕੀ ਹੈ। ਉਹਦੇ ਲੰਮੇ ਵਾਲ ਹਵਾ ਵਿੱਚ ਇੱਧਰ ਉੱਧਰ ਉੱਡ ਰਹੇ ਸਨ। ਉਹਦੀਆਂ ਬਾਹਾਂ ਸਿਰ ਉੱਪਰ ਨਾਲ ਪਿੱਤਲ ਦੇ ਸੰਗਲ ਨਾਲ ਜਕੜੇ ਉਸ ਚਟਾਨ ਵਿੱਚ ਵੱਜੀਆਂ ਹੋਈਆਂ ਸਨ ਤੇ ਉਹਦਾ ਸਿਰ ਗਮ ਤੇ ਥਕਾਵਟ ਦੇ ਮਾਰੇ ਛਾਤੀ ਤੇ ਝੁਕਿਆ ਹੋਇਆ ਸੀ। ਉਸ ਵਿਚਾਰੀ ਅਬਲਾ ਤੇ ਤਰਸ ਖਾ ਕੇ ਤੇ ਉਸ ਤੇ ਇਸ ਤਰ੍ਹਾਂ ਜ਼ੁਲਮ ਢਾਉਣ ਵਾਲੇ ਨਿਰਦਈ ਤੇ ਕ੍ਰੋਧ ਵਿੱਚ ਆ ਕੇ ਪਰਸੀਅਸ ਉਸ ਸੁੰਦਰੀ ਨੂੰ ਢਾਰਸ ਦੇਣ ਲਈ ਉਸ ਵੱਲ ਵਧਿਆ। ਉਹਦਾ ਚਿਹਰਾ ਕੁਝ ਸਾਂਵਲਾ ਸੀ ਤੇ ਵਾਲ ਗੂੜੀ ਨੀਲੀ ਭਾਅ ਮਾਰਦੇ ਪਏ ਸਨ। ਪਰਸੀਅਸ ਨੇ ਸੋਚਿਆ, ਮੈਂ ਇਹੋ ਜਿਹੀ ਸੁੰਦਰੀ ਅੱਜ ਤੱਕ ਨਹੀਂ ਵੇਖੀ, ਨਾ ਹੀ ਇਸ ਜਿਹੀ ਸੁੰਦਰੀ ਸਾਡੇ ਸਾਰੇ ਯੂਨਾਨ ਵਿੱਚ ਹੋ ਸਕਦੀ ਹੈ। ਇਹ ਤਾਂ ਕਿਸੇ ਰਾਜੇ ਦੀ ਲੜਕੀ ਜਾਪਦੀ ਹੈ। ਇਹ ਇੰਨੀ ਮਾਸੂਮ ਲੱਗਦੀ ਹੈ ਕਿ ਸੁਪਨੇ ਵਿੱਚ ਵੀ ਇਹਦੇ ਕਦੀ ਕੋਈ ਅਪਰਾਧ ਨਹੀਂ ਕੀਤਾ ਜਾਪਦਾ। ਇਹ ਕਹਿ ਕੇ ਉਹਨੇ ਜਾਦੂ ਦੀ ਟੋਪੀ ਆਪਣੇ ਸਿਰ ਤੋਂ ਲਾਈ। ਜਦ ਉਹ ਸੁੰਦਰੀ ਨੂੰ ਪਰਸੀਅਸ ਅਚਾਨਕ ਸਾਹਮਣੇ ਖੜਾ ਦਿਸਿਆ ਤਾਂ ਡਰ ਤੇ ਘਬਰਾਹਟ ਨਾਲ ਉਹਦੇ ਮੂੰਹ ਇੱਕ ਚੀਕ ਨਿਕਲ ਗਈ। ਪਰਸੀਅਸ ਨੇ ਉਸਨੂੰ ਭੈਭੀਤ ਹੋਇਆ ਵੇਖ ਕੇ ਕਿਹਾ, ਸੁੰਦਰੀ, ਤੂੰ ਮੈਥੋਂ ਡਰਨਾ। ਮੈਂ ਕੋਈ ਜੰਗਲੀ ਨਹੀਂ ਬਲਕਿ ਯੂਨਾਨ ਦਾ ਵਾਸੀ ਹਾਂ। ਦੱਸ, ਕਿਸ ਜ਼ਾਲਮ ਨੇ ਤੇਰੀ ਇਹ ਦੁਰਦਸ਼ਾ ਕੀਤੀ ਹੈ, ਪਰ ਤੂੰ ਉਸ ਨਾਲ ਨਿਪਟਣ ਤੋਂ ਪਹਿਲਾਂ ਮੈਂ ਤੇਰੀਆਂ ਮੁਸ਼ਕਾਂ ਤਾਂ ਖੋਲ ਦਿਆਂ। ਪਰਸੀਅਸ ਨੇ ਆਪਣੀ ਕਮਰ ਨਾਲ ਟੰਗੀ ਕਟਾਰ ਮਿਆਨ ਵਿੱਚੋਂ ਕੱਢ ਕੇ ਪਿੱਤਲ ਦੇ ਸੰਗਲਾਂ ਨੂੰ ਇੰਜ ਕੱਟ ਦਿੱਤਾ ਜਿਵੇਂ ਸਣ ਦੇ ਰੱਸੇ ਹੁੰਦੇ ਹਨ। ਇਸ ਪਿੱਛੋਂ ਉਹ ਸੁੰਦਰੀ ਨੂੰ ਕਹਿਣ ਲੱਗਾ, ਹੁਣ ਤੇ ਮੈਂ ਤੇਰੀ ਜਿੰਦ ਜਾਨ ਦਾ ਰਾਖਾ ਹਾਂ, ਤੂੰ ਕਿਸੇ ਕਿਸਮ ਦਾ ਫਿਕਰ ਨਾ ਕਰ। ਪਰਸੀਅਸ ਦੇ ਮਨ ਵਿੱਚ ਸੋਚਿਆ, ਮੈਨੂੰ ਹੁਣ ਪਤਾ ਲੱਗਾ ਕਿ ਦੇਵੀ ਪਲਾਸ ਨੇ ਮੈਨੂੰ ਮੇਰੀਆਂ ਕਾਲੀਆਂ ਕਾਲਾਂ ਦਾ ਯੋਗ ਇਨਾਮ ਦੇਣ ਲਈ ਹੀ ਇੱਥੇ ਭੇਜਿਆ ਵੇ। ਉਹ ਫਿਰ ਸੁੰਦਰੀ ਨੂੰ ਕਹਿਣ ਲੱਗਾ, ਸੁੰਦਰੀ, ਮੈਨੂੰ ਦੱਸ, ਉਸ ਜ਼ਾਲਮ ਸਮੁੰਦਰੀ ਦੈਂਤ ਕਿੱਥੇ ਹੈ ਜਿਹੜਾ ਤੇਰੇ ਜਿਹੀਆਂ ਦੇਵੀਆਂ ਤੇ ਜ਼ੁਲਮ ਢਾਂਦਾ ਹੈ। ਮੇਰੇ ਕੋਲ ਇਸ ਵੇਲੇ ਦੇਵਤਿਆਂ ਦੇ ਸ਼ਸਤਰ ਮੌਜੂਦ ਨੇ, ਉਹ ਮੇਰੇ ਨਾਲ ਮੁਕਾਬਲਾ ਕਰਕੇ ਵੇਖ ਲੈ। ਪਰ ਪਹਿਲਾਂ ਤੂੰ ਇਹ ਦੱਸ ਸੁੰਦਰੀ ਕਿ ਤੂੰ ਕੌਣ ਹੈ ਤੇ ਤੂੰ ਇਸ ਮੁਸੀਬਤ ਵਿੱਚ ਕਿਵੇਂ ਆਣ ਫਸੀ ਹੈ। ਉਹਨੇ ਰੋਂਦਿਆਂ ਕੁਰਲਾਉਂਦਿਆਂ ਉੱਤਰ ਦਿੱਤਾ, ਮੈਂ ਆਇਓਪਾ ਦੇ ਰਾਜੇ ਸੀਫੀਅਸ ਦੀ ਲੜਕੀ ਹਾਂ ਤੇ ਮੇਰੀ ਮਾਤਾ ਦਾ ਨਾਂ ਕੈਸੀਓਪੀਆ ਤੇ ਮੇਰਾ ਐਂਡਰੋਮੀਡਾ ਹੈ। ਮੇਰੀ ਮਾਤਾ ਦੇ ਕੀਤੇ ਅਪਰਾਧਾਂ ਦੇ ਪਸ਼ਚਾਤਾਪ ਵਿੱਚ ਸਮੁੰਦਰੀ ਦੈਂਤ ਨੂੰ ਮੇਰੀ ਬਲੀ ਦਿੱਤੀ ਜਾ ਰਹੀ ਹੈ। ਮੇਰੀ ਮਾਤਾ ਨੇ ਕਿਸੇ ਸਮੇਂ ਫੜ ਮਾਰੀ ਸੀ ਕਿ ਮੈਂ ਮੱਛੀਆਂ ਦੀ ਰਾਣੀ ਕੋਲੋਂ ਵੀ ਸੁੰਦਰ ਹਾਂ। ਇਹ ਫੜ ਸੁਣ ਕੇ ਸਮੁੰਦਰੀ ਦੈਂਤ ਨੇ ਸਾਡੀ ਸਾਰੀ ਧਰਤੀ ਨੂੰ ਹੜ੍ਹ ਦੀ ਲਪੇਟ ਵਿੱਚ ਲੈ ਆਂਦਾ। ਉਹਦੇ ਭਰਾ ਅਗਨੀ ਦੇਵਤੇ ਨੇ ਭੁਚਾਲ ਲੈ ਆਂਦਾ ਤੇ ਹਰ ਥਾਂ ਅੱਗ ਵਰਾਉਣੀ ਸ਼ੁਰੂ ਕਰ ਦਿੱਤੀ ਤੇ ਸਾਡੀ ਧਰਤੀ ਨੂੰ ਬਰਬਾਦ ਕਰ ਦਿੱਤਾ। ਮੈਂ ਬਿਲਕੁਲ ਬੇਕਸੂਰ ਹਾਂ। ਕਿਸੇ ਜੀਵ ਨੂੰ ਦੁੱਖ ਦੇਣਾ ਤਾਂ ਇੱਕ ਪਾਸੇ ਰਿਹਾ। ਜੇ ਮੈਂ ਕਦੀ ਵੀ ਕਿਸੇ ਮੱਛੀ ਨੂੰ ਕੰਢੇ ਤੇ ਤੜਫਦਿਆਂ ਵੇਖਿਆ ਤਾਂ ਮੈਂ ਉਹਨੂੰ ਮੁੜ ਪਾਣੀ ਵਿੱਚ ਸੁੱਟ ਕੇ ਉਹਦੀ ਜਾਨ ਬਚਾਈ। ਸਾਡੇ ਦੇਸ਼ ਵਿੱਚ ਕੋਈ ਵੀ ਮੱਛੀ ਨਹੀਂ ਖਾਂਦਾ ਕਿਉਂਕਿ ਅਸੀਂ ਸਭ ਮੱਛੀਆਂ ਦੀ ਰਾਣੀ ਕੋਲੋਂ ਡਰਦੇ ਹਾਂ। ਪੁਜਾਰੀ ਕਹਿੰਦੇ ਨੇ ਕਿ ਭਾਵੇਂ ਮੈਂ ਕੋਈ ਪਾਪ ਨਹੀਂ ਕੀਤਾ, ਪਰ ਮੇਰੀ ਮਾਤਾ ਦੀ ਫੜ ਬਦਲੇ ਮੈਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਵੇਗਾ। ਮੈਂ ਹੀ ਤਾਂ ਕਾਬੂ ਆਈ ਹਾਂ, ਕਿਉਂਕਿ ਐਵੇਂ ਮੌਤ ਮੁੱਲ ਲੈਂਦਾ ਹੈ। ਤੂੰ ਕਿ ਐਵੇਂ ਮੌਤ ਮੁੱਲ ਲੈਂਦਾ ਹੈ। ਇਹ ਸੁਣ ਕੇ ਪਰਸੀਅਸ ਬੜਾ ਹੱਸਿਆ ਤੇ ਕਹਿਣ ਲੱਗਾ, ਮੈਂ ਤੇ ਸਮੁੰਦਰੀ ਦੈਂਤ ਤੋਂ ਡਰ ਜਾਵਾਂ। ਮੈਂ ਇਹੋ ਜਿਹੇ ਜਿਹਾਂ ਤੋਂ ਵਧੇਰੇ ਡਰਾਉਣੀਆਂ ਬਲਾਵਾਂ ਦਾ ਟੱਕਰਾ ਕਰਕੇ ਉਹਨਾਂ ਨੂੰ ਮਾਰ ਮੁਕਾਇਆ ਹੈ। ਤੇਰੀ ਖਾਤਰ ਤਾਂ ਮੈਂ ਦੇਵਤਿਆਂ ਨਾਲ ਵੀ ਦੋ ਹੱਥ ਕਰਨ ਲਈ ਤਿਆਰ ਹਾਂ। ਇਹ ਸੁਣ ਕੇ ਐਂਡਰੋਮੀਡਾ ਨੇ ਪਰਸੀਅਸ ਵੱਲ ਤੱਕਿਆ। ਉਹਦੇ ਮਨ ਦੀ ਬੁਝੀ ਹੋਈ ਆਸ ਇੱਕ ਵਾਰ ਫੇਰ ਚਮਕ ਪਈ। ਐਨ ਉਸੇ ਵੇਲੇ ਉਸਨੇ ਆਪਣੀਆਂ ਅੱਖਾਂ ਵੱਲ ਉੱਪਰ ਵੱਲ ਨੂੰ ਕੀਤੀਆਂ ਤੇ ਡਰ ਨਾਲ ਪੀਲੀ ਭੂਖ ਹੋ ਕੇ ਦੂਰ ਸਮੁੰਦਰ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਦੱਸਣ ਲੱਗੀ, ਸਮੁੰਦਰੀ ਦੈਂਤ ਨੇ ਕਿਹਾ ਸੀ ਕਿ ਸੂਰਜ ਨਿਕਲਦਿਆਂ ਹੀ ਉਹ ਆ ਜਾਵੇਗਾ। ਉਹ ਵੇਖੋ, ਸੱਚਮੁੱਚ ਉਹ ਆ ਰਿਹਾ ਹੈ। ਹੁਣ ਇਸ ਕੜੀ ਪ੍ਰੀਖਿਆ ਵਿੱਚੋਂ ਮੈਂ ਕਿਵੇਂ ਲੰਘਾਂਗੀ? ਤੂੰ ਇੱਥੋਂ ਚਲਾ ਜਾ। ਮੈਨੂੰ ਬੁਰਕੀ ਬੁਰਕੀ ਕਰਕੇ ਖਾਧੇ ਜਾਂਦਿਆਂ ਨੂੰ ਤੂੰ ਕਿਵੇਂ ਵੇਖੇਂਗਾ? ਅੱਗੋਂ ਪਰਸੀਅਸ ਕਹਿਣ ਲੱਗਾ, ਮੈਂ ਜਾਂਦਾ, ਪਰ ਪਹਿਲਾਂ ਮੇਰੇ ਨਾਲ ਇਸ ਗੱਲ ਦਾ ਇਕਰਾਰ ਕਰ ਕਿ ਜੇ ਮੈਂ ਇਸ ਡਰਾਉਣੇ ਜਿੰਨ ਨੂੰ ਮਾਰਨ ਵਿੱਚ ਸਫਲ ਹੋ ਗਿਆ ਤਾਂ ਤੂੰ ਮੇਰੇ ਨਾਲ ਵਿਆਹ ਕਰ ਲਵੇਂਗੀ ਤੇ ਮੇਰੇ ਨਾਲ ਹੀ ਆਰਗੋਸ ਨੂੰ ਚੱਲੇਂਗੀ। ਮੈਂ ਉੱਥੋਂ ਦੇ ਰਾਜੇ ਦਾ ਵਾਰਸ ਹਾਂ।
ਸ਼ਹਿਜ਼ਾਦੀ ਨੇ ਉਹਦੇ ਨਾਲ ਵਿਆਹ ਕਰਾਉਣ ਦਾ ਇਕਰਾਰ ਕਰ ਲਿਆ। ਪਰਸੀਅਸ ਇਸ ਤੇ ਬੜਾ ਖੁਸ਼ ਹੋਇਆ ਤੇ ਆਪਣੀਆਂ ਜਾਦੂ ਦੀਆਂ ਚੱਪਲਾਂ ਨਾਲ ਆਕਾਸ਼ ਵਿੱਚ ਉੱਪਰ ਵੱਲ ਨੂੰ ਗਿਆ। ਉਧਰੋਂ ਐਂਡਰੋਮੀਡਾ ਡਰ ਨਾਲ ਕੰਬਦੀ ਹੋਈ ਸੁੰਗੜ ਕੇ ਚਟਾਨ ਤੇ ਬੈਠ ਗਈ ਤੇ ਅੰਤਲੇ ਸਮੇਂ ਨੂੰ ਉਡੀਕਣ ਲੱਗ ਗਈ। ਅਜ਼ਦਹਾ ਰੂਪੀ ਜਿੰਨ ਇੱਕ ਵੱਡੇ ਕਾਲੇ ਰੰਗ ਦੇ ਜਹਾਜ਼ ਵਾਂਗ ਪਾਣੀ ਵਿੱਚ ਤਰਦਾ ਹੋਇਆ ਕੰਢੇ ਵੱਲ ਵੱਧ ਰਿਹਾ ਸੀ। ਉਹਦੇ ਸਾਰੇ ਸਰੀਰ ਤੇ ਮੱਛੀ ਵਰਗੇ ਲੋਹੇ ਦੇ ਸਖਤ ਚਾਨੇ ਲੱਗੇ ਹੋਏ ਸਨ ਤੇ ਉਹਦੇ ਚੌੜੇ ਜਬਾੜਿਆਂ ਵਿੱਚੋਂ ਪਾਣੀ ਗਰ-ਗਰ ਕਰਦਾ ਹੋਇਆ ਕਦੀ ਅੰਦਰ ਜਾਂਦਾ ਸੀ ਤੇ ਕਦੀ ਬਾਹਰ। ਆਖਰ ਉਹਨੇ ਅਜ਼ਦਹਾ ਦੀ ਐਂਡਰੋਮੀਡਾ ਤੇ ਨਜ਼ਰ ਪਈ ਤੇ ਉਹ ਆਪਣੇ ਸ਼ਿਕਾਰ ਨੂੰ ਹੜੱਪ ਕਰਨ ਲਈ ਬਿਜਲੀ ਦੀ ਤੇਜ਼ੀ ਨਾਲ ਅਗਾਂਹ ਵਧਿਆ। ਉਧਰ ਪਰਸੀਅਸ ਇੱਕ ਟੁੱਟਦੇ ਤਾਰੇ ਵਾਂਗ ਆਕਾਸ਼ ਤੋਂ ਉਸ ਅਜ਼ਦਹਾ ਵਿੱਚ ਝਪਟ ਕੇ ਆਇਆ। ਐਂਡਰੋਮੀਡਾ ਨੇ ਉਹਨੂੰ ਵੇਖਦਿਆਂ ਹੀ ਉਹਦੀ ਹਦਾਇਤ ਅਨੁਸਾਰ ਆਪਣਾ ਮੂੰਹ ਲੁਕੋ ਲਿਆ ਤੇ ਕੁਝ ਸਮੇਂ ਲਈ ਜ਼ਮੀਨ ਅਤੇ ਆਸਮਾਨ ਵਿੱਚ ਇੱਕ ਥਾਂ ਹਰ ਥਾਂ ਚੁੱਪ ਚਾ ਗਈ। ਆਖਰ ਕੁਝ ਚਿਰ ਮਗਰੋਂ ਉਹਨੇ ਕੰਬਦਿਆਂ ਹੋਇਆਂ ਅੱਖਾਂ ਉੱਪਰ ਵੱਲ ਕਰਕੇ ਵੇਖਿਆ। ਪਰਸੀਅਸ ਉਹਦੇ ਵੱਲ ਆ ਰਿਹਾ ਸੀ ਤੇ ਸਮੁੰਦਰੀ ਜਿੰਨ ਦੀ ਥਾਂ ਸਮੁੰਦਰ ਵਿੱਚ ਇੱਕ ਵੱਡੀ ਸਾਰੀ ਚਟਾਨ ਖੜੀ ਸੀ ਜਿਸ ਦੇ ਗਿਰਦ ਛੱਲਾਂ ਬੜੇ ਜ਼ੋਰ-ਜ਼ੋਰ ਨਾਲ ਟਕਰਾ ਰਹੀਆਂ ਸਨ। ਪਰਸੀਅਸ ਨੇ ਸਮੁੰਦਰੀ ਜਿੰਨ ਨੂੰ ਮੈਡੂਸਾ ਦੀ ਸ਼ਕਲ ਵਿਖਾ ਕੇ ਚੱਬਦੇ ਹੀ ਪੱਥਰ ਬਣਾ ਦਿੱਤਾ ਸੀ। ਆਪਣੀ ਜਿੱਤ ਤੇ ਉਹਨੂੰ ਬੜਾ ਫਖਰ ਸੀ। ਉਹ ਉਸ ਚਟਾਨ ਵੱਲ ਜਿੱਥੇ ਐਂਡਰੋਮੀਡਾ ਬੇੜੀਆਂ ਤੇ ਜ਼ੰਜੀਰਾਂ ਨਾਲ ਜਕੜੀ ਪਈ ਸੀ ਆਇਆ ਤੇ ਉਹਨੂੰ ਚੁੱਕ ਕੇ ਕੰਢੇ ਤੇ ਖੜੀ ਇੱਕ ਹੋਰ ਚਟਾਨ ਤੇ ਲੈ ਗਿਆ। ਦੂਰ ਸਮੁੰਦਰ ਦੇ ਕੰਢੇ ਤੇ ਉਸ ਦੇਸ਼ ਦੇ ਲੋਕਾਂ ਦੀ ਭੀੜ ਲੱਗੀ ਹੋਈ ਸੀ ਜੋ ਡਰ ਨਾਲ ਸਹਿਮੇ ਉਸ ਸਮੇਂ ਦੀ ਉਡੀਕ ਕਰ ਰਹੇ ਸਨ ਜਦ ਜਿੰਨ ਨੇ ਆ ਕੇ ਐਂਡਰੋਮੀਡਾ ਨੂੰ ਹੜੱਪ ਕਰਨਾ ਸੀ। ਪਰ ਜਦੋਂ ਪਰਸੀਅਸ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਵੇਖਿਆ ਤਾਂ ਉਹ ਦੰਗ ਰਹਿ ਗਏ ਤੇ ਉਹਦੀ ਬਹਾਦਰੀ ਤੇ ਅਸ਼-ਅਸ਼ ਕਰ ਉੱਠੇ। ਉਹਨਾਂ ਵਿੱਚੋਂ ਇੱਕ ਆਦਮੀ ਦੌੜਦਾ ਹੋਇਆ ਸ਼ਾਹੀ ਮਹੱਲ ਵਿੱਚ ਪਹੁੰਚਿਆ ਜਿੱਥੇ ਪਲ-ਪਲ ਰਾਜਾ ਸੀਰੀਅਸ ਤੇ ਉਸਦੀ ਰਾਣੀ ਕੈਸੀਓਪੀਆ ਆਪਣੀ ਪਿਆਰੀ ਸ਼ਹਿਜ਼ਾਦੀ ਦੀ ਮੌਤ ਦੀ ਖਬਰ ਨੂੰ ਉਡੀਕ ਰਹੇ ਸਨ। ਪਰਸੀਅਸ ਦੀ ਬਹਾਦਰੀ ਬਾਰੇ ਸੁਣ ਕੇ ਉਹ ਸਮੁੰਦਰ ਦੇ ਕੰਢੇ ਵੱਲ ਆਏ। ਰਾਹ ਵਿੱਚ ਸ਼ਹਿਰ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ ਗਾਉਂਦੇ ਵਜਾਉਂਦੇ ਤੇ ਨੱਚਦੇ ਟੱਪਦੇ ਪਿੱਛੇ-ਪਿੱਛੇ ਆ ਰਹੇ ਸਨ। ਖੁਸ਼ੀ ਨਾਲ ਉਹਨਾਂ ਦੇ ਚਿਹਰੇ ਚਮਕ ਰਹੇ ਸਨ। ਰਾਜਾ ਸੀਰੀਅਸ ਨੇ ਪਰਸੀਅਸ ਨੂੰ ਕਿਹਾ, ਯੂਨਾਨ ਦੇ ਪ੍ਰਸਿੱਧ ਯੋਧੇ ਪਰਸੀਅਸ, ਤੂੰ ਮੇਰੀ ਲੜਕੀ ਦੀ ਜਾਨ ਬਚਾਈਏ। ਤੂੰ ਸੱਚਮੁੱਚ ਉਹਦੇ ਵਰ ਦੇ ਯੋਗ ਹੈ। ਤੂੰ ਇਹਦੇ ਨਾਲ ਵਿਆਹ ਕਰਾ ਕਿ ਇੱਥੋਂ ਹੀ ਸਾਡੇ ਪਾਸ ਰਹੇ। ਮੈਂ ਆਪਣਾ ਅੱਧਾ ਰਾਜ ਤੇਰੇ ਹਵਾਲੇ ਕਰਨਾ ਹਾਂ। ਪਰਸੀਅਸ ਨੇ ਅੱਗੋਂ ਉੱਤਰ ਦਿੱਤਾ, ਮੈਨੂੰ ਤੁਸੀਂ ਬੜਾ ਮਾਣ ਬਖਸ਼ ਰਹੇ ਹੋ ਪਰ ਮੈਂ ਤੁਹਾਡੇ ਰਾਜ ਦਾ ਅੱਧ ਲੈ ਕੇ ਕੀ ਕਰਨਾ ਹੈ। ਮੇਰਾ ਮਨ ਆਪਣੇ ਪਿਆਰੇ ਦੇਸ਼ ਆਰਗੋਸ ਨੂੰ ਜਾਣ ਲਈ ਉਤਾਵਲਾ ਹੋ ਰਿਹਾ ਹੈ। ਮੈਨੂੰ ਘਰੋਂ ਨਿਕਲਿਆ ਲੰਮਾ ਅਰਸਾ ਹੋ ਗਿਆ ਹੈ। ਮੇਰੀ ਪਿਆਰੀ ਮਾਤਾ ਚਿਰਾਂ ਤੋਂ ਮੈਨੂੰ ਉਡੀਕ ਰਹੀ ਹੋਣੀ ਹੈ। ਇਹ ਗੱਲ ਸੁਣ ਕੇ ਸੀਫੀਅਸ ਨੇ ਉੱਤਰ ਦਿੱਤਾ, ਤੂੰ ਮੇਰੀ ਲੜਕੀ ਨੂੰ ਹੁਣੇ ਹੀ ਨਾਲ ਨਾ ਲੈ ਜਾ। ਸਾਨੂੰ ਵੀ ਉਹਨਾਂ ਨਾਲੋਂ ਇੱਕਦਮ ਵਿਛੜ ਕੇ ਬੜਾ ਦੁੱਖ ਹੋਵੇਗਾ। ਤੂੰ ਕਮ ਅਜ਼ ਕਮ ਸਾਡੇ ਪਾਸ ਸਾਲ ਭਰ ਠਹਿਰ ਤੇ ਫਿਰ ਬੇਸ਼ੱਕ ਇਹਨੂੰ ਨਾਲ ਲੈ ਜਾ ਕੇ ਚਲਿਆ ਜਾਵੇਂ। ਪਰਸੀਅਸ ਸੀਫੀਅਸ ਦੀ ਇਹ ਬੇਨਤੀ ਮੰਨ ਗਿਆ। ਇਸ ਪਿੱਛੋਂ ਸਭ ਜਣੇ ਇਕੱਠੇ ਹੋ ਕੇ ਮਹੱਲ ਵੱਲ ਗਏ। ਉੱਥੇ ਸੀਫੀਅਸ ਦਾ ਭਰਾ ਸ਼ਹਿਜ਼ਾਦਾ ਫੀਨੀਅਸ ਗੁੱਸੇ ਨਾਲ ਲੋਹਾ ਲੱਖਾ ਹੋਇਆ ਖੜਾ ਸੀ। ਉਹਦੇ ਨਾਲ ਹੀ ਉਹਦੇ ਪੁੱਤਰ, ਉਹਦੇ ਨੌਕਰ, ਉਹਦੇ ਸੈਨਿਕ ਖੜੇ ਸਨ। ਉਹਨੇ ਸੀਫੀਅਸ ਨੂੰ ਕਿਹਾ, ਮੈਂ ਇਸ ਅਜਨਬੀ ਨਾਲ ਤੇਰੀ ਲੜਕੀ ਦਾ ਵਿਆਹ ਨਹੀਂ ਹੋਣ ਦੇਣਾ। ਪਤਾ ਨਹੀਂ ਇਹ ਕੌਣ ਹੈ, ਕਿੱਥੋਂ ਆਇਆ ਹੈ, ਇਹਦਾ ਤਾਂ ਕੋਈ ਨਾਂ ਵੀ ਨਹੀਂ ਜਾਣਦਾ ਤੇ ਐਂਡਰੋਮੀਡਾ ਦੀ ਮੰਗਣੀ ਮੇਰੇ ਲੜਕੇ ਨਾਲ ਨਹੀਂ ਸੀ ਹੋਈ। ਹੁਣ ਜਦ ਤੋਂ ਤੇਰੀ ਲੜਕੀ ਦਾ ਖਤਰਾ ਟਲ ਗਿਆ ਹੈ ਤੇ ਇਸ ਨਾਲ ਵਿਆਹ ਕਰਾਉਣ ਦਾ ਹੱਕ ਮੇਰੇ ਲੜਕੇ ਦਾ ਹੀ ਬਣਦਾ ਹੈ। ਪਰਸੀਅਸ ਇਸ ਗੱਲ ਸੁਣ ਕੇ ਬੜਾ ਹੱਸਿਆ ਤੇ ਕਹਿਣ ਲੱਗਾ, ਜੇ ਤੂੰ ਇਸ ਲੜਕੇ ਦਾ ਵਿਆਹ ਕਰਨ ਤੇ ਜੀ ਕਰਦਾ ਹੈ, ਤੈਨੂੰ ਚਾਹੀਦਾ ਸੀ ਕਿ ਉਹ ਐਂਡਰੋਮੀਡਾ ਨੂੰ ਜਿੰਨ ਤੋਂ ਬਚਾਉਂਦਾ, ਪਰ ਉਹ ਤਾਂ ਬੁਜ਼ਦਿਲਾਂ ਵਾਂਗ ਡਰ ਨਾਲ ਉੱਥੇ ਲੁਕਿਆ ਰਿਹਾ। ਉਹਨੂੰ ਮੌਤ ਦੇ ਮੂੰਹ ਮੈਂ ਬਚਾਇਆ ਤੇ ਜੇ ਉਹ ਜਿਉਂਦੀ ਹੈ ਤਾਂ ਮੇਰੀ ਹੈ, ਮੇਰੇ ਕਰਕੇ ਹੈ, ਇਹਦੇ ਕਰਕੇ ਨਹੀਂ। ਤਾਂ ਨਾ ਸ਼ੁਕਰਿਆ ਕਿ ਮੈਂ ਤੁਹਾਡੇ ਦੇਸ਼ 'ਚ ਤੁਹਾਡੀਆਂ ਮਾਵਾਂ ਧੀਆਂ ਨੂੰ ਹਮੇਸ਼ਾ ਦੇ ਡਰ ਤੋਂ ਮੁਕਤ ਨਹੀਂ ਕਰ ਦਿੱਤਾ ਤੇ ਤੂੰ ਉਸ ਦਾ ਬਦਲਾ ਮੈਨੂੰ ਇਹ ਦੇ ਰਿਹਾ ਹੈ। ਜੇ ਜਾਨ ਪਿਆਰੀ ਹੈ ਤਾਂ ਹੋ ਜਾ ਮੇਰੀਆਂ ਅੱਖਾਂ ਤੋਂ ਦੂਰ। ਪਰ ਪਰਸੀਅਸ ਦੀ ਧਮਕੀ ਦੀ ਬਿਲਕੁਲ ਪਰਵਾਹ ਨਾ ਕਰਦਿਆਂ ਸਭ ਸੈਨਿਕ ਉਸ ਤੇ ਟੁੱਟ ਪਏ। ਅੱਗੋਂ ਪਰਸੀਅਸ ਨੇ ਮੈਡੂਸਾ ਦਾ ਮੂੰਹ ਨੰਗਾ ਕਰਕੇ ਇਹ ਕਹਿੰਦਿਆਂ ਉਹਨਾਂ ਨੂੰ ਸਾਹਮਣੇ ਕਰ ਦਿੱਤਾ ਕਿ ਇਸ ਨੇ ਸ਼ਹਿਜ਼ਾਦੀ ਨੂੰ ਪਹਿਲਾਂ ਇੱਕ ਜਿੰਨ ਤੋਂ ਬਚਾਇਆ ਹੈ, ਹੁਣ ਇਹ ਉਹਨੂੰ ਹੋਰ ਜਿਨ੍ਹਾਂ ਤੋਂ ਵੀ ਬਚਾਏਗੀ। ਮੈਡੂਸਾ ਦੇ ਚਿਹਰੇ ਵੱਲ ਵੇਖਦਿਆਂ ਹੀ ਫੀਨੀਅਸ ਅਤੇ ਉਸਦੇ ਸਭ ਸਾਥੀ ਪਥਰਾ ਗਏ ਤੇ ਬੁੱਤਾਂ ਵਾਂਗ ਉੱਥੇ ਦੇ ਉੱਥੇ ਹੀ ਖੜੇ ਰਹਿ ਗਏ। ਪਰਸੀਅਸ ਦੀ ਜਿੱਤ ਤੇ ਲੋਕ 7 ਦਿਨ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਮਨਾਉਂਦੇ ਰਹੇ। ਪਰ 8ਵੀਂ ਰਾਤ ਪਰਸੀਅਸ ਨੂੰ ਇੱਕ ਸੁਪਨਾ ਆਇਆ। ਉਹਨੇ ਦੇਵੀ ਪਲਾਸ ਨੂੰ ਆਪਣੇ ਲਾਗੇ ਖੜਿਆ ਵੇਖਿਆ। ਉਹ ਕਹਿ ਰਹੀ ਸੀ, ਪਰਸੀਅਸ, ਤੂੰ ਬੜੀ ਬਹਾਦਰੀ ਦੇ ਕਾਰਨਾਮੇ ਕੀਤੇ ਨੇ ਤੇ ਤੈਨੂੰ ਯੋਗ ਇਨਾਮ ਵੀ ਮਿਲ ਗਿਆ ਹੈ। ਹੁਣ ਤੈਨੂੰ ਪਤਾ ਲੱਗਿਆ ਹੋਣਾ ਹੈ ਕਿ ਦੇਵਤੇ ਕਿਤੇ ਨਿਆਂਕਾਰ ਨੇ। ਉਹਨਾਂ ਦੀ ਪੂਰੀ ਮਦਦ ਕਰਦੇ ਨੇ ਜਿਹੜਾ ਆਪਣੀ ਮਦਦ ਆਪ ਕਰਦਾ ਹੈ। ਹੁਣ ਤੋਂ ਪ੍ਰਸਿੱਧ ਕਟਾਰ, ਹਰਪੀ, ਜਾਦੂ ਦੀ ਟੋਪੀ ਤੇ ਚੱਪਲਾਂ ਮੇਰੇ ਹਵਾਲੇ ਕਰ ਦੇ ਤਾਂ ਜੋ ਮੈਂ ਇਹ ਚੀਜ਼ਾਂ ਇਹਨਾਂ ਦੇ ਮਾਲਕਾਂ ਨੂੰ ਮੋੜ ਦਿਆਂ। ਪਰ ਮੈਡੂਸਾ ਦਾ ਸਿਰ ਤੋਂ ਕੁਝ ਆਪਣੇ ਪਾਸ ਹੀ ਰੱਖ ਸਕਦਾ ਹੈ ਕਿਉਂਕਿ ਤੈਨੂੰ ਆਪਣੇ ਦੇਸ਼ ਪਹੁੰਚ ਕੇ ਇਸ ਦੀ ਲੋੜ ਪਵੇਗੀ। ਤੂੰ ਉੱਥੇ ਪਹੁੰਚ ਕੇ ਇਸ ਨੂੰ ਸੈਰੀਫੋਸ ਵਿੱਚ ਮੇਰੇ ਮੰਦਰ ਵਿੱਚ ਰੱਖ ਦੇਵੀਂ। ਮੈਂ ਇਹਨੂੰ ਹਮੇਸ਼ਾ ਲਈ ਆਪਣੇ ਢਾਲ ਤੇ ਸਜਾਉਣਾ ਚਾਹੁੰਦੀ ਹਾਂ ਤਾਂ ਜੋ ਦੇਵਤਿਆਂ ਤੇ ਵਿਰੋਧੀਆਂ ਨੂੰ ਇਸ ਦਾ ਸਬਕ ਸਿਖਾ ਸਕਾਂ। ਪਰਸੀਅਸ ਉੱਠ ਕੇ ਦੇਵੀ ਪਲਾਸ ਨੂੰ ਤਲਵਾਰ, ਜਾਦੂ ਦੀ ਟੋਪੀ ਤੇ ਚੱਪਲਾਂ ਵਾਪਸ ਕਰਨ ਹੀ ਲੱਗਾ ਸੀ ਕਿ ਅਚਾਨਕ ਉਹਦੀ ਅੱਖ ਖੁੱਲ੍ਹ ਗਈ। ਦੇਵੀ ਪਲਾਸ ਉੱਥੋਂ ਗਾਇਬ
ਪਰ ਬੱਕਰੇ ਦੀ ਖਲ ਜਿਸ ਵਿੱਚ ਮੈਡੂਸਾ ਦਾ ਸਿਰ ਲਪੇਟਿਆ ਪਿਆ ਸੀ ਆਪਣੀ ਥਾਂ 'ਤੇ ਹੀ ਪਈ ਸੀ, ਪਰ ਤਲਵਾਰ, ਟੋਪੀ ਤੇ ਚੱਪਲਾਂ ਉੱਥੇ ਕਿਤੇ ਨਹੀਂ ਸਨ। ਪਰਸੀਅਸ ਦੀ ਘਰ ਨੂੰ ਵਾਪਸੀ। ਜਦ ਸੀਰੀਫੀਅਸ ਦੇ ਦੇਸ਼ ਵਿੱਚ ਰਹਿੰਦਿਆਂ ਪਰਸੀਅਸ ਨੂੰ 1 ਸਾਲ ਹੋ ਗਿਆ ਤਾਂ ਉਹ ਫਨੀਸ਼ੀਆ ਦੇ ਕੁਝ ਮਲਾਹਾਂ ਨੂੰ ਦੇਵਦਾਰ ਦੇ ਰੁੱਖ ਕੱਟ ਕੇ ਇੱਕ ਸ਼ਾਨਦਾਰ ਤੇ ਮਜ਼ਬੂਤ ਬੇੜੀ ਬਣਾਉਣ ਲਈ ਕਿਹਾ। ਜਦ ਬੇੜੀ ਤਿਆਰ ਹੋ ਗਈ ਤਾਂ ਰਾਜੇ ਨੇ ਉਹਨੂੰ ਹੀਰੇ, ਜਵਾਹਰਾਤਾਂ ਅਤੇ ਦਾਜ ਤੇ ਹੋਰ ਸਮਾਨ ਨਾਲ ਭਰ ਦਿੱਤਾ ਤੇ ਪਰਸੀਅਸ ਐਂਡਰੋਮੀਡਾ ਨੂੰ ਨਾਲ ਲੈ ਕੇ ਆਪਣੇ ਦੇਸ਼ ਵੱਲ ਤੁਰ ਪਿਆ। ਲੋਕ ਉਹਨੂੰ ਇਤਨਾ ਪਿਆਰ ਕਰਦੇ ਸਨ ਕਿ ਉਹ ਉਹਦਾ ਵਿਛੋੜਾ ਸਹਾਰ ਨਾ ਸਕੇ ਤੇ ਫੁੱਟ-ਫੁੱਟ ਕੇ ਰੋਂਦੇ ਹੋਏ ਕਈ ਸਦੀਆਂ ਤੱਕ ਉਹਦੀ ਬਹਾਦਰੀ ਦੇ ਗੁਣ ਗਾਉਂਦੇ ਰਹੇ। ਹੌਲੀ-ਹੌਲੀ ਉਹ ਰੂਮ ਸਾਗਰ ਦੇ ਇੱਕ ਕਰੀਟ ਦੇ ਟਾਪੂ ਲਾਗੇ ਪਹੁੰਚਿਆ ਤੇ ਅੰਤ ਨੂੰ ਯੂਨਾਨ ਦੇ ਅਨੇਕਾਂ ਸੁੰਦਰ ਟਾਪੂਆਂ ਵਿੱਚੋਂ ਲੰਘਦੇ ਹੋਏ ਉਹ ਆਪਣੇ ਪਿਆਰੇ ਟਾਪੂ ਸੈਰੀਫੋਸ ਵਿੱਚ ਅੱਪੜ ਗਿਆ। ਆਪਣੀ ਬੇੜੀ ਕੰਢੇ ਤੇ ਖੜੀ ਕਰਕੇ ਪਰਸੀਅਸ ਡਿਕਟਸ ਦੇ ਘਰ ਵੱਲ ਗਿਆ। ਉਹ ਆਪਣੀ ਮਾਤਾ ਤੇ ਡਿਕਟਸ ਨੂੰ ਕੁੱਟ ਕੇ ਮਿਲਿਆ। ਉਸ ਪਿੱਛੋਂ ਬੱਕਰੇ ਦੀ ਖਲ ਵਿੱਚ ਵੱਜਾ ਪਿਆ ਮੈਡੂਸਾ ਦਾ ਸਿਰ ਨਾਲ ਲੈ ਕੇ ਉਹ ਪੋਲੀਡੈਕਟਿਸ ਦੇ ਮਹਲ ਵੱਲ ਚਲਾ ਗਿਆ। ਜਦੋਂ ਮਹਲ ਦੇ ਅੰਦਰ ਪਹੁੰਚਿਆ ਤਾਂ ਪੋਲੀਡੈਕਟਿਸ ਆਪਣੇ ਦਰਬਾਰੀਆਂ ਅਤੇ ਹੋਰ ਮੁਸਾਬਾਂ ਤੇ ਸਰਦਾਰਾਂ ਨਾਲ ਬੈਠਾ ਖਾਣਾ ਖਾ ਰਿਹਾ ਸੀ। ਇੱਕ ਪਾਸੇ ਗਵਈਏ ਗੀਤ ਗਾ ਰਹੇ ਸਨ ਤੇ ਦੂਜੇ ਪਾਸੇ ਸ਼ੋਰ ਸ਼ਰਾਬ ਦਾ ਦੌਰ ਚੱਲ ਰਿਹਾ ਸੀ। ਪਰਸੀਅਸ ਨੇ ਦਲੀਜ ਲਾਗੇ ਖੜਾ ਹੋ ਕੇ ਪੋਲੀਡੈਕਟਿਸ ਨੂੰ ਆਵਾਜ਼ ਮਾਰੀ, ਪਰ ਉੱਥੇ ਪਰਸੀਅਸ ਨੂੰ ਕੋਈ ਵੀ ਨਹੀਂ ਸੀ ਜਾਣਦਾ, ਕਿਉਂਕਿ ਇੱਕ ਤਾਂ ਲੰਮੇ ਸਫ਼ਰ ਕਾਰਨ ਤੇ ਦੂਜੇ 7 ਸਾਲਾਂ ਦੇ ਅਰਸੇ ਕਾਰਨ ਉਹਦੀ ਸ਼ਕਲ ਕਾਫੀ ਬਦਲ ਚੁੱਕੀ ਸੀ। ਪਰ ਪੋਲੀਡੈਕਟਿਸ ਨੇ ਉਹਨੂੰ ਵੇਖਦਿਆਂ ਹੀ ਪਛਾਣ ਲਿਆ ਤੇ ਉਹਨੇ ਬੜੀ ਘਿਰਨਾ ਭਰਪੂਰ ਲਹਿਜੇ ਵਿੱਚ ਕਿਹਾ, ਆ ਗਿਆ ਹੈ? ਤੈਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਇਕਰਾਰ ਕਰਨਾ ਸੌਖਾ ਹੈ ਪਰ ਉਹਨੂੰ ਨਿਭਾਉਣਾ ਸੌਖਾ ਨਹੀਂ। ਅੱਗੋਂ ਪਰਸੀਅਸ ਨੇ ਉੱਤਰ ਦਿੱਤਾ, ਜਿਨ੍ਹਾਂ ਦੀ ਦੇਵਤੇ ਮਦਦ ਕਰਨ ਉਹ ਆਪਣਾ ਇਕਰਾਰ ਪੂਰਾ ਕਰ ਸਕਦੇ ਨੇ, ਜਿਹੜੇ ਦੇਵਤਿਆਂ ਨੂੰ ਨਫ਼ਰਤ ਕਰਨ ਉਹ ਸਜ਼ਾ ਦੇ ਭਾਗੀ ਹੁੰਦੇ ਨੇ। ਆਹ ਵੇਖ ਮੈਡੂਸਾ ਦਾ ਸਿਰ। ਇਹ ਕਹਿ ਕੇ ਪਰਸੀਅਸ ਨੇ ਮੈਡੂਸਾ ਦੇ ਸਿਰ ਤੋਂ ਬੱਕਰੀ ਦੀ ਖਲ ਲਾਈ ਤੇ ਉਸਨੂੰ ਹੱਥ ਵਿੱਚ ਪਕੜ ਕੇ ਪੋਲੀਡੈਕਟਿਸ ਸਾਹਮਣੇ ਕੀਤਾ। ਮੈਡੂਸਾ ਦੇ ਸਿਰ ਨੂੰ ਵੇਖ ਕੇ ਪੋਲੀਡੈਕਟਿਸ ਤੇ ਉਹਦੇ ਸਾਥੀਆਂ ਦੇ ਚਿਹਰੇ ਪੀਲੇ ਪੈ ਗਏ। ਉਹ ਘਬਰਾ ਕੇ ਆਪੋ ਆਪਣੀਆਂ ਥਾਵਾਂ ਤੋਂ ਉੱਠਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਉਹਨਾਂ ਦਾ ਸਾਰਾ ਸਰੀਰ ਪੱਥਰ ਵਾਂਗ ਸਖਤ ਹੋ ਗਿਆ। ਉਹ ਸਭ ਉੱਥੇ ਹੀ ਪਥਰਾ ਗਏ। ਪੋਲੀਡੈਕਟਿਸ, ਉਹਦੇ ਮਹਿਮਾਨ ਅਤੇ ਉਹਨਾਂ ਸਾਹਮਣੇ ਪਏ ਸ਼ਰਾਬ ਦੇ ਪਿਆਲੇ ਉੱਥੇ ਹੀ ਪਏ ਰਹੇ। ਮਹਲ ਦੀਆਂ ਛੱਤਾਂ ਪੁਰਾਣੀਆਂ ਹੋ ਕੇ ਥੱਲੇ ਡਿੱਗ ਪਈਆਂ, ਦੀਵਾਰਾਂ ਟੱਟ ਗਈਆਂ ਤੇ ਮੇਜ਼ ਭੁਰ ਗਿਆ। ਉਹਨਾਂ ਦੇ ਆਲੇ ਦੁਆਲੇ ਹੌਲੀ-ਹੌਲੀ ਘਾਹ ਤੇ ਬੂਟੀਆਂ ਉੱਗ ਪਈਆਂ, ਪਰ ਪੋਲੀਡੈਕਟਿਸ ਅਤੇ ਉਹਦੇ ਮਹਿਮਾਨ ਪਹਾੜੀ ਲਾਗੇ ਪੱਥਰਾਂ ਦੇ ਬੁੱਤ ਬਣ ਕੇ ਇੱਕ ਦਿਨ ਤੱਕ ਉੱਥੇ ਹੀ ਗੱਡੇ ਪਏ ਰਹੇ ਹਨ। ਇਸ ਪਿੱਛੋਂ ਪਰਸੀਅਸ ਉੱਥੇ ਕੰਢੇ ਤੇ ਖੜੀ ਕੀਤੀ ਆਪਣੀ ਬੇੜੀ ਕੋਲ ਪਹੁੰਚਿਆ। ਉਹਨੇ ਸਾਰਾ ਰਾਜ ਡਿਕਟਸ ਦੇ ਹਵਾਲੇ ਕਰ ਦਿੱਤਾ ਤੇ ਆਪਣੀ ਮਾਤਾ ਤੇ ਪਤਨੀ ਨਾਲ ਉੱਥੋਂ ਆਪਣੇ ਦੇਸ਼ ਆਰਗੋਸ ਵੱਲ ਤੁਰ ਪਿਆ। ਉੱਥੇ ਪਹੁੰਚ ਕੇ ਉਹਨੂੰ ਪਤਾ ਲੱਗਾ ਕਿ ਐਕਰੀਸੀਅਸ ਦੇ ਦਗੇਬਾਜ਼ ਭਰਾ ਪ੍ਰੋਟੀਅਸ ਨੇ ਉਹਦੇ ਨਾਲ ਮੁੜ ਲੜਾਈ ਕਰਕੇ ਉਹਨੂੰ ਪੈਲਾਸਗੀ ਨਾਮੀ ਇੱਕ ਜੰਗਲ ਕੌਮ ਦੇ ਸ਼ਹਿਰ ਲੈਰੀਜ਼ਾ ਵੱਲ ਭਜਾ ਦਿੱਤਾ ਹੈ। ਪਰਸੀਅਸ ਨੇ ਆਰਗੋਸ ਦੇ ਸਭ ਲੋਕਾਂ ਨੂੰ ਇਕੱਠਿਆਂ ਕੀਤਾ, ਉਹਨਾਂ ਨੂੰ ਦੱਸਿਆ ਕਿ ਉਹ ਕੌਣ ਹਨ ਤੇ ਉਹਨਾਂ ਨੇ ਆਪਣੇ ਦੇਸ਼ ਵਿੱਚੋਂ ਗੈਰ ਹਾਜ਼ਰੀ ਸਮੇਂ ਦੁਨੀਆ ਵਿੱਚ ਕੀ ਕਾਰਨਾਮੇ ਕੀਤੇ ਹਨ। ਇਹ ਸਭ ਇਕੱਠੇ ਹੋਏ ਲੋਕਾਂ ਨੇ ਉਹਨੂੰ ਆਪਣਾ ਨਵਾਂ ਰਾਜਾ ਮੰਨ ਲਿਆ, ਕਿਉਂਕਿ ਉਹ ਸੁਭਾਅ, ਕੱਦ-ਕਾਠ ਤੇ ਰੂਪ ਦਾ ਵਿੱਚ ਸੱਚਮੁੱਚ ਰਾਜਾ ਹੀ ਲੱਗਦਾ ਸੀ। ਉਹਦੀ ਅਗਵਾਈ ਹੇਠ ਉਹਨਾਂ ਪ੍ਰੋਟੋਸੀਅਸ ਦੇ ਖਿਲਾਫ ਲੜਾਈ ਕਰਕੇ ਅਤੇ ਉਹਨੂੰ ਮਾਰ ਮੁਕਾਇਆ ਤੇ ਇਲਾਕਾ ਮੁੜ ਉਸ ਤੋਂ ਖੋਹ ਲਿਆ। ਉਹਨਾਂ ਨੇ ਇੱਕ ਅੱਖ ਵਾਲੇ ਦਿਓ ਦੀ ਸਹਾਇਤਾ ਨਾਲ ਆਪਣੇ ਸ਼ਹਿਰ ਆਰਗੋਸ ਦੇ ਗਿਰਦ ਇਕੱਠ ਬੜੀ ਪੱਕੀ ਥੇ ਬਣਾਈ। ਲੋਕ ਬੜੇ ਖੁਸ਼ ਸਨ ਕਿਉਂਕਿ ਉਹਨਾਂ ਨੂੰ ਇੱਕ ਹਰਮਨ ਪਿਆਰਾ ਬਾਦਸ਼ਾਹ ਮਿਲ ਗਿਆ ਸੀ। ਪਰ ਪਰਸੀਅਸ ਦਾ ਮਨ ਹਾਲੀ ਵੀ ਉਦਾਸ ਸੀ। ਮੁੜ ਉਹਦਾ ਖਿਆਲ ਆਪਣੇ ਦਾਦੇ ਐਕਰੀਸੀਅਸ ਵੱਲ ਜਾਂਦਾ ਸੀ। ਉਹ ਕਹਿੰਦਾ ਸੀ, ਮੇਰਾ ਦਾਦਾ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏਗਾ ਕਿਉਂਕਿ ਮੈਂ ਦੁਨੀਆ ਵਿੱਚ ਨਾਮ ਖੱਟ ਕੇ ਲਿਆਇਆ ਹਾਂ। ਮੈਂ ਉਹਨੂੰ ਜ਼ਰੂਰ ਲੱਭ ਕੇ ਲਿਆਵਾਂਗਾ। ਸੋ ਸਭ ਤਿਆਰੀਆਂ ਕਰਕੇ ਉਹ ਆਪਣੀ ਬੇੜੀ ਵਿੱਚ ਸਫ਼ਰ ਤੇ ਤੁਰ ਪਿਆ। ਹਾਈਡਰੋਡੀਆ, ਸੂਨੀਅਮ, ਮੁਰਾਦੇ ਤੇ ਐਂਟੀਕਾ ਨਾਮੀ ਸਮੁੰਦਰੀ ਕੰਢੇ ਲੱਗਦਾ ਹੋਇਆ ਯੂਨੀਅਨ ਸਾਗਰ ਰਾਹੀਂ ਉਹ ਲੈਰੀਸਾ ਵਿੱਚ ਪਹੁੰਚਿਆ, ਜਿੱਥੇ ਪੈਲਾਸਕੀ ਨਾਮੀ ਜੰਗਲੀ ਕਬੀਲੇ ਰਹਿੰਦੇ ਸਨ। ਜਦ ਪਰਸੀਅਸ ਉੱਥੇ ਪਹੁੰਚਿਆ ਤਾਂ ਸ਼ਹਿਰ ਵਿੱਚ ਖੇਡਾਂ ਹੋ ਰਹੀਆਂ ਸਨ। ਇਹ ਖੇਡਾਂ ਰਾਜਾ ਟੂਟਾਮੇਨਸ ਦੇ ਐਕਰੀਅਸ ਦੇ ਸਨਮਾਨ ਵਿੱਚ ਕਰ ਰਿਹਾ ਸੀ। ਪਰਸੀਅਸ ਕਿਸੇ ਨੂੰ ਆਪਣਾ ਨਾਂ ਦੱਸੇ ਬਿਨਾਂ ਖੇਡਾਂ ਵਿੱਚ ਸ਼ਾਮਲ ਹੋ ਗਿਆ। ਉਹਨੇ ਆਪਣੀ ਸੰਜੋਗ ਦੀ ਟੋਪੀ, ਤਲਵਾਰ ਤੇ ਹੋਰ ਬਸਤਰ ਲਾਏ ਤੇ ਲੈਰੀਸਾ ਦੇ ਜਵਾਨਾਂ ਦੀਆਂ ਕਤਾਰਾਂ ਵਿੱਚ ਖੜਾ ਹੋ ਗਿਆ। ਉਹਦੀ ਸ਼ਕਲ ਸੂਰਤ ਅਤੇ ਉਹਦਾ ਕੱਦ-ਕਾਠ ਵੇਖ ਕੇ ਸਭ ਹੈਰਾਨ ਹੋਏ। ਉਹ ਕਹਿਣ ਲੱਗੇ, ਇਹ ਅਜਨਬੀ ਕੌਣ ਹੈ ਜਿਹੜਾ ਸਾਡੇ ਦੇਸ਼ ਦੇ ਸਭ ਜਵਾਨਾਂ ਤੋਂ ਵੱਧ ਚੜ੍ਹ ਕੇ ਸੋਹਣਾ ਤੇ ਸਜੀਲਾ ਹੈ? ਇਹ ਜ਼ਰੂਰ ਕੋਈ ਦੇਵਤਾ ਹੋਣਾ ਹੈ। ਜਦ ਖੇਡਾਂ ਆਰੰਭ ਹੋਈਆਂ ਤਾਂ ਉਹਨਾਂ ਦੀ ਹੈਰਾਨੀ ਦੀ ਹੋਰ ਵੀ ਵੱਧ ਗਈ, ਕਿਉਂਕਿ ਉਹ ਹਰ ਖੇਡ ਵਿੱਚ ਲੈਰੀਸਾ ਦੇ ਜਵਾਨਾਂ ਨੂੰ ਪਿਛਾਂਹ ਛੱਡ ਗਿਆ। ਉਹਨੇ ਦੌੜ, ਛਾਲਾਂ, ਨੇਜ਼ਾ ਸੁੱਟਣ ਤੇ ਘੋਲ ਵਿੱਚ 4 ਇਨਾਮ ਜਿੱਤੇ ਤੇ ਫਿਰ ਵੀ ਕਹਿਣ ਲੱਗਾ, ਇੱਕ ਇਨਾਮ ਹੋਰ ਜਿੱਤਣਾ ਬਾਕੀ ਰਹਿ ਗਿਆ ਹੈ। ਉਹ ਵੀ ਜਿੱਤ ਕੇ ਮੈਂ 5 ਇਨਾਮ ਆਪਣੇ ਦਾਦੇ ਦੀ ਝੋਲੀ ਪਾਵਾਂਗਾ। ਉਹ ਦਾਦਾ ਐਕਰੀਸੀਅਸ ਪੂਰੇ ਜਲਾਲ ਵਿੱਚ ਬਾਦਸ਼ਾਹ ਟੂਟਾਮੇਨਸ ਲਾਗੇ ਸਿੰਘਾਸਨ ਤੇ ਬੈਠਾ ਖੇਡਾਂ ਵੇਖ ਰਿਹਾ ਸੀ। ਉਹਨੂੰ ਵੇਖ ਕੇ ਪਰਸੀਅਸ ਦਾ ਮਨ ਭਰ ਆਇਆ। ਉਹ ਮਨ ਹੀ ਮਨ ਵਿੱਚ ਕਹਿਣ ਲੱਗਾ, ਮੇਰਾ ਦਾਦਾ ਸੱਚਮੁੱਚ ਰਾਜਾ ਲੱਗਦਾ ਹੈ। ਉਹ ਆਪਣੇ ਪੋਤਰੇ ਨੂੰ ਮਿਲ ਕੇ ਜ਼ਰੂਰ ਖੁਸ਼ ਹੋਵੇਗਾ। ਜਦ ਗੋਲਾ ਸੁੱਟਣ ਦੀ ਵਾਰੀ ਆਈ ਤਾਂ ਉਹਦਾ ਗੋਲਾ ਬਾਕੀ ਸਭ ਕੋਲੋਂ ਕਈ ਹੱਥ ਅਗਾਂਹ ਜਾ ਪਿਆ। ਲੋਕਾਂ ਨੇ ਖੂਬ ਤਾੜੀਆਂ ਮਾਰੀਆਂ ਤੇ ਉਹਨੂੰ ਹੱਲਾਸ਼ੇਰੀ ਦਿੰਦਿਆਂ ਕਹਿਣ ਲੱਗੇ, ਸ਼ਾਬਾਸ਼, ਥੋੜਾ ਜਿਹਾ ਹੋਰ ਅਗਾਂਹ ਸੁੱਟ। ਤੇਰੇ ਜਿਹਾ ਗੋਲਾ ਸੁੱਟਣ ਵਾਲਾ ਸਾਡੇ ਸਾਰੇ ਦੇਸ਼ ਭਰ ਵਿੱਚ ਕੋਈ ਨਹੀਂ।
ਪਰਸੀਅਸ ਨੇ ਪੂਰਾ ਤਾਣ ਲਾ ਕੇ ਗੋਲਾ ਇੱਕ ਵਾਰ ਫਿਰ ਸੁੱਟਿਆ। ਨਾਲ ਹੀ ਹਵਾ ਦਾ ਇੱਕ ਐਸਾ ਬੁੱਲਾ ਆਇਆ ਜਿਹੜਾ ਉਸਦੇ ਗੋਲੇ ਨੂੰ ਇਤਨੀ ਦੂਰ ਲੈ ਗਿਆ ਕਿ ਉਹ ਐਕਰੀਸੀਅਸ ਦੇ ਪੈਰ ਕੋਲ ਜਾ ਡਿੱਗਾ। ਐਕਰੀਸੀਅਸ ਪੀੜ ਨਾਲ ਮੂਰਛਾ ਖਾ ਕੇ ਡਿੱਗ ਪਿਆ। ਇਹ ਵੇਖ ਕੇ ਪਰਸੀਅਸ ਦੀ ਚੀਕ ਨਿਕਲ ਗਈ ਤੇ ਉਹ ਦੌੜਦਾ ਹੋਇਆ ਐਕਰੀਸੀਅਸ ਲਾਗੇ ਪਹੁੰਚ ਗਿਆ। ਜਦ ਲੋਕਾਂ ਨੇ ਉਹਨੂੰ ਚੁੱਕਿਆ ਤਾਂ ਉਹ ਸਵਾਸ ਤਿਆਗ ਚੁੱਕਾ ਸੀ। ਪਰਸੀਅਸ ਇਸ ਦੁਖਦਾਈ ਘਟਨਾ ਕਾਰਨ ਪਾਗਲ ਜਿਹਾ ਹੋਇਆ ਤੇ ਉਹ ਆਪਣੇ ਦਾਦੇ ਦੀ ਲੋਥ ਕੋਲ ਬੈਠਾ ਕਈ ਘੰਟੇ ਰੋਂਦਾ ਰਿਹਾ। ਅੰਤ ਉਹਨੂੰ ਉੱਠਿਆ ਤੇ ਲਾਗੇ ਇਕੱਠੇ ਹੋਏ ਲੋਕਾਂ ਨੂੰ ਕਹਿਣ ਲੱਗਾ, ਦੇਵਤੇ ਜੋ ਕੁਝ ਕਰਦੇ ਨੇ ਠੀਕ ਕਰਦੇ ਨੇ, ਸਾਨੂੰ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਮੈਂ ਇਸ ਬਜ਼ੁਰਗ ਰਾਜੇ ਦਾ ਪੋਤਰਾ ਪਰਸੀਅਸ ਹਾਂ ਜਿਹਨੇ ਮੈਡੂਸਾ ਦਾ ਸਿਰ ਲਾ ਕੇ ਦੁਨੀਆ ਵਿੱਚ ਜਸ ਖੱਟਿਆ ਹੈ। ਇਸ ਪਿੱਛੋਂ ਉਹਨੇ ਆਦ ਤੋਂ ਅੰਤ ਤੱਕ ਆਪਣੀ ਸਾਰੀ ਕਹਾਣੀ ਸੁਣਾਈ ਤੇ ਭਵਿੱਖ ਦੀ ਬਾਣੀ ਬਾਰੇ ਵੀ ਦੱਸਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹਦੇ ਦਾਦੇ ਦੀ ਮੌਤ ਉਹਦੇ ਹੱਥੋਂ ਹੋਵੇਗੀ। ਜਦ ਪਰਸੀਅਸ ਤੇ ਐਂਡਰੋਮੀਡਾ ਦਾ ਅਤਲਾ ਸਮਾਂ ਆਇਆ ਤਾਂ ਲੋਕ ਕਹਿੰਦੇ ਹਨ ਕਿ ਦੇਵੀ ਪਲਾਸ ਉਹਨਾਂ ਨੂੰ ਆਕਾਸ਼ ਵਿੱਚ ਲੈ ਗਈ। ਜਦ ਰਾਤ ਹਨੇਰੀ ਹੁੰਦੀ ਹੈ ਤਾਂ ਉਹ ਦੋਵੇਂ ਤਾਰਿਆਂ ਭਰੇ ਆਕਾਸ਼ ਵਿੱਚ ਸੀਫੀਅਸ ਅਤੇ ਕੈਸੀਓਪੀਆ ਦੇ ਨਾਲ ਹਾਲੀ ਵੀ ਚਮਕ ਰਹੇ ਦਿਸਦੇ ਹਨ। ਸੀਫੀਅਸ ਦੇ ਸਿਰ ਤੇ ਸ਼ਾਹੀ ਤਾਜ ਹੈ ਤੇ ਕੈਸੀਓਪੀਆ ਹਾਥੀ ਦੰਦ ਦੀ ਕੁਰਸੀ ਤੇ ਬੈਠੀ ਆਪਣੇ ਤਾਰਿਆਂ ਨਾਲ ਜਗਮਗ ਕਰਦੇ ਵਾਲਾਂ ਨੂੰ ਪਈ ਗੁੰਦੀ ਹੁੰਦੀ ਹੈ ਤੇ ਪਰਸੀਅਸ ਸੁੰਦਰ ਐਂਡਰੋਮੀਡਾ ਦੇ ਨਾਲ ਇੱਕ ਹੱਥ ਵਿੱਚ ਮੈਡੂਸਾ ਦਾ ਸਿਰ ਪਕੜੇ ਹੋਏ ਖੜਾ ਨਜ਼ਰ ਆ ਰਿਹਾ ਹੁੰਦਾ ਹੈ ਤੇ ਸਭ ਤਾਰਿਆਂ ਦੇ ਵੱਖ-ਵੱਖ ਸਰਹਿੰਗ ਰਹਿਆਂ ਦੇ ਰੂਪ ਵਿੱਚ ਰਾਤ ਵੇਲੇ ਭੁੱਲੇ ਭਟਕੇ ਮਲਾਹਾਂ ਨੂੰ ਰਾਹ ਵਿਖਾਉਣ ਲਈ ਜਗਮਗ ਕਰਦੇ ਦਿਸਦੇ ਹਨ। ਧੰਨਵਾਦ।